ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਹੜੀ ਕਲਾਸ ਦਾ ਤੁਸੀਂ ਬੇਟੇ ਇੰਤਜ਼ਾਰ ਕਰ ਰਹੇ ਸੀ, ਅੱਜ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਆਪਣੇ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਸੀਰੀਜ਼ ਜਿਹੜੀ ਆਪਾਂ ਚਲਾਈ ਹੋਈ ਹੈ ਰਾਜੇ। ਉਹਦੇ ਵਿੱਚ ਆਪਣੀ ਨੈਕਸਟ ਕਲਾਸ ਅੱਜ ਆਪਾਂ ਜਿਹੜੀ ਪੜ੍ਹਨ ਜਾ ਰਹੇ ਹਾਂ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਲਾਸ ਤੇ ਕਾਫੀ ਮਿਹਨਤ ਨਾਲ ਤਿਆਰ ਕੀਤੀ ਹੈ, ਇਸ ਕਰਕੇ ਥੋੜੀ ਜਿਹੀ ਲੇਟ ਹੋ ਗਈ। ਤਾਂ ਪਲੀਜ਼ ਕਲਾਸ ਸਟਾਰਟ ਹੋਣ ਤੋਂ ਪਹਿਲਾਂ ਆਪਣਾ ਜਿਹੜੇ ਬੱਚੇ ਨਵੇਂ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਲਾਸ ਨੂੰ ਐਂਡ ਤੱਕ ਜਰੂਰ ਦੇਖੋ। ਐਂਡ ਵਿੱਚ ਤੁਹਾਡਾ ਟੈਸਟ ਵੀ ਅੱਜ ਦੇਖਦੇ ਹਾਂ ਤੁਸੀਂ ਕਿੰਨੇ ਕੁ ਧਿਆਨ ਨਾਲ ਕਲਾਸ ਦੇਖਦੇ ਹੋ। ਪਲੀਜ਼ ਆਨਸਰ ਜਰੂਰ ਕਰਕੇ ਜਾਣਾ, ਜਿੰਨੇ ਵੀ ਮੈਂ MCQ ਕਰਵਾਉਂਗਾ ਤੁਹਾਡੇ ਐਗਜ਼ਾਮ ਵਾਸਤੇ ਬਹੁਤ ਜ਼ਿਆਦਾ ਮਹੱਤਵਪੂਰਨ ਨੇ। ਤੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੂਗੀ, ਠੀਕ ਹੈ। ਅੱਜ ਜਿਹੜਾ ਟੌਪਿਕ ਹੈਗਾ ਬੇਟੇ ਆਪਣਾ ਉਹ ਹੈਗਾ ਚਿਲਡਰਨ ਵਿਦ ਦਾ ਸਪੈਸ਼ਲ ਨੀਡ, ਠੀਕ ਹੈ। ਆਪਣਾ ਇੱਕ ਪੋਰਸ਼ਨ ਖਤਮ ਹੋ ਜਾਊਗਾ ਸਿਲੇਬਸ ਦਾ, ਇਸ ਤੋਂ ਬਾਅਦ ਅਗਲਾ ਪੋਰਸ਼ਨ ਆਪਾਂ ਸਟਾਰਟ ਕਰਾਂਗੇ। 3 ਪੋਰਸ਼ਨ ਆਪਣੇ ਸਿਲੇਬਸ ਦੇ, ਇਹ ਫਸਟ ਪੋਰਸ਼ਨ ਆਪਣਾ ਅੱਜ ਲਾਸਟ ਇਹਦਾ ਟੌਪਿਕ ਹੈ। ਹੁਣ ਜਦੋਂ ਵੀ ਆਪਾਂ ਵਰਡ ਸੁਣਦੇ ਆ ਚਿਲਡਰਨ ਵਿਦ ਦਾ ਸਪੈਸ਼ਲ ਨੀਡ, ਆਪਣੇ ਦਿਮਾਗ 'ਚ ਸਿਰਫ ਇੱਕ ਗੱਲ ਹੀ ਆਉਂਦੀ ਹੈ ਕਿ ਸਪੈਸ਼ਲ ਨੀਡ ਕਿਹੜੇ ਬੱਚਿਆਂ ਨੂੰ ਜ਼ਰੂਰਤ ਹੁੰਦੀ ਹੈ। ਉਹ ਬੱਚੇ ਜਿਹੜੇ ਜਾਂ ਤਾਂ ਅਪਾਇਜ ਹੋਣਗੇ ਜਾਂ ਮੈਂਟਲੀ ਡਿਸਆਰਡਰ ਦੇ ਵਿੱਚ ਕੀ ਹੋਣਗੇ, ਥੋੜੇ ਜਿਹੇ ਮੈਂਟਲੀ ਕੀ ਹੋਣਗੇ, ਅਬਨੋਰਮਲ ਹੋਣਗੇ। ਤਾਂ ਆਪਣੇ ਦਿਮਾਗ 'ਚ ਇਹੀ ਗੱਲ ਚੱਲਦੀ ਹੈ। ਪਰ ਆਪਾਂ ਜੇ ਦੁਨੀਆਦਾਰੀ ਦੇ ਤੌਰ ਤੇ ਦੇਖੀਏ, ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ, ਬਟ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਅਗਰ ਮੈਂ ਦੇਖੂੰਗਾ ਤਾਂ ਸਪੈਸ਼ਲ ਨੀਡ ਦੇ ਵਿੱਚ ਇਕੱਲੇ ਅਪਾਹਿਜ ਬੱਚੇ ਜਾਂ ਜਿਨ੍ਹਾਂ ਨੂੰ ਅਧਰੰਗ ਹੋਇਆ ਜਾਂ ਜਿਨ੍ਹਾਂ ਨੂੰ ਕੋਈ ਲਕਵਾ ਮਾਰਿਆ ਹੋਇਆ ਉਹ ਬੱਚੇ ਨਹੀਂ ਆਉਣਗੇ। ਇਹਦੇ ਵਿੱਚ ਐਕਸਟਰਾ ਆਰਡੀਨਰੀ ਬੱਚੇ ਵੀ ਆ ਜਾਣਗੇ। ਹੁਣ ਆਪਣੇ ਤੁਸੀਂ ਦੇਖਿਆ ਹੋਊਗਾ ਕਲਾਸ, ਅਗਰ ਮੰਨ ਲਓ ਆਪਾਂ ਟੀਚਰ ਆ ਜਾਂ ਆਪਾਂ ਪੇਰੈਂਟਸ ਆ, ਆਪਾਂ ਦੇਖਦੇ ਹਾਂ ਕਲਾਸ ਦੇ ਵਿੱਚ ਕੁਝ ਬੱਚੇ ਨਾਰਮਲ ਹੁੰਦੇ ਆ, ਕੁਝ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਕੁਝ ਬਹੁਤ ਜ਼ਿਆਦਾ ਕੀ ਹੁੰਦੇ ਆ ਵਿਚਾਰੇ ਵੀਕ ਹੁੰਦੇ ਆ। ਹੁਣ ਕੁਝ ਬੱਚੇ ਜਿਹੜੇ ਐਕਸਟਰਾ ਆਰਡੀਨਰੀ ਹੁੰਦੇ ਆ, ਜਿਹੜੇ ਬਹੁਤ ਕ੍ਰੀਏਟਿਵ ਮਾਈਂਡ ਦੇ ਬੱਚੇ ਹੁੰਦੇ ਆ, ਠੀਕ ਹੈ। ਹੁਣ ਕਿਸੇ ਨੂੰ ਪੇਂਟਿੰਗ ਦਾ ਸ਼ੌਂਕ ਹੈ, ਕਿਸੇ ਬੱਚੇ ਨੂੰ ਸਪੋਰਟਸ ਦਾ ਸ਼ੌਂਕ ਹੈ, ਕੋਈ ਬੱਚਾ ਕੋਈ ਇਨੋਵੇਟ ਕਰ ਰਿਹਾ ਹੈ, ਕੁਝ ਨਵੀਂ ਚੀਜ਼ ਦੀ ਖੋਜ ਕਰ ਰਿਹਾ ਹੈ, ਤਾਂ ਉਹ ਵੀ ਬੱਚੇ ਕਿਹਦੇ ਵਿੱਚ ਆ ਜਾਣਗੇ ਰਾਜੇ, ਚਿਲਡਰਨ ਵਿਦ ਦਾ ਸਪੈਸ਼ਲ ਨੀਡ ਦੇ ਵਿੱਚ ਆ ਜਾਣਗੇ। ਪਰ ਜੇ ਤੁਸੀਂ ਮਤਲਬ ਕਿ ਐਗਜ਼ਾਮ ਪੁਆਇੰਟ ਤੋਂ ਪੜ੍ਹ ਰਹੇ ਹੋ ਤਾਂ ਤੁਹਾਨੂੰ ਸਾਰੇ ਬੱਚਿਆਂ ਨੂੰ ਲੈ ਕੇ ਚੱਲਣਾ ਪਊਗਾ, ਕਿਉਂਕਿ ਤੁਹਾਨੂੰ ਕੁਐਸਚਨ ਕਿਤੋਂ ਵੀ ਆ ਸਕਦਾ ਹੈ। ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ। ਅੱਜ ਦੀ ਵੀਡੀਓ ਬਹੁਤ ਵਧੀਆ ਢੰਗ ਨਾਲ ਕਰਵਾਉਂਗਾ, ਹਰ ਇੱਕ ਚੀਜ਼ ਹਰ ਇੱਕ ਪੁਆਇੰਟ ਕਵਰ ਕੀਤਾ ਹੋਇਆ ਤੁਹਾਡੀ ਇਸ ਕਲਾਸ ਦੇ ਵਿੱਚ। ਹੋ ਸਕਦਾ ਕਲਾਸ ਲੰਬੀ ਹੋਵੇ ਪਰ ਐਂਡ ਤੱਕ ਜਰੂਰ ਦੇਖਿਓ। ਚਲੋ ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਤਾਂ ਰਾਜੇ ਤੁਸੀਂ ਇਹਦੀ ਕਈ ਵਾਰੀ ਬਹੁਤ ਵਾਰੀ ਮਤਲਬ ਕਿ ਇਹ ਮੈਂ ਦੇਖਿਆ, ਕਿਉਂਕਿ ਐਨਟੀਟੀ ਦਾ ਸਿਲੇਬਸ ਹੋ ਗਿਆ, ਐਨਟੀਟੀ ਦਾ ਸਿਲੇਬਸ ਬਿਲਕੁਲ ਸੇਮ ਹੈ। ਉਹਦੇ ਵਿੱਚ ਕਈ ਵਾਰੀ ਇਹ ਕੁਐਸਚਨ ਬਹੁਤ ਪੁੱਛਿਆ ਜਾਂਦਾ, ਕਹਿੰਦੇ ਜੀ CWSN ਇਹਦੀ ਫੁੱਲ ਫਾਰਮ ਪੁੱਛ ਲੈਂਦੇ ਆ ਰਾਜੇ। ਤੁਹਾਨੂੰ ਪਤਾ ਹੀ ਆ, ਹੁਣ ਦੇਖੋ ਚਿਲਡਰਨ ਵਿਦ ਦਾ ਸਪੈਸ਼ਲ ਨੀਡਸ ਆਪਾਂ ਨੂੰ ਕਈ ਵਾਰੀ ਦਿਮਾਗ 'ਚ ਨਹੀਂ ਆਉਂਦੀ, ਕਿਉਂਕਿ ਐਗਜ਼ਾਮ ਦੇ ਵਿੱਚ ਆਪਣੇ ਦਿਮਾਗ 'ਚ ਪ੍ਰੈਸ਼ਰ ਹੁੰਦਾ। ਤਾਂ ਯਾਦ ਰੱਖਣੀ ਹੈ ਚਿਲਡਰਨ ਵਿਦ ਦਾ ਸਪੈਸ਼ਲ ਨੀਡਸ ਦੀ ਜਿਹੜੀ ਸ਼ਾਰਟਕਟ ਹੈਗੀ ਹੈ CWSN ਹੈ। ਹੁਣ ਪੜ੍ਹਦੇ ਹਾਂ ਆਪਾਂ ਇਹਦੀ ਡੈਫੀਨੇਸ਼ਨ, ਪੜ੍ਹਦੇ ਹਾਂ ਕੈਟਾਗਰੀਜ਼, ਪੜ੍ਹਦੇ ਹਾਂ। ਦੇਖੋ ਹੁਣ ਡੈਫੀਨੇਸ਼ਨ ਆਪਾਂ ਇੱਥੇ ਪੜ੍ਹ ਰਹੇ ਹਾਂ ਰਾਜੇ, ਡੈਫੀਨੇਸ਼ਨ ਪੜਾਂਗੇ ਬਹੁਤ ਵਧੀਆ ਧਿਆਨ ਦੇ ਨਾਲ, ਤੇ ਅੱਗੇ ਜਾ ਕੇ ਮੈਂ ਇਹਦੀ ਸੈਕੰਡ ਡੈਫੀਨੇਸ਼ਨ ਵੀ ਪੜਾਉਂਗਾ ਤੁਹਾਨੂੰ, ਪਰ ਪਹਿਲਾਂ ਮੈਂ ਟੈਕਨੀਕਲ ਪੜ੍ਹਾ ਰਿਹਾ ਤੁਹਾਨੂੰ। ਕਹਿੰਦਾ ਜੀ, a child who has that are different from that of an average child with the special need। ਦੇਖੋ ਕੀ ਕਹਿ ਰਿਹਾ, ਕਹਿੰਦਾ ਇੱਕ ਬੱਚਾ ਜਿਹੜਾ ਡਿਫਰੈਂਟ ਹੈ ਕਿਹਦੇ ਨਾਲੋਂ, ਇੱਕ ਐਵਰੇਜ ਚਾਈਲਡ ਦੇ ਨਾਲੋਂ। ਹੁਣ ਐਵਰੇਜ ਚਾਈਲਡ ਦੇ ਵਿੱਚ ਕਿਹੜੇ ਆ ਜਾਣਗੇ ਬੱਚੇ, ਨਾਰਮਲ ਬੱਚੇ, ਚਾਹੇ ਉਹ ਇੰਟੈਲੀਜੈਂਟ ਹੈ, ਚਾਹੇ ਉਹ ਨਲਾਇਕ ਹੈ, ਚਾਹੇ ਉਹ ਕਮਜ਼ੋਰ ਹੈ, ਚਾਹੇ ਉਹ ਹੁਸ਼ਿਆਰ ਹੈ। ਪਰ ਜਿਹੜਾ ਬੱਚਾ ਸਪੈਸ਼ਲ ਨੀਡ ਵਿੱਚ ਕਿਹੜਾ ਬੱਚਾ ਆਊਗਾ, ਜਿਹੜਾ ਡਿਫਰੈਂਟ ਹੋਊਗਾ ਇੱਕ ਐਵਰੇਜ ਬੱਚੇ ਨਾਲੋਂ। ਹੁਣ ਡਿਫਰੈਂਟ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਰੀਰਕ ਤੌਰ ਤੇ ਕਮਜ਼ੋਰ ਹੋਊਗਾ, ਮੈਂਟਲ ਤੌਰ ਤੇ ਕਮਜ਼ੋਰ ਹੋਊਗਾ। ਇਹਦੇ ਵਿੱਚ ਉਹ ਬੱਚੇ ਵੀ ਆ ਜਾਣਗੇ ਜਿਹੜੇ ਐਵਰੇਜ ਦੇ ਨਾਲੋਂ ਕੀ ਹੋਣਗੇ, ਹੁਸ਼ਿਆਰ ਹੋਣਗੇ। ਇਹਦੇ ਵਿੱਚ ਉਹ ਬੱਚੇ ਵੀ ਆ ਜਾਣਗੇ ਜਿਹੜੇ ਐਵਰੇਜ ਦੇ ਨਾਲੋਂ ਕੀ ਹੋਣਗੇ, ਕਮਜ਼ੋਰ ਹੋਣਗੇ। ਤਾਂ ਇਹਦੇ ਵਿੱਚ ਦੋਨੇ ਬੱਚੇ ਆ ਜਾਣਗੇ। ਪਲੀਜ਼ ਇਸ ਪੁਆਇੰਟ ਨੂੰ ਦਿਮਾਗ 'ਚ ਬਿਠਾ ਲਓ। ਇਹਦੇ ਵਿੱਚ ਇਕੱਲੇ ਉਸ ਬੱਚੇ ਨਹੀਂ ਆਣਗੇ ਜਿਹੜੇ ਮੈਂਟਲੀ ਪ੍ਰੋਬਲਮ ਹੈ, ਕਿਸੇ ਨੂੰ ਅਧਰੰਗ ਹੋਇਆ ਜਾਂ ਕਿਸੇ ਨੂੰ ਕੁਝ ਵੀ ਪ੍ਰੋਬਲਮ ਹੈਗੀ ਹੈ, ਉਹ ਬੱਚੇ ਨਹੀਂ ਆਉਣਗੇ। ਇਹਦੇ ਵਿੱਚ ਉਹ ਸਾਰੇ ਬੱਚੇ ਆ ਜਾਣਗੇ ਜਿਹੜੇ ਐਵਰੇਜ ਤੋਂ ਕੀ ਨੇ, ਡਿਫਰੈਂਟ ਨੇ, ਵੱਖਰੇ ਨੇ, ਠੀਕ ਹੈ। ਉਹ ਸਾਰੇ ਕਿਹਦੇ ਵਿੱਚ ਆ ਜਾਂਦੇ ਆ, ਸਪੈਸ਼ਲ ਨੀਡ ਦੇ ਵਿੱਚ ਆ ਜਾਂਦੇ ਆ। ਸੈਕੰਡ ਅਗਰ ਆਪਾਂ ਗੱਲ ਕਰੀਏ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ, ਉਹ ਤਾਂ ਆਣਗੇ ਹੀ ਆਣਗੇ। ਹੁਣ ਕੁਝ ਬੱਚੇ ਜਿਹੜੇ ਫਿਜ਼ੀਕਲੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਆ, ਮੈਂਟਲੀ ਕੋਈ ਪ੍ਰੋਬਲਮ ਹੈਗੀ ਆ, ਸੋਸ਼ਲੀ ਉਹ ਕੋਈ ਪ੍ਰੋਬਲਮ ਹੈਗੀ ਹੈ, ਉਹ ਸਾਰੇ ਬੱਚੇ ਕਿਹਦੇ ਵਿੱਚ ਆ ਜਾਣਗੇ ਰਾਜੇ, ਇਸ ਕੈਟਾਗਰੀ ਵਿੱਚ ਆ ਜਾਣਗੇ, ਜਿਹੜੇ ਕਿ ਐਵਰੇਜ ਬੱਚੇ ਨਾਲ ਕੀ ਹੋਣਗੇ, ਵੱਖਰੇ ਹੋਣਗੇ। ਗੱਲ ਸਮਝ ਆ ਗਈ ਹੈ। ਤਾਂ ਹੁਣ ਆਪਾਂ ਇਹ ਅੱਗੇ ਦੀ ਡੈਫੀਨੇਸ਼ਨ ਕਹਿ ਲਓ, ਮੇਨ ਇਹਦੀ ਕੀ ਹੈ ਉਦਾਹਰਨ ਕਹਿ ਲਓ, ਠੀਕ ਹੈ। ਇਸ ਤੋਂ ਅੱਗੇ ਆਪਾਂ ਇਹਦੀ ਕੈਟਾਗਰੀਜ਼ ਦੇਖਦੇ ਹਾਂ ਵੀ ਕਿਹੜੀ ਕਿਹੜੀ ਕੈਟਾਗਰੀਜ਼ ਦੇ ਵਿੱਚ ਜਿਹੜੇ ਬੱਚੇ ਹੈਗੇ ਆ ਉਹ ਸਪੈਸ਼ਲ ਨੀਡ ਦੇ ਅੰਡਰ ਆਉਂਦੇ ਆ। ਨੈਕਸਟ ਚੱਲਦੇ ਹਾਂ। ਹੁਣ ਨੈਕਸਟ ਦੇਖੋ, ਸਭ ਤੋਂ ਪਹਿਲਾਂ ਦੇਖੋ ਮੈਂ ਲਿਖਿਆ, ਕਹਿੰਦਾ ਗਿਫਟਿਡ ਜਾਂ ਫਿਰ ਐਕਸਟਰਾ ਆਰਡੀਨਰੀ ਚਿਲਡਰਨ। ਹੁਣ ਜਿਹੜੇ ਗਿਫਟਿਡ ਬੱਚੇ ਹੁੰਦੇ, ਗਿਫਟਿਡ ਦਾ ਮਤਲਬ ਕੀ ਹੁੰਦਾ, ਵੈਸੇ ਤਾਂ ਸਾਰੇ ਬੱਚੇ ਗੋਡ ਗਿਫਟਿਡ ਨੇ, ਪਰ ਗਿਫਟਿਡ ਦਾ ਮਤਲਬ ਹੁੰਦਾ ਜਿਹੜੇ ਬਹੁਤ ਐਕਸਟਰਾ ਆਰਡੀਨਰੀ ਬੱਚੇ ਹੁੰਦੇ ਨੇ। ਹੁਣ ਜਿਵੇਂ ਅਗਰ ਆਪਾਂ ਐਗਜ਼ਾਮਪਲ ਕਰੀਏ, ਡਾਕਟਰ ਅਬਦੁਲ ਕਲਾਮ ਨੂੰ ਦੇਖ ਲਈਏ, ਹਨਾ। ਉਹ ਬਹੁਤ ਗਰੀਬ ਪਰਿਵਾਰ 'ਚ ਪੈਦਾ ਹੋਏ, ਪਰ ਬੜਾ ਦਿਮਾਗ ਸੀ ਉਹਨਾਂ ਦਾ, ਬੜੇ ਤਕੜੇ ਸਾਇੰਟਿਸਟ ਬਣੇ ਨੇ ਉਹ। ਤਾਂ ਉਹ ਕੀ ਨੇ, ਇੱਕ ਐਕਸਟਰਾ ਆਰਡੀਨਰੀ ਚਿਲਡਰਨ ਸੀਗੇ, ਗਿਫਟਿਡ ਚਿਲਡਰਨ ਸੀਗੇ। ਡਾਕਟਰ ਮਨਮੋਹਨ ਸਿੰਘ ਜੀ ਨੂੰ ਲਾ ਲਓ, ਠੀਕ ਹੈ। ਜਿੰਨੇ ਵੀ ਆਪਣੇ ਮਤਲਬ ਕਿ ਸਾਇੰਟਿਸਟ ਹੋਏ ਹੈ,
ਪਲੇਅਰ ਹੋਏ ਹੈ, ਧਿਆਨ ਚੰਦ ਜੀ ਹੋਏ ਹੈ, ਕੱਲ ਹੀ ਮੈਨੂੰ ਲੱਗਦਾ ਨੈਸ਼ਨਲ ਸਪੋਰਟਸ ਡੇ ਲੰਘਿਆ। ਧਿਆਨ ਚੰਦ ਵੀ ਕੀ ਸੀਗੇ, ਇੱਕ ਐਵਰੇਜ ਫੈਮਿਲੀ ਵਿੱਚੋਂ ਮਤਲਬ ਜਾਂ ਮਿਡਲ ਫੈਮਿਲੀ ਵਿੱਚੋਂ ਕੀ ਬਿਲੋਂਗ ਕਰਦੇ ਸੀਗੇ, ਪਰ ਉਹਨਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਤਾਂ ਇਹੋ ਜਿਹੇ ਬੱਚੇ ਕੀ ਹੁੰਦੇ ਰਾਜੇ, ਆਪਣੇ ਗੋਡ ਗਿਫਟਿਡ ਕਹਿ ਲਓ ਜਾਂ ਗਿਫਟਿਡ ਜਾਂ ਐਕਸਟਰਾਆਰਡੀਨਰੀ ਚਿਲਡਰਨ ਹੁੰਦੇ ਆ। ਇਹੋ ਜਿਹੇ ਬੱਚਿਆਂ ਨੂੰ ਕੀ ਹੁੰਦੀ ਹੈ, ਸਪੈਸ਼ਲ ਨੀਡ ਦੀ ਜ਼ਰੂਰਤ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਉਹਨਾਂ ਦੇ ਵਿੱਚ ਟੈਲੈਂਟ ਹੈਗਾ ਉਹਨੂੰ ਅੱਗੇ ਲੈ ਕੇ ਆਉਣਾ ਹੁੰਦਾ ਹੈ। ਉਹ ਅੱਗੇ ਤਾਂ ਹੀ ਆਊਗਾ ਜੇ ਆਪਾਂ ਉਹਨਾਂ ਨਾਲ ਸਪੈਸ਼ਲ ਇੰਟਰੈਕਸ਼ਨ ਹੋਊਗੀ ਆਪਣੀ। ਨੈਕਸਟ ਗੱਲ ਕਰਦੇ ਹਾਂ ਜੀ। ਨੈਕਸਟ ਆ ਗਿਆ ਜੀ, ਕਹਿੰਦਾ ਚਿਲਡਰਨ ਵਿਦ ਦਾ ਲਰਨਿੰਗ ਡਿਸਐਬਿਲਿਟੀ। ਹੁਣ ਕਈ ਬੱਚੇ, ਹੁਣ ਦੇਖੋ ਹੁਣ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੀ ਸੀ ਉਹ ਬੱਚੇ ਆ ਗਏ। ਹੁਣ ਕਈ ਬੱਚੇ ਹੁੰਦੇ ਆ ਵਿਚਾਰੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਲਰਨਿੰਗ ਦੇ ਵਿੱਚ, ਜਿਨ੍ਹਾਂ ਨੂੰ ਸਿੱਖਣ ਦੇ ਵਿੱਚ ਅਯੋਗਤਾ ਹੁੰਦੀ ਹੈ। ਹੁਣ ਸਿੱਖਣ ਦੇ ਵਿੱਚ ਅਯੋਗਤਾ ਕਿਵੇਂ ਹੁੰਦੀ ਹੈ, ਵੈਸੇ ਮੈਂ ਅੱਗੇ ਜਾ ਕੇ ਤੁਹਾਨੂੰ ਇਹ ਪ੍ਰੋਪਰਲੀ ਸਾਰੇ ਦੀ ਕੈਟਾਗਰੀਜ਼ ਕਰਾਉਂਗਾ, ਬਟ ਤੁਹਾਨੂੰ ਮੈਂ ਥੋੜਾ ਜਿਹਾ ਦੱਸ ਦਿੰਦਾ। ਤੁਸੀਂ ਤਾਰੇ ਜ਼ਮੀਨ ਤੇ ਜਿਹੜੀ ਫਿਲਮ ਹੈਗੀ ਹੈ, ਅਮੀਰ ਖਾਨ ਤੇ ਇੱਕੋ ਬੱਚਾ ਹੁੰਦਾ ਹੈ, ਉਸ ਬੱਚੇ ਦੇ ਪੇਰੈਂਟਸ ਉਸ ਨੂੰ ਮਤਲਬ ਕਿ ਉੱਤੇ ਬਹੁਤ ਗੁੱਸਾ ਹੁੰਦੇ ਆ, ਤੂੰ ਪੜ੍ਹਦਾ ਨਹੀਂ ਲਿਖਦਾ ਨਹੀਂ, ਬਟ ਉਹ ਬੱਚੇ ਨੂੰ ਇੱਕ ਪ੍ਰੋਬਲਮ ਹੁੰਦੀ ਹੈ। ਕਿਹੜੀ ਪ੍ਰੋਬਲਮ ਹੁੰਦੀ ਹੈ, ਲਰਨਿੰਗ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ, ਠੀਕ ਹੈ, ਰੀਡਿੰਗ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਸਾਹਮਣੇ ਜਿਹੜੇ ਅੱਖਰ ਹੁੰਦੇ ਆ ਜੰਪਿੰਗ ਕਰਦੇ ਹੁੰਦੇ ਆ, ਠੀਕ ਹੈ। ਤਾਂ ਉਹ ਜਿਹੇ ਬੱਚੇ ਜਿਨ੍ਹਾਂ ਨੂੰ ਲਰਨਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਰਾਜੇ, ਉਹ ਵੀ ਕਿਹਦੇ ਅੰਡਰ ਆ ਜਾਣਗੇ, ਸਪੈਸ਼ਲ ਨੀਡ ਦੇ ਅੰਡਰ ਆ ਜਾਣਗੇ। ਨੈਕਸਟ ਅਗਰ ਮੈਂ ਦੇਖਾਂ, ਚਿਲਡਰਨ ਵਿਦ ਦਾ ਬਿਹੇਵੀਅਰਲ ਡਿਸਆਰਡਰ। ਹੁਣ ਕਈ ਬੱਚਿਆਂ ਦੇ ਜਿਹੜੇ ਵਿਵਹਾਰ ਹੁੰਦਾ ਰਾਜੇ, ਉਹ ਸੋਸ਼ਲ ਨਹੀਂ ਹੁੰਦਾਗਾ। ਉਹ ਬੱਚੇ ਡਰੇ ਡਰੇ ਸਹਿਮੇ ਸਹਿਮੇ ਰਹਿੰਦੇ ਆ, ਉਹ ਜ਼ਿਆਦਾ ਸੋਸ਼ਲ ਨਹੀਂ ਹੁੰਦੇਗੇ, ਠੀਕ ਹੈ। ਉਹੋ ਜਿਹੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਕੀ ਜ਼ਰੂਰਤ ਹੈ ਰਾਜੇ, ਸਪੈਸ਼ਲ ਨੀਡ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਅਗਲੀ ਕੈਟਾਗਰੀ ਆ ਗਈ ਫਿਜ਼ੀਕਲ ਚੈਲੰਜਡ ਚਿਲਡਰਨ। ਫਿਜ਼ੀਕਲ ਚੈਲੰਜ ਦੇ ਵਿੱਚ ਆ ਗਏ ਜਿਵੇਂ ਤੁਹਾਡੇ ਕਿਸੇ ਨੂੰ ਪੋਲੀਓ ਹੋਇਆ ਕਿਸੇ ਬੱਚੇ ਨੂੰ, ਜਾਂ ਉਹਦਾ ਬਚਪਨ ਦੇ ਵਿੱਚ ਜਨਮ ਦੇ ਵਿੱਚ ਕੋਈ ਸਰੀਰ ਦਾ ਅੰਗ ਘੱਟ ਵੱਧ ਹੈਗਾ, ਠੀਕ ਹੈ, ਜਾਂ ਕੋਈ ਉਹਨਾਂ ਨੂੰ ਕੋਈ ਮਤਲਬ ਹੋਰ ਪ੍ਰੋਬਲਮ ਹੈਗੀ ਹੈ। ਤਾਂ ਇਹ ਸਾਰੇ ਬੱਚੇ ਕਿਹਦੇ ਅੰਦਰ ਆ ਜਾਣਗੇ, ਤੁਹਾਡੇ ਫਿਜ਼ੀਕਲ ਚੈਲੰਜ ਚਿਲਡਰਨ ਦੇ ਅੰਡਰ ਆ ਜਾਣਗੇ, ਸਪੈਸ਼ਲ ਨੀਡ ਦੇ ਅੰਡਰ ਆ ਜਾਣਗੇ। ਨੈਕਸਟ ਆਪਾਂ ਦੇਖਦੇ ਹਾਂ, ਲਾਸਟ ਹੈਗਾ ਜੀ ਤੁਹਾਡੇ ਡੈਲੀਕੁਐਂਟ ਚਿਲਡਰਨ। ਡੈਲੀਕੁਐਂਟ ਚਿਲਡਰਨ ਹੁੰਦੇ ਜਿਨ੍ਹਾਂ ਨੇ ਕੋਈ ਨਾ ਕੋਈ ਗੁਨਾਹ ਕੀਤਾ ਹੁੰਦਾ ਹੈ। ਹੁਣ ਤੁਸੀਂ ਦੇਖਦੇ ਹੋਵੋਗੇ ਕਈ ਬੱਚੇ ਜਿਹੜੇ ਕਿ ਉਮਰ ਆਪਾਂ ਪਿੱਛੇ ਪੜ੍ਹਾ ਕੇ ਗਿਆ ਤੁਹਾਨੂੰ ਮੈਂ ਕਿ ਚਿਲਡਰਨ ਦੀ ਡੈਫੀਨੇਸ਼ਨ ਕੀ ਹੈ ਆਪਣੇ ਇੰਡੀਆ ਦੇ ਵਿੱਚ, ਜਿਹਦੀ ਉਮਰ 16 ਸਾਲ ਤੋਂ ਘੱਟ ਹੈ, ਹਨਾ। ਤੇ ਹੁਣ ਜਿਹੜੇ ਬੱਚੇ ਗੁਨਾਹਗਾਰ ਆ, ਮੰਨ ਲਓ ਉਹਨਾਂ ਤੋਂ ਜਾਣੇ ਅਣਜਾਣੇ ਵਿੱਚ ਕੋਈ ਗੁਨਾਹ ਹੋ ਗਿਆ, ਤਾਂ ਉਹਨਾਂ ਨੂੰ ਵੀ ਇੱਕ ਸਪੈਸ਼ਲ ਨੀਡ ਦੀ ਜ਼ਰੂਰਤ ਹੈ ਰਾਜੇ, ਸਪੈਸ਼ਲ ਕੇਅਰ ਦੀ ਜ਼ਰੂਰਤ ਹੈ। ਤਾਂ ਇਹ ਸਾਰੇ ਜਿਹੜੀ ਕੈਟਾਗਰੀਜ਼ ਹੈਗੀਆਂ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਰਾਜੇ। ਐਕਸਟਰਾ ਆਰਡੀਨਰੀ ਆ ਗਏ, ਠੀਕ ਹੈ, ਜਿਨ੍ਹਾਂ ਨੂੰ ਲਰਨਿੰਗ ਪ੍ਰੋਬਲਮ ਹੈ, ਬਿਹੇਵੀਅਰਲ ਪ੍ਰੋਬਲਮ ਹੈ, ਫਿਜ਼ੀਕਲ ਪ੍ਰੋਬਲਮ ਹੈ, ਡੈਲੀਕੁਐਂਟ ਚਿਲਡਰਨ ਨੇ, ਸਾਰੇ ਇਸ ਕੈਟਾਗਰੀ ਚ ਆ ਜਾਣਗੇ। ਪਲੀਜ਼ ਇਹਨੂੰ ਨੋਟ ਕਰ ਲਿਓ ਚਾਹੇ ਕਾਪੀ ਤੇ। ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ ਟਾਈਪ ਆਫ ਡਿਸੇਬਿਲਿਟੀਜ਼ ਕੱਢਦੇ ਹਾਂ ਵੀ ਕਿਹੜੀ ਕਿਹੜੀ ਪ੍ਰੋਬਲਮ ਹੋ ਸਕਦੀ, ਕਿਹੜੀ ਕਿਹੜੀ ਅਯੋਗਤਾ ਹੋ ਸਕਦੀ ਹੈ ਬੱਚੇ ਦੇ ਵਿੱਚ। ਸਭ ਤੋਂ ਪਹਿਲਾਂ ਹੋ ਸਕਦੀ ਹੈ ਵਿਜ਼ੂਅਲ। ਵਿਜ਼ੂਅਲ ਦਾ ਮਤਲਬ ਹੁੰਦਾ ਦੇਖਣ ਦੀ ਕਮਜ਼ੋਰੀ। ਹੁਣ ਕਈਆਂ ਨੂੰ ਬੇਟੇ ਅਧਰੰਗ ਹੁੰਦਾ ਹੈ, ਠੀਕ ਹੈ, ਕਈਆਂ ਦੀ ਅੱਖਾਂ ਦੇ ਵਿੱਚ ਲੋ ਵਿਜ਼ਨ ਪ੍ਰੋਬਲਮ ਹੁੰਦੀ ਹੈ। ਹੁਣ ਇੱਕ ਤੁਸੀਂ ਫਿਲਮ ਦੇਖੀ ਹੋਗੀ, ਫਿਲਮ ਦੇ ਵਿੱਚ ਨਾਲ ਮੈਂ ਕੋਰਿਲੇਟ ਤਾਂ ਕਰ ਰਿਹਾ, ਆਪਾਂ ਨੂੰ ਫਿਲਮਾਂ ਯਾਦ ਰਹਿ ਜਾਂਦੀਆਂ। ਇੱਕ ਫਿਲਮ ਆਈ ਸੀ ਕਾਦਰ ਖਾਨ ਦੀ, ਹੁਣ ਮੈਨੂੰ ਨਾਮ ਤਾਂ ਯਾਦ ਨਹੀਂ ਹੈਗਾ ਕਿਉਂਕਿ ਮੈਂ ਫਿਲਮਾਂ ਬਹੁਤ ਘੱਟ ਦੇਖਦਾ, ਪਰ ਮੈਂ ਚਲੋ ਜਦੋਂ ਚੈਨਲ ਘੱਟ ਹੁੰਦੇ ਸੀਗੇ, ਦੂਰਦਰਸ਼ਨ ਨਹੀਂ ਹੁੰਦਾ ਸੀ, ਉਦੋਂ ਦੇਖਦੇ ਹੁੰਦੇ ਸੀਗੇ ਛੋਟੇ ਹੁੰਦੇ। ਉਹ ਕੀ ਸੀਗਾ ਜੀ, ਉਹਨੂੰ ਸ਼ਾਮ ਨੂੰ 4 ਵਜੇ ਤੋਂ ਬਾਅਦ ਦਿਖਣਾ ਬੰਦ ਹੋ ਜਾਂਦਾ ਸੀਗਾ। ਸਵੇਰੇ ਸਹੀ ਦਿਖਦਾ ਸੀਗਾ ਲੇਕਿਨ ਸ਼ਾਮ ਨੂੰ 4-5 ਵਜੇ ਤੋਂ ਬਾਅਦ ਉਹਨੂੰ ਦਿਖਣਾ ਬੰਦ ਹੋ ਜਾਂਦਾ ਸੀਗਾ। ਤਾਂ ਇਦਾਂ ਦੀਆਂ ਪ੍ਰੋਬਲਮ ਹੁੰਦੀਆਂ ਰਾਜੇ, ਵਿਜ਼ੂਅਲ ਜਿਹੜੀਆਂ ਮਤਲਬ ਕਿ ਅੱਖਾਂ ਦੇ ਨਾਲ ਰਿਲੇਟਡ ਹੁੰਦੀਆਂ। ਤਾਂ ਇਹ ਸਾਰੀ ਕੀ ਆ ਜਾਣਗੀਆਂ ਤੁਹਾਡੀਆਂ ਟਾਈਪ ਆਫ ਡਿਸਐਬਿਲਿਟੀਜ਼ ਆ ਜਾਣਗੀਆਂ। ਨੈਕਸਟ ਹੈਗਾ ਆਪਣੀ ਹੀਰਿੰਗ, ਸੁਣ ਦੀ ਪ੍ਰੋਬਲਮ ਹੋ ਗਈ ਆਪਣੀ, ਕੋਈ ਮੰਨ ਲਓ ਹੋ ਸਕਦਾ ਕਿਸੇ ਨੂੰ ਬਹਿਰਾ ਹੋਵੇ ਜਾਂ ਉੱਚਾ ਸੁਣਦਾ ਹੋਵੇ। ਨੈਕਸਟ ਹੈਗਾ ਜੀ ਆਪਣਾ ਲੋਕੋਮੋਟਰ, ਵੈਰੀ ਵੈਰੀ ਇੰਪੋਰਟੈਂਟ ਹੈ ਰਾਜੇ ਦੋਨੇ ਇਹ ਵਰਡ, ਲੋਕੋਮੋਟਰ ਤੇ ਇੱਕ ਆਪਣਾ ਜਿਹੜੀ ਹੈਗੀ ਹੈ ਸੈਰੀਬਰਲ ਪਾਲਸੀ, ਠੀਕ ਹੈ। ਸੈਰੀਬਰਲ ਪਾਲਸੀ ਤੇ ਲੋਕੋਮੋਟਰ ਇਹ ਬਹੁਤ ਪੁੱਛੇ ਜਾਂਦੇ ਰਾਜੇ ਐਗਜ਼ਾਮ ਦੇ ਵਿੱਚ। ਹੁਣ ਇਹ ਹੁੰਦੇ ਕੀ ਹੈ ਮੈਂ ਅੱਗੇ ਜਾ ਕੇ ਪੜਾਉਂਗਾ। ਲੋਕੋਮੋਟਰ ਜਾਂ ਇਹ ਜਿਹੜੀ ਸਾਰੀ ਹੈਗੀ ਹੈ ਪਾਲਿਸੀ ਹੈਗੀ ਹੈ, ਇਹ ਆਪਣੇ ਸਰੀਰ ਫਿਜ਼ੀਕਲੀ ਰਿਲੇਟਡ ਹੈ ਪ੍ਰੋਬਲਮ ਹੈ। ਇਹ ਤੁਹਾਨੂੰ ਮੈਂ ਦੱਸੂਗਾ ਵੀ ਕੀ ਹੁੰਦੀ ਹੈ, ਤੁਹਾਨੂੰ ਪਿਕਚਰ ਵੀ ਦਿਖਾਉਂਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ ਮੈਂਟਲ ਜਾਂ ਮੈਂਟਲ ਇਲਨੈਸ ਦੀ ਗੱਲ ਕਰਦੇ ਆਪਾਂ, ਦਿਮਾਗੀ ਕਮਜ਼ੋਰੀ ਜਾਂ ਮਾਨਸਿਕਤਾ। ਜੇ ਕਈ ਬੱਚੇ ਦਿਮਾਗ ਤੋਂ ਹੀ ਵਿਚਾਰੇ ਇੰਨਾ ਸੋਚ ਨਹੀਂ ਸਕਦੇ ਕਿ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ, ਖਾ ਪੀ ਨਹੀਂ ਸਕਦੇ, ਟਾਇਲਟ ਨਹੀਂ ਜਾ ਸਕਦੇ, ਹਨਾ, ਉਹ ਸਾਰੇ ਬੱਚੇ ਜਿਹੜੇ ਮੈਂਟਲੀ ਡਿਸਆਰਡਰ ਦੇ ਵਿੱਚ ਆਉਂਦੇ ਆ, ਉਹ ਸਾਰੇ ਇਸ ਕੈਟਾਗਰੀ ਚ ਆ ਜਾਣਗੇ। ਇਹ ਸਾਰੀਆਂ ਕੀ ਨੇ ਤੁਹਾਡੀਆਂ ਡਿਸਐਬਿਲਿਟੀਜ਼ ਨੇ, ਜਿਹੜੀਆਂ ਕਮਜ਼ੋਰੀਆਂ ਨੇ ਬੱਚਿਆਂ ਦੇ ਵਿੱਚ ਪਾਈਆਂ ਜਾਂਦੀਆਂ। ਇਹ ਸਾਰੇ ਬੱਚੇ ਸਪੈਸ਼ਲ ਨੀਡ ਦੇ ਅੰਡਰ ਆਉਂਦੇ ਆ। ਨੈਕਸਟ ਆਪਾਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੀ ਆਪਣੀ ਹੈਗੀ ਹੈ ਰਾਜੇ, ਉਹ ਹੈਗੀ ਹੈ ਚਿਲਡਰਨ ਵਿਦ ਲਰਨਿੰਗ ਡਿਸਐਬਿਲਿਟੀਜ਼। ਇਹ ਸਭ ਤੋਂ ਇੰਪੋਰਟੈਂਟ ਹੈ ਰਾਜੇ, ਇੱਥੇ ਵਿੱਚ ਕੁਐਸਚਨ ਬਹੁਤ ਆਉਂਦੇ ਆ। ਘੱਟੋ ਘੱਟ ਮੈਂ ਕਹਿੰਦਾ ਜੇ ਆਪਾਂ ਗੱਲ ਕਰੀਏ ਇਸ ਟੌਪਿਕ ਤੋਂ ਅਗਰ ਕੁਐਸਚਨ ਆਣਗੇ 4 ਕੁਐਸਚਨ ਆਣਗੇ ਤਾਂ 3 ਕੁਐਸਚਨ ਤੁਹਾਡੇ ਇਹ ਲਰਨਿੰਗ ਤੋਂ ਆਣਗੇ। ਉਹਦਾ ਕਾਰਨ ਕੀ ਹੈ ਰਾਜੇ, ਉਹ ਮੈਂ ਤੁਹਾਨੂੰ ਦੱਸਦਾ। ਹੁਣ ਨੈਕਸਟ ਆਪਾਂ ਪੜ੍ਹਦੇ ਹਾਂ 1 ਬਾਈ 1 ਸਾਰਿਆਂ ਨੂੰ, ਇਹਨਾਂ ਨੂੰ ਕੀ ਕਰਦੇ ਹਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਚਿਲਡਰਨ ਵਿਦ ਲਰਨਿੰਗ ਡਿਸਐਬਿਲਿਟੀਜ਼, ਠੀਕ ਹੈ। ਲਰਨਿੰਗ ਦੇ ਵਿੱਚ ਕੀ ਕੀ ਪ੍ਰੋਬਲਮ ਆ ਸਕਦੀਆਂ, ਕੁਝ ਟੈਕਨੀਕਲ ਟਰਮਸ ਹੈ ਤੁਸੀਂ ਪੜ੍ਹਨੀਆਂ ਨੇ। ਪਹਿਲਾ ਹੈਗਾ ਜੀ ਡਿਸਲੈਕਸੀਆ। ਡਿਸਲੈਕਸੀਆ ਕੀ ਹੁੰਦਾ ਰਾਜੇ, ਡਿਸਲੈਕਸੀਆ ਹੈਗਾ ਜੀ ਰੀਡਿੰਗ ਪ੍ਰੋਬਲਮ।
ਹੁਣ ਕਈ ਬੱਚੇ ਇਦਾਂ ਦੇ ਹੁੰਦੇ ਆ, ਤੁਹਾਨੂੰ ਮੈਂ ਵਾਰ-ਵਾਰ ਉਹੀ ਗੱਲ ਮੈਂ ਐਗਜ਼ਾਮਪਲ ਦੇ ਰਿਹਾ ਤਾਰੇ ਜ਼ਮੀਨ ਵਾਲੀ, ਅਮੀਰ ਖਾਨ ਦੀ ਫਿਲਮ ਵਾਲੀ। ਉਹ ਬੱਚੇ ਨੂੰ ਲਿਖਣ 'ਚ ਪ੍ਰੋਬਲਮ ਆਊਗੀ ਰਾਜੇ। ਲਿਖਣ 'ਚ ਕੀ ਪ੍ਰੋਬਲਮ ਆ ਸਕਦੀ ਆ? ਉਹ ਡੀ ਨੂੰ ਬੀ ਪੜ੍ਹ ਸਕਦਾ ਹੈ, ਠੀਕ ਹੈ, ਡੀ ਨੂੰ ਕੀ ਪੜ੍ਹ ਸਕਦਾ? ਬੀ ਪੜ੍ਹ ਸਕਦਾ ਹੈ। ਜਿਵੇਂ ਹੁਣ ਮੈਂ ਉਹਨੂੰ ਕਹਾਂ ਡਨ ਲਿਖ, ਉਹ ਕੀ ਲਿਖ ਦੇਗਾ? DOEN, ਇਸ ਤਰ੍ਹਾਂ ਲਿਖ ਸਕਦਾ ਹੈ। ਜਾਂ ਉਹ ਲਿਖ ਸਕਦਾ ਹੈ DODEN, ਕੁਛ ਵੀ ਲਿਖ ਸਕਦਾ ਹੈ। ਕਹਿਣ ਦਾ ਮਤਲਬ ਉਹਨੂੰ ਰੀਡਿੰਗ ਦੀ ਪ੍ਰੋਬਲਮ ਆ ਸਕਦੀ ਹੈ। ਲਿਖਣ ਦਾ ਮਤਲਬ, ਕਹਿਣ ਦਾ ਮਤਲਬ ਪੜ੍ਹਨ ਦਾ, ਰੀਡ ਕਰਨ ਦੇ ਵਿੱਚ ਉਹਨੂੰ ਪ੍ਰੋਬਲਮ ਆ ਸਕਦੀ ਹੈ। ਤਾਂ ਜਿਹੜੀ ਰੀਡ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਕਿਸੇ ਬੱਚੇ ਨੂੰ, ਜਿਹੜੀ ਪ੍ਰੋਬਲਮ ਹੁੰਦੀ ਉਹਨੂੰ ਕਹਿ ਦਿੰਦੇ ਆ ਡਿਸਲੈਕਸੀਆ ਕਹਿ ਦਿੰਦੇ ਆ। ਤੁਹਾਨੂੰ ਡਾਇਰੈਕਟ ਕੀ ਆਊਗਾ ਕੁਐਸਚਨ ਕਿ ਦਾ ਵਰਡ ਡਿਸਲੈਕਸੀਆ ਡਿਸਕ੍ਰਾਈਬ ਦਾ ਫੋਲੋਇੰਗ। ਤਾਂ ਉੱਥੇ 4 ਸਟੇਟਮੈਂਟ ਦਿੱਤੀਆਂ ਹੋਣਗੀਆਂ, ਤੁਹਾਨੂੰ ਦੱਸਣਾ ਹੋਊਗਾ ਵੀ ਡਿਸਲੈਕਸੀਆ ਦਾ ਬੈਸਟ ਸੂਟੇਬਲ ਜਿਹੜੀ ਆਪਸ਼ਨ ਕਿਹੜੀ ਹੈਗੀ ਹੈ। ਡਿਸਲੈਕਸੀਆ ਦਾ ਮਤਲਬ ਕੀ ਹੁੰਦਾ ਹੈ, ਤਾਂ ਤੁਸੀਂ ਦਿਮਾਗ 'ਚ ਬਿਠਾ ਲਿਓ। ਡਿਸਲੈਕਸੀਆ ਦਾ ਮਤਲਬ ਕੀ ਹੁੰਦਾ? ਰੀਡਿੰਗ ਪ੍ਰੋਬਲਮ, ਠੀਕ ਹੈ, ਰੀਡਿੰਗ ਪ੍ਰੋਬਲਮ, ਇਹ ਯਾਦ ਰੱਖ ਲਿਓ, ਠੀਕ ਹੈ। ਹੁਣ ਤੁਹਾਨੂੰ ਮੈਂ ਦੱਸ ਦਿੰਦਾ ਜਿਹੜਾ ਡਿਸਲੈਕਸੀਆ DY ਜਿਹੜਾ S ਹੈ ਨਾ, ਇਹਦਾ ਮਤਲਬ ਕੀ ਹੁੰਦਾ? ਪੂਅਰ, ਮਤਲਬ ਕਮਜ਼ੋਰੀ, ਕਮਜ਼ੋਰੀ ਕਹਿ ਸਕਦੇ ਹਾਂ ਆਪਾਂ। ਅੱਗੇ ਆਪਾਂ ਗੱਲ ਕਰਦੇ ਹਾਂ, ਅਗਲਾ ਹੈਗਾ ਜੀ ਡਿਸਕੈਲਕੁਲੀਆ, ਠੀਕ ਹੈ। ਕੈਲਕੁਲੀਆ ਦਾ ਮਤਲਬ ਕੀ ਹੁੰਦਾ ਹੈ? ਕੈਲਕੂਲੇਸ਼ਨ ਕਰਨੀ, ਕੈਲਕੂਲਸ ਮੈਥ ਤੁਸੀਂ ਪੜ੍ਹਦੇ ਹੋਵੋਗੇ, ਕੈਲਕੂਲੇਸ਼ਨ ਕਰਨੀ, ਠੀਕ ਹੈ। ਕੈਲਕੂਲੇਸ਼ਨ ਦਾ ਮਤਲਬ ਕੀ ਹੁੰਦਾ? ਆਪਾਂ ਗਣਨਾ ਕਰਦੇ ਹਾਂ। ਤਾਂ ਡਿਸਕੈਲਕੁਲੀਆ ਦਾ ਮਤਲਬ ਹੈਗਾ ਵੀ ਡਿਫਿਕਲਟੀ ਇਨ ਮੈਥ। ਹੁਣ ਤੁਸੀਂ ਦੇਖਦੇ ਹੋਵੋਗੇ, ਆਪਾਂ ਛੋਟੇ ਹੁੰਦੇ ਆਪਾਂ ਨੂੰ ਸਮਝ ਦੇ ਦਿੰਦੇ ਸੀਗੇ ਟੀਚਰ ਕਿ ਹਾਂਜੀ 5 + 8 ਕਰ ਦਿਓ। ਤਾਂ ਆਪਾਂ ਕਾਪੀ ਨਹੀਂ, ਆਪਾਂ ਨੂੰ ਵਰਬਲੀ ਪੁੱਛ ਲੈਂਦੇ ਆ, ਖੜੇ ਕਹੋ ਬਈ ਹਾਂਜੀ ਫਲਾਨਾ ਬੱਚਾ ਖੜਾ ਹੋਵੇ ਕਲਾਸ ਦੇ ਵਿੱਚ, ਉਹ ਕਰੇ ਜੀ 5 + 8। ਤਾਂ ਆਪਾਂ ਦਿਮਾਗ ਦੇ ਵਿੱਚ ਕੀ ਕਰਨੀ ਹੁੰਦੀ ਹੈ? ਕੈਲਕੂਲੇਸ਼ਨ ਕਰਨੀ ਹੁੰਦੀ ਹੈ। ਪਰ ਅਜਿਹੇ ਬੱਚੇ ਜਿਹੜੇ ਡਿਸਕੈਲਕੁਲੀਆ ਤੋਂ ਕੀ ਹੋਣਗੇ? ਪ੍ਰਭਾਵਿਤ ਹੋਣਗੇ। ਉਹ ਬੱਚੇ ਇਸ ਤਰ੍ਹਾਂ ਨਹੀਂ ਕਰ ਸਕਦੇ, ਉਹਨਾਂ ਨੂੰ ਟਾਈਮ ਲੱਗਦਾ ਹੈ। ਤਾਂ ਕਹਿਣ ਦਾ ਮਤਲਬ ਮੈਥ ਦੇ ਵਿੱਚ ਡਿਫਿਕਲਟੀ ਆਉਂਦੀ ਹੈ, ਤਾਂ ਡਿਸਕੈਲਕੁਲੀਆ ਉਹਦਾ ਕੀ ਆ ਜਾਊਗਾ? ਆਨਸਰ ਆ ਜਾਊਗਾ। ਨੈਕਸਟ ਆਪਾਂ ਗੱਲ ਕਰਦੇ ਹਾਂ, ਦੇਖੋ DYS ਸਾਰਿਆਂ ਦੇ ਵਿੱਚ ਆ ਰਿਹਾ ਹੈ। DSA ਦਾ ਮਤਲਬ ਕੀ ਹੈ? ਕਮਜ਼ੋਰੀ, ਪੂਅਰ, ਠੀਕ ਹੈ। ਅੱਗੇ ਹੈਗਾ ਜੀ ਡਿਸਗ੍ਰਾਫੀਆ। ਗ੍ਰਾਫ ਦਾ ਮਤਲਬ ਕੀ ਹੁੰਦਾ? ਕੋਈ ਚੀਜ਼ ਵਾਉਣੀ, ਗ੍ਰਾਫ ਵਾਉਣਾ। ਤਾਂ ਇਹਦੇ ਵਿੱਚ ਕੀ ਹੈ? ਰਾਈਟਿੰਗ ਪ੍ਰੋਬਲਮ। ਇਸ ਤਰ੍ਹਾਂ ਯਾਦ ਰੱਖਣਾ, ਗ੍ਰਾਫ ਦਾ ਮਤਲਬ ਕੀ ਹੈ? ਰਾਈਟਿੰਗ। ਉਹਨਾਂ ਨੂੰ ਲਿਖਣ 'ਚ ਪ੍ਰੋਬਲਮ ਆਊਗੀ। ਜਿਵੇਂ ਹੁਣ ਮੰਨ ਲਓ ਇੱਕ ਬੱਚੇ ਨੂੰ ਆਪਾਂ ਕਹਿ ਦਈਏ ਰੀਡ ਕਰਨਾ, ਲਿਖ ਰੀਡ, ਉਹ ਰੀਡ ਨਹੀਂ ਲਿਖੂਗਾ, ਕੀ ਲਿਖ ਦੂਗਾ? REAB, ਜਾਂ ਕੁਝ ਲਿਖ ਦੂਗਾ RAEB, ਕੁਝ ਵੀ ਗਲਤ ਲਿਖ ਦੂਗਾ। ਤਾਂ ਕਹਿਣ ਦਾ ਮਤਲਬ ਜਿਹੜੀ ਰਾਈਟਿੰਗ ਪ੍ਰੋਬਲਮ ਆਊਗੀ ਉਹ ਕਿਹਦੇ ਵਿੱਚ ਆਊਗੀ? ਡਿਸਗ੍ਰਾਫੀਆ ਦੇ ਵਿੱਚ ਆਊਗੀ। ਨੈਕਸਟ ਆ ਗਿਆ ਜੀ ਤੁਹਾਡਾ ਡਿਸਪਲੈਕਸੀਆ। ਡਿਸਪਲੈਕਸੀਆ ਦਾ ਮਤਲਬ ਹੁੰਦਾ ਰਾਜੇ ਕੋਆਰਡੀਨੇਸ਼ਨ। ਹੁਣ ਦੇਖੋ ਆਪਣਾ ਦਿਮਾਗ ਆਪਾਂ ਨੂੰ ਕਹਿੰਦਾ ਹੈ ਵੀ ਹੱਥ ਉੱਪਰ ਕਰੋ, ਬੋਲੋ, ਕਿਸੇ ਦਾ ਜਵਾਬ ਦਿਓ, ਭੁੱਖ ਲੱਗੀ, ਆਪਣਾ ਦਿਮਾਗ ਦੱਸਦਾ ਹੈ। ਆਪਣਾ ਪੇਟ ਨਹੀਂ ਦੱਸਦਾ, ਆਪਣਾ ਦਿਮਾਗ ਦੱਸਦਾ ਕਿ ਆਪਾਂ ਨੂੰ ਭੁੱਖ ਲੱਗੀ ਹੈ। ਆਪਣਾ ਦਿਮਾਗ ਦੱਸਦਾ ਕਿ ਮੈਂ ਪਾਣੀ ਪੀਣਾ ਹੈ, ਠੀਕ ਹੈ। ਤਾਂ ਉਹ ਦਿਮਾਗ ਤੇ ਆਪਣੇ ਜਿਹੜੀ ਫਿਜ਼ੀਕਲ ਬੋਡੀ ਉਹਦੀ ਕੋਆਰਡੀਨੇਸ਼ਨ ਹੁੰਦੀ ਹੈ। ਪਰ ਅਜਿਹੇ ਬੱਚੇ ਉਸ ਕੋਆਰਡੀਨੇਸ਼ਨ ਦੇ ਵਿੱਚ ਕੀ ਹੁੰਦੇ? ਵੈਰੀ ਪੂਅਰ ਹੁੰਦੇ ਆ। ਉਹ ਬਹੁਤ ਲੇਟ ਉਹਨਾਂ ਨੂੰ ਸਮਝ ਆਉਂਦੀ ਹੈ। ਹੁਣ ਕਈਆਂ ਨੂੰ ਇਹ ਪ੍ਰੋਬਲਮ ਹੁੰਦੀ ਹੈ, ਉਹ ਮਤਲਬ ਕਿ ਜਿਵੇਂ ਮੰਨ ਲਓ ਤੁਰ ਰਹੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਪੌੜੀ ਆ ਗਈ। ਉਹ ਡਿਸੀਜਨ ਨਹੀਂ ਲੈ ਪਾਉਂਦੇ ਕਿ ਅੱਗੇ ਪੌੜੀ ਹੈ ਜਾਂ ਨਹੀਂ ਹੈਗੀ। ਉਹ ਗਿਰ ਵੀ ਸਕਦੇ ਆ, ਜਾਂ ਉਹ ਬੈੱਡ ਤੇ ਬੈਠਣ ਲੱਗੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਬੈੱਡ ਦੇ ਬਿਲਕੁਲ ਨੇੜੇ ਜਾ ਕੇ ਬੈਠ ਰਿਹਾ ਕਿ ਪਹਿਲਾਂ ਹੀ ਬੈਠ ਰਿਹਾ। ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ, ਉਹਨੂੰ ਕਹਿ ਦਿੰਦੇ ਡਿਸਪਲੈਕਸੀਆ ਕਹਿ ਦਿੰਦੇ ਆ। ਤਾਂ ਲਾਸਟ ਵਨ ਹੈਗਾ ਜੀ ਡਿਸਫੈਸੀਆ। ਡਿਸਫੈਸੀਆ ਦਾ ਮਤਲਬ ਹੁੰਦਾ ਰਾਜੇ ਲੈਂਗੁਏਜ ਪ੍ਰੋਬਲਮ, ਠੀਕ ਹੈ। ਲੈਂਗੁਏਜ ਪ੍ਰੋਬਲਮ ਦਾ ਮਤਲਬ ਕੀ ਹੋ ਗਿਆ? ਜਿਵੇਂ ਬੋਲਣ ਦੇ ਵਿੱਚ ਪ੍ਰੋਬਲਮ ਆਊਗੀ, ਉਹਨਾਂ ਨੂੰ ਲੋਕਾਂ ਸਾਹਮਣੇ ਆਪਣੀ ਗੱਲ ਐਕਸਪ੍ਰੈਸ ਨਹੀਂ ਕਰ ਸਕਦੇ। ਹੁਣ ਜਿਵੇਂ ਮੰਨ ਲਓ ਤੁਸੀਂ ਉਹਨੂੰ ਪੁੱਛੋਗੇ, ਜਾਂ ਤੁਸੀਂ ਮੰਨ ਲਓ ਉਹਨੂੰ ਪੁੱਛਣਾ ਤੂੰ ਕਿੱਥੇ ਰਹਿਣਾ ਹੈ, ਉਹ ਤੁਹਾਨੂੰ ਆਪਣਾ ਐਡਰੈਸ ਨਹੀਂ ਦੱਸ ਸਕਦੇ, ਠੀਕ ਹੈ। ਜੇ ਦੱਸਣਗੇ ਵੀ ਤਾਂ ਉਹਦੇ ਵਿੱਚ ਟਾਈਮ ਲਾਉਣਗੇ। ਕਹਿਣ ਦਾ ਮਤਲਬ ਉਹਨਾਂ ਨੂੰ ਲੈਂਗੁਏਜ ਦੇ ਵਿੱਚ, ਸੰਚਾਰ ਦੇ ਵਿੱਚ ਪ੍ਰੋਬਲਮ ਆਊਗੀ, ਕਮਿਊਨੀਕੇਸ਼ਨ ਦੇ ਵਿੱਚ ਪ੍ਰੋਬਲਮ ਆਊਗੀ। ਤੇ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਹੈਗੀਆਂ ਰਾਜੇ ਲਰਨਿੰਗ ਡਿਸੇਬਿਲਿਟੀਜ਼ ਦੇ ਨਾਲ ਰਿਲੇਟਡ ਨੇ। ਪਲੀਜ਼ ਇਹਦਾ ਲੈ ਲਓ ਸਕਰੀਨਸ਼ਾਟ, ਇਹਦਾ ਵਾਰ-ਵਾਰ ਤੁਸੀਂ ਇਹਨੂੰ ਦੇਖਣਾ, ਇੱਥੋਂ ਹੀ ਕੁਐਸਚਨ ਤੁਹਾਡਾ ਬਣਨਾ ਹੈ 101%। ਤੁਸੀਂ ਮੇਰੀ ਗੱਲ ਯਾਦ ਰੱਖਿਓ, ਬਾਅਦ ਤੁਸੀਂ ਪਛਤਾਓਗੇ ਜੇ ਤੁਸੀਂ ਨਹੀਂ ਕਰ ਰਹੇ ਇਸ ਤਰ੍ਹਾਂ, ਠੀਕ ਹੈ। ਤਾਂ ਇਹ ਹੋ ਗਿਆ ਤੁਹਾਡਾ ਡਿਸਲੈਕਸੀਆ, ਡਿਸਕੈਲਕੁਲੀਆ, ਡਿਸਗ੍ਰਾਫੀਆ, ਡਿਸਪਲੈਕਸੀਆ, ਡਿਸਪੈਸੀਆ। ਇਹ ਸਾਰਾ ਕੁਝ ਤੁਸੀਂ ਪੜ੍ਹ ਲੈਣਾ। ਇਹ ਹੈਗੇ ਜੀ ਚਿਲਡਰਨ ਵਿਦ ਲਰਨਿੰਗ ਡਿਸਏਬਿਲਿਟੀਜ਼। ਹੁਣ ਨੈਕਸਟ ਕੈਟਾਗਰੀ ਆਪਾਂ ਪੜ੍ਹਦੇ ਹਾਂ। ਨੈਕਸਟ ਕੈਟਾਗਰੀ ਆ ਗਈ ਆਪਣੇ ਕੋਲੇ ਫਿਜ਼ੀਕਲ ਡਿਸਏਬਿਲਿਟੀਜ਼, ਫਿਜ਼ੀਕਲ ਕਮਜ਼ੋਰੀ। ਹੁਣ ਫਿਜ਼ੀਕਲ ਕਮਜ਼ੋਰੀ ਤੁਹਾਨੂੰ ਮੈਂ ਦੱਸਿਆ ਸਭ ਤੋਂ ਜਿਹੜੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਵਾਸਤੇ ਉਹ ਹੈਗੀ ਹੈ ਲੋਕੋਮੋਟਰ। ਲੋਕੋਮੋਟਰ ਦੇ ਵਿੱਚ ਕੀ ਹੁੰਦਾ? ਰਾਜੇ ਕਹਿੰਦਾ ਅਕੋਰਡਿੰਗ ਟੂ ਦਾ ਪਰਸਨ ਵਿਦ ਡਿਸਏਬਿਲਿਟੀਜ਼ ਐਕਟ, ਇੱਕ ਐਕਟ ਹੈ ਰਾਜੇ ਆਇਆ ਹੋਇਆ, ਠੀਕ ਹੈ ਜੀ। ਐਕਟ ਹੈਗਾ ਉਹ 1995 ਐਕਟ ਬੋਲਦੇ ਆ, ਜਿਹੜਾ ਕਿ ਡਿਸਏਬਿਲਿਟੀਜ਼ ਦੇ ਨਾਲ ਡੀਲ ਕਰਦਾ। ਉਹਦੇ ਵਿੱਚ ਲੋਕੋਮੋਟਰ ਡਿਸੇਬਿਲਿਟੀਜ਼ ਦਾ ਮੀਨਿੰਗ ਕੀ ਹੈ ਰਾਜੇ? ਕਹਿੰਦਾ ਜਿਹੜੀ ਡਿਸੇਬਿਲਿਟੀ ਕਿਹਦੇ ਵਿੱਚ ਹੁੰਦੀ ਹੈ? ਬੋਨਸ ਦੇ ਵਿੱਚ ਹੁੰਦੀ ਹੈ। ਡਿਸੇਬਿਲਿਟੀਜ਼ ਦਾ ਮਤਲਬ ਹੁੰਦਾ ਕਮਜ਼ੋਰੀ, ਜਿਹੜੀ ਆਪਣੀ ਹੱਡੀਆਂ ਦੇ ਵਿੱਚ ਕਮਜ਼ੋਰੀ ਆ ਗਈ। ਜੁਆਇੰਟ ਜਿਹੜੇ ਆਪਣੇ, ਠੀਕ ਹੈ, ਜੁਆਇੰਟ ਜਿਹੜੇ ਆਪਣੇ ਜੋੜ ਹੱਡੀਆਂ ਦੇ, ਠੀਕ ਹੈ, ਜਿਵੇਂ ਆਪਣੇ ਕੂਹਣੀ ਦਾ ਜੋੜ ਹੁੰਦਾ ਹੈ, ਗੋਡੇ ਦਾ ਜੋੜ ਹੁੰਦਾ ਹੈ, ਮਸਲਸ ਆਪਣੇ ਮਾਸਪੇਸ਼ੀਆਂ, ਜਿਹੜੀ ਇਹਨਾਂ ਦੇ ਵਿੱਚ ਕਮਜ਼ੋਰੀ ਹੋਊਗੀ ਰਾਜੇ, ਉਹ ਜਿਹੜੀ ਇਹਨਾਂ ਕਾਰਨ ਕਮਜ਼ੋਰੀ ਆ ਰਹੀ ਹੈ ਉਹਨੂੰ ਕਹਿ ਦਿੰਦੇ ਲੋਕੋਮੋਟਰ ਡਿਸੇਬਿਲਿਟੀਜ਼ ਕਹਿ ਦਿੰਦੇ ਆ, ਠੀਕ ਹੈ। ਜਾਂ ਫਿਰ ਆਪਾਂ ਕਹਿੰਦਾ ਅਧਰੰਗ ਕਹਿ ਸਕਦੇ ਹਾਂ, ਜਾਂ ਅਧਰੰਗ ਕਿਸੇ ਵੀ ਰੂਪ ਦੇ ਵਿੱਚ ਆਪਾਂ ਨੂੰ ਅਧਰੰਗ ਹੋ ਜਾਂਦਾ ਹੈ। ਤੁਸੀਂ ਦੇਖਦੇ ਆ ਕਈਆਂ ਨੂੰ ਅਧਰੰਗ ਹੋ ਜਾਂਦਾ ਹੈ।
ਉਹਨੂੰ ਆਪਾਂ ਕਹਿ ਦਿੰਦੇ ਆ ਸੈਰੀਬਰਲ ਪਾਲਸੀ ਕਹਿ ਦਿੰਦੇ ਆ। ਤੇ ਦੋਨੇ ਟਰਮ ਕੀ ਨੇ, ਦੋਨੇ ਜਿਹੜੀਆਂ ਹੈਗੀਆਂ ਨੇ ਬੋਨ ਦੇ ਨਾਲ ਰਿਲੇਟਡ ਨੇ ਰਾਜੇ, ਤੁਹਾਡੀਆਂ ਲੋਕੋਮੋਟਰ ਤੇ ਸੈਰੀਬਰਲ ਪਾਲਸੀ। ਠੀਕ ਹੈ ਜੀ। ਤਾਂ ਗੱਲ ਕਰਦੇ ਹਾਂ ਜੀ ਆਪਾਂ, ਆ ਦੇਖੋ ਜਿਹੜੀ ਹੁਣ ਲੋਕੋਮੋਟਰ ਹੈਗੀ ਹੈ ਉਹ ਕਿਸੇ ਤਰ੍ਹਾਂ ਵੀ ਹੋ ਸਕਦੀ ਹੈ, ਕਿਸੇ ਨੂੰ ਘੱਟ ਹੁੰਦੀ ਹੈ, ਕਿਸੇ ਨੂੰ ਬਹੁਤ ਵੱਧ ਹੁੰਦੀ ਹੈ, ਇਹਨੂੰ ਬਹੁਤ ਜ਼ਿਆਦਾ ਹੈਗੀ ਬੱਚੇ ਨੂੰ, ਇਹਨੂੰ ਬਹੁਤ ਜ਼ਿਆਦਾ ਹੈਗੀ ਹੈ। ਤਾਂ ਕਹਿਣ ਦਾ ਮਤਲਬ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ, ਕਿਸੇ ਨੂੰ ਥੋੜੀ ਹੋਊਗੀ ਉਹ ਇਸ ਤਰ੍ਹਾਂ ਚੱਲੂਗਾ, ਕਿਸੇ ਨੂੰ ਜ਼ਿਆਦਾ ਹੋਊਗੀ ਉਹ ਇਸ ਤਰ੍ਹਾਂ ਚੱਲੂਗਾ, ਜਿਹਨੂੰ ਜ਼ਿਆਦਾ ਹੈਗੀ ਉਹ ਬੈਠ ਜਾਊਗਾ। ਤਾਂ ਇਹ ਤੁਹਾਡੀ ਕੀ ਹੈ ਜੀ, ਲੋਕੋਮੋਟਰ। ਠੀਕ ਹੈ ਜੀ, ਲੋਕੋਮੋਟਰ ਯਾਦ ਰੱਖਣੀ ਹੈ। ਦੇਖੋ ਲੋਕੋਮੋਟਰ ਦੇ ਵਿੱਚ ਅਲੱਗ-ਅਲੱਗ ਪ੍ਰੋਬਲਮ ਹੋ ਸਕਦੀ ਹੈ, ਕਿਸੇ ਨੂੰ ਕੱਲੀ ਦੇਖੋ ਇੱਕ ਛੜੀ ਨਾਲ ਚੱਲ ਰਿਹਾ, ਇਹ ਦੋਵਾਂ ਨਾਲ ਚੱਲ ਰਿਹਾ, ਇਹ ਇਸ ਤਰ੍ਹਾਂ ਚੱਲ ਰਹੀ ਹੈ, ਇਹ ਇਕੱਲਾ ਚੱਲ ਰਿਹਾ ਹੈ। ਦੇਖੋ ਅੱਖਾਂ, ਦੇਖੋ ਪ੍ਰੋਬਲਮ ਆ ਗਈ ਨਾ, ਮੈਂਟਲੀ ਪ੍ਰੋਬਲਮ। ਠੀਕ ਹੈ ਜੀ, ਫਿਜ਼ੀਕਲੀ ਪ੍ਰੋਬਲਮ। ਤਾਂ ਇਹ ਸਾਰੀ ਚੀਜ਼ਾਂ ਕੀ ਆ ਗਈਆਂ ਤੁਹਾਡੀਆਂ ਲੋਕੋਮੋਟਰ ਦੇ ਵਿੱਚ ਆ ਜਾਣਗੀਆਂ। ਕਲੀਅਰ ਹੈ ਜੀ। ਨੈਕਸਟ ਚੱਲਦੇ ਹਾਂ ਆਪਾਂ। ਨੈਕਸਟ ਤੁਹਾਡੀ ਆ ਗਈ ਰਾਜੇ ਦੇ ਵਿੱਚ ਫਿਜ਼ੀਕਲ ਦੇ ਵਿੱਚ ਅਗਲੀ ਜਿਹੜੀ ਪ੍ਰੋਬਲਮ ਹੁੰਦੀ ਹੈ ਰਾਜੇ, ਉਹ ਹੈਗੀ ਹੈ ਤੁਹਾਡੀ ਲੈਪਰੋਸੀ। ਲੈਪਰੋਸੀ ਦਾ ਮਤਲਬ ਹੁੰਦਾ ਕੋੜ। ਠੀਕ ਹੈ, ਕਿਊਰ ਦਾ ਮਤਲਬ ਹੁੰਦਾ ਜਿਹੜਾ ਉਸ ਚੀਜ਼ ਤੋਂ ਠੀਕ ਹੋ ਰਿਹਾ ਹੁੰਦਾ ਜਾਂ ਉਹਦੇ ਨਾਲ ਪ੍ਰਭਾਵਿਤ ਹੁੰਦਾ ਹੈ। ਹੁਣ ਲੈਪਰੋਸੀ ਦਾ ਮਤਲਬ ਕੀ ਹੈ, ਜਿਹੜਾ ਇਹ ਐਕਟ ਹੈਗਾ ਆਪਣਾ 1995, ਇਹ ਡਿਸਕ੍ਰਾਈਬ ਕਰਦਾ ਹੈ, ਕਹਿੰਦਾ ਜੀ ਐਨੀ ਪਰਸਨ ਹੂ ਹੈਜ਼ ਬੀਨ ਕਿਉਰਡ ਆਫ ਦਾ ਲੈਪਰੋਸੀ ਬਟ ਇਜ਼ ਸਫਰਿੰਗ ਫਰੋਮ। ਹੁਣ ਕਈ ਬੰਦੇ ਕੀ ਹੋ ਜਾਂਦੇ, ਆਪਾਂ ਕੀ ਕਰਦੇ ਆ, ਸਪੈਸ਼ਲ ਨੀਡ। ਹੁਣ ਆਪਾਂ ਕੋੜ ਹੋ ਜਾਂਦਾ, ਕਈ ਲੋਕ ਕੀ ਕਰਦੇ, ਤੁਸੀਂ ਸੁਣਿਆ ਹੋਊਗਾ, ਕੋੜੀ ਨੂੰ ਪਿੰਡ ਤੋਂ ਬਾਹਰ ਛੱਡ ਆਉਂਦੇ ਆ, ਉਹਨੂੰ ਅਲੱਗ ਘਰ ਬਣਾ ਦਿੰਦੇ ਆ, ਉਹਦੇ ਨਾਲ ਡੀਲ ਨਹੀਂ ਕਰਦੇ। ਕਈ ਤਾਂ ਲੋਕ ਉਹਨੂੰ ਰੋਟੀ ਵੀ ਨਹੀਂ ਦਿੰਦੇਗੇ। ਇਹ ਪੁਰਾਣੇ ਟਾਈਮ ਤੇ ਬਹੁਤ ਜ਼ਿਆਦਾ ਹੁੰਦੀ ਸੀ ਬਿਮਾਰੀ। ਤਾਂ ਕਹਿੰਦੇ ਹਰੇਕ ਬੰਦਾ ਜਿਹੜਾ ਕੋੜ ਤੋਂ ਠੀਕ ਹੋਇਆ, ਕੋੜ ਤੋਂ ਠੀਕ ਤਾਂ ਹੋ ਗਿਆ ਬਟ ਉਹਦੇ ਵਿੱਚ ਹਜੇ ਵੀ ਕੁਛ ਨਾ ਕੁਛ ਪ੍ਰੋਬਲਮ ਹੈ। ਜਿਵੇਂ ਕੋਈ ਬੰਦਾ ਕੋੜ ਤੋਂ ਠੀਕ ਹੋ ਕੇ ਆਉਂਦਾ ਰਾਜੇ, ਪਰ ਉਹਦੇ ਦਾਗ ਰਹਿ ਜਾਂਦੇ ਕੋੜ ਦੇ, ਜਿਵੇਂ ਆਪਾਂ ਫਲੈਰੀ ਦੇ ਦਾਗ ਹੁੰਦੇ ਆ। ਤਾਂ ਉਹ ਕਹਿੰਦੇ ਉਹ ਅਜਿਹੇ ਪਰਸਨ ਨੂੰ ਕੀ ਜ਼ਰੂਰਤ ਹੁੰਦੀ ਹੈ ਰਾਜੇ, ਸਪੈਸ਼ਲ ਨੀਡ ਦੀ ਜ਼ਰੂਰਤ ਹੁੰਦੀ, ਸਪੈਸ਼ਲ ਕੇਅਰ ਦੀ ਜ਼ਰੂਰਤ ਹੁੰਦੀ ਹੈ। ਕਹਿੰਦਾ ਜਿਹੜਾ ਬੰਦਾ ਕੋੜ ਤੋਂ ਠੀਕ ਹੋ ਕੇ ਆਇਆ ਬਟ ਸਫਰਿੰਗ ਫਰੋਮ, ਬਟ ਉਹਦੇ ਵਿੱਚ ਕੀ ਪ੍ਰੋਬਲਮ ਹੋ ਸਕਦੀ ਹੈ, ਲਾਸ ਆਫ ਸੈਂਸੇਸ਼ਨ ਇਨ ਦਾ ਹੈਂਡ ਔਰ ਫੀਟ ਐਜ਼ ਵੈਲ ਐਜ਼ ਲਾਸ ਆਫ ਸੈਂਸੇਸ਼ਨ ਐਂਡ ਪੈਰਿਸਿਸ ਇਨ ਦਾ ਆਈ ਐਂਡ ਆਈ ਲਿਡ ਬਟ ਵਿਦ ਨੋ ਮੈਨੀਫੈਸਟ ਡੈਫੋਰਮਿਟੀ। ਠੀਕ ਹੈ, ਕਹਿਣ ਦਾ ਮਤਲਬ ਕੀ ਕਹਿ ਰਿਹਾ, ਕਹਿੰਦਾ ਵੀ ਜਿਹੜਾ ਵਿਅਕਤੀ ਕੋੜ ਤੋਂ ਠੀਕ ਤਾਂ ਹੋ ਗਿਆ ਪਰ ਹੱਥਾਂ ਪੈਰਾਂ ਦੇ ਵਿੱਚ ਉਹਦੀ ਕੀ ਹੈ, ਸੰਵੇਦਨਾ ਦੀ ਕਮੀ ਹੈ, ਅੱਖਾਂ ਦੇ ਜਿਹੜੇ ਆਪਣੀਆਂ ਅੱਖਾਂ ਢੱਕਦੀਆਂ ਪਲਕਾਂ ਹੈਗੀਆਂ ਉਹਨਾਂ ਦੀ ਪ੍ਰੋਬਲਮ ਹੈ, ਪੈਰਿਸਿਸ ਦਾ ਨੁਕਸਾਨ ਹੋ ਸਕਦਾ ਹੈ। ਤਾਂ ਇਹ ਤੁਹਾਨੂੰ ਮੈਂ ਦਿਖਾਉਣਾ ਹੈ, ਇਸ ਤਰ੍ਹਾਂ ਦੇ ਬੰਦਿਆਂ ਨੂੰ ਕੀ ਜ਼ਰੂਰਤ ਹੋਊਗੀ ਰਾਜੇ, ਸਪੈਸ਼ਲ ਨੀਡ ਦੀ ਜ਼ਰੂਰਤ ਹੋਊਗੀ। ਦੇਖੋ ਕੋੜ ਦਾ ਰੋਗ ਹੈ, ਹੁਣ ਜਿਵੇਂ ਆ ਬੱਚਾ ਠੀਕ ਹੋ ਚੁੱਕਿਆ ਹੈ ਬਟ ਇਹਦੇ ਮੂੰਹ ਤੇ ਦੇਖੋ ਨਿਸ਼ਾਨ ਪੂਰੇ ਹੈ। ਤਾਂ ਇਹਨਾਂ ਜਿਹੜੇ ਇਹ ਹੈਗੇ ਆਪਣੇ ਕੀ ਹੈ, ਇਹਦੇ ਅੰਡਰ ਆ ਜਾਣਗੇ, ਫਿਜ਼ੀਕਲ ਡਿਸੇਬਿਲਿਟੀਜ਼ ਦੇ ਅੰਡਰ ਆ ਜਾਣਗੇ। ਕਲੀਅਰ ਹੈ। ਨੈਕਸਟ ਚੱਲਦੇ ਹਾਂ ਆਪਾਂ। ਹੁਣ ਨੈਕਸਟ ਆਪਣਾ ਆ ਗਿਆ ਜੀ ਤੁਹਾਡੀ ਸੈਰੀਬਰਲ ਪਾਲਸੀ, ਜਿਹਨੂੰ ਸੀਪੀ ਕਹਿੰਦੇ ਆ। ਸੀਪੀ ਦੀ ਫੁੱਲ ਫਾਰਮ ਯਾਦ ਰੱਖ ਲਿਓ, ਸੈਰੀਬਰਲ ਪਾਲਸੀ। ਬੇਸਿਕਲੀ ਇਹ ਕੀ ਹੈ ਰਾਜੇ, ਕਹਿੰਦਾ ਜੀ ਗਰੁੱਪ ਆਫ ਦਾ ਡਿਸਆਰਡਰ ਦੈਟ ਇਫੈਕਟ ਦਾ ਪਰਸਨਸ ਅਬਿਲਿਟੀ ਟੂ ਮੂਵ ਐਂਡ ਮੇਨਟੇਨ ਦਾ ਬੈਲੈਂਸ ਐਂਡ ਪੋਸਚਰ। ਹੁਣ ਦੇਖੋ ਆਪਾਂ ਬੈਠਦੇ ਹਾਂ, ਕੁਰਸੀ ਦੇ ਉੱਪਰ ਬੈਠਦੇ ਆਪਾਂ, ਕਿਵੇਂ ਬੈਠਣਾ ਹੈ, ਜੇ ਆਪਾਂ ਕਿਵੇਂ ਬੈਠਾਂਗੇ, ਆਪਾਂ ਗਿਰਾਂਗੇ ਨਹੀਂ, ਡਿੱਗਾਂਗੇ ਨਹੀਂ, ਆਪਣੇ ਸੱਟ ਨਹੀਂ ਲੱਗੂਗੀ। ਪਰ ਜਿਹੜੇ ਬੰਦੇ ਇਸ ਬਿਮਾਰੀ ਨਾਲ ਪ੍ਰਭਾਵਿਤ ਹੁੰਦੇ ਆ ਉਹਨਾਂ ਨੂੰ ਇਹ ਚੀਜ਼ ਨਹੀਂ ਹੁੰਦੀ, ਉਹਨਾਂ ਤੋਂ ਬੈਲੈਂਸ ਨਹੀਂ ਬਣਦਾਗਾ, ਉਹ ਪੋਸਚਰ ਠੀਕ ਨਹੀਂ ਬਣਾ ਸਕਦੇ, ਉਹਨਾਂ ਨੂੰ ਬਿਠਾਉਣ ਵਾਸਤੇ ਕੋਈ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਰਾਜੇ। ਠੀਕ ਹੈ, ਇਹ ਜ਼ਿਆਦਾਤਰ ਆਪਣੀ ਜਿਹੜੀ ਚਾਈਲਡਹੁੱਡ ਦੇ ਵਿੱਚ ਪਾਈ ਜਾਂਦੀ ਹੈ ਰਾਜੇ ਬਿਮਾਰੀ। ਕਹਿੰਦਾ ਇਟ ਇਜ਼ ਦਾ ਕਾਮਨ ਮੋਟਰ ਡਿਸੇਬਿਲਿਟੀਜ਼ ਇਨ ਚਾਈਲਡਹੁੱਡ। ਠੀਕ ਹੈ ਜੀ। ਕਹਿੰਦਾ ਸੈਰੀਬਰਲ ਮੀਨਸ ਕਹਿੰਦਾ ਹੈਵਿੰਗ ਟੂ ਡੂ ਵਿਦ ਦਾ ਬ੍ਰੇਨ। ਸੈਰੀਬਰਲ ਦਾ ਮਤਲਬ ਹੁੰਦਾ ਹੈ ਕਹਿੰਦਾ ਹੈਵਿੰਗ ਟੂ ਡੂ ਵਿਦ ਬ੍ਰੇਨ, ਤੇ ਪਾਲਸੀ ਦਾ ਮਤਲਬ ਕੀ ਹੈ ਇੱਥੇ, ਵੀਕਨੈਸ ਜਾਂ ਪ੍ਰੋਬਲਮ ਆਫ ਦਾ ਮਸਲਸ। ਤਾਂ ਦੋਵਾਂ ਸ਼ਬਦਾਂ ਤੋਂ ਮਿਲਾ ਕੇ ਬਣਿਆ ਹੋਇਆ ਰਾਜੇ ਦਿਮਾਗ ਤੇ ਆਪਣੀ ਜਿਹੜੀ ਮਾਸਪੇਸ਼ੀਆਂ ਦੇ ਵਿੱਚ ਕਮੀ ਹੈਗੀ ਹੈ, ਉਹ ਜਿਹੜੀ ਬਿਮਾਰੀ ਹੈਗੀ ਉਹ ਹੈਗੀ ਤੁਹਾਡੀ ਸੈਰੀਬਰਲ ਪਾਲਸੀ ਹੈਗੀ ਹੈ। ਠੀਕ ਹੈ, ਤਾਂ ਦੇਖੋ ਇਹਦੇ ਵਿੱਚ ਕੀ ਆ, ਦੇਖੋ ਬੱਚੇ ਵਿਚਾਰੇ ਅਬ ਨਾਰਮਲ ਨੇ ਲੇਕਿਨ ਇਹਨਾਂ ਨੂੰ ਬੈਠਣ ਦੇ ਵਿੱਚ ਵੀ ਪ੍ਰੋਬਲਮ ਹੈ। ਦੇਖੋ ਮਾਸਪੇਸ਼ੀਆਂ ਦੀ ਵੀ ਪ੍ਰੋਬਲਮ ਹੈ ਪਲੱਸ ਦਿਮਾਗੀ ਪ੍ਰੋਬਲਮ ਵੀ ਹੈਗੀ ਹੈ, ਦੋਨੇ ਪ੍ਰੋਬਲਮ ਇਕੱਠੀਆਂ ਹੋ ਗਈਆਂ ਤਾਂ ਸੀਪੀ ਹੋ ਗਿਆ। ਸੀਪੀ ਹੁਣ ਦੇਖੋ ਤੁਹਾਨੂੰ ਮੈਂ ਕਈ ਵਾਰ ਪੁੱਛ ਸਕਦੇ ਆ, ਸੈਰੀਬਰਲ ਕਿਹਦੇ ਨਾਲ ਡੀਲ ਕਰਦਾ, ਦਿਮਾਗ ਨਾਲ। ਪਾਲਸੀ ਕਿਹਦੇ ਨਾਲ ਡੀਲ ਕਰਦੀ ਹੈ, ਆਪਣੀ ਜਿਹੜੀ ਮਸਲਸ ਹੋ ਗਏ ਉਹਦੀ ਵੀਕਨੈਸ ਨਾਲ ਡੀਲ ਕਰਦੀ ਹੈ। ਓਕੇ ਹੈ ਜੀ। ਨੈਕਸਟ ਚੱਲਦੇ ਆਪਾਂ। ਇਹ ਸਾਰੀਆਂ ਟਰਮ ਤੁਸੀਂ ਯਾਦ ਰੱਖਣੀਆਂ ਰਾਜੀ। ਅੱਗੇ ਆ ਗਿਆ ਜੀ ਆਪਣਾ ਡਵਰਫਿਜ਼ਮ। ਡਵਰਫਿਜ਼ਮ ਦਾ ਮਤਲਬ ਕੀ ਹੁੰਦਾ ਰਾਜੇ, ਬੌਣਾ। ਤੁਸੀਂ ਦੇਖਿਆ ਹੋਊਗਾ ਆਮ ਜਿਹੜੇ ਬੰਦੇ ਬੌਣੇ ਹੁੰਦੇ ਆ ਪਰ ਉਹ ਦੇਖਣ ਨੂੰ ਐ ਲੱਗਦੇ ਬੱਚਿਆਂ ਜਿੰਨੇ ਹੁੰਦੀ ਉਹਨਾਂ ਦੀ ਹਾਈਟ, ਬਟ ਉਹ ਕੀ ਹੁੰਦੇ ਆ ਐਕਚੁਅਲ ਵਿੱਚ ਮੈਚੁਰ ਹੁੰਦੇ ਨੇ। ਠੀਕ ਹੈ, ਐਕਚੁਅਲ ਵਿੱਚ ਤਾਂ ਮੈਚੁਰ ਹੁੰਦੇ ਆ ਲੇਕਿਨ ਦੇਖਣ ਨੂੰ ਕੀ ਲੱਗਦੇ ਆਪਾਂ ਨੂੰ ਬੌਣੇ ਲੱਗਦੇ ਆ। ਕਹਿੰਦਾ ਜੀ ਸ਼ਾਰਟਨੈਸ ਇਨ ਦਾ ਹਾਈਟ ਦੈਟ ਰਿਜ਼ਲਟ ਫਰੋਮ ਦਾ ਜੈਨੇਟਿਕ ਔਰ ਮੈਡੀਕਲ ਕੰਡੀਸ਼ਨ। ਤਾਂ ਬੇਸਿਕਲੀ ਉਹਨਾਂ ਦੇ ਜਿਹੜੇ ਜੀਨ ਹੁੰਦੇ ਆ ਉਹਨਾਂ ਨੂੰ ਆਪਣੇ ਪੇਰੈਂਟਸ ਤੋਂ ਵੀ ਇਹ ਇਨਹੈਰਿਟ ਹੋ ਕੇ ਆਉਂਦੇ ਆ ਜਾਂ ਮੈਡੀਕਲੀ ਕੋਈ ਪ੍ਰੋਬਲਮ ਕਰਕੇ ਹੋ ਸਕਦਾ ਹੈ। ਤਾਂ ਬੇਸਿਕਲੀ ਕਹਿੰਦਾ ਕਾਮਨ ਕਾਜ਼ ਆਫ ਇਹਦਾ ਜਿਹੜਾ ਬੌਣਾਵਾਦ ਦਾ ਜਿਹੜਾ ਕਾਜ਼ ਹੈਗਾ ਬੇਸਿਕਲੀ ਜੈਨੇਟਿਕ ਮਿਊਟੇਸ਼ਨ ਦੈਟ ਇਫੈਕਟ ਦਾ ਬੋਨ ਗਰੋਥ। ਜਿਹੜਾ ਜੈਨੇਟਿਕ ਪਰਿਵਰਤਨ ਹੁੰਦਾ ਰਾਜੇ ਹੱਡੀਆਂ ਦਾ ਵਿਕਾਸ ਨੂੰ ਰੋਕ ਦਿੰਦਾ, ਪ੍ਰਭਾਵਿਤ ਕਰਦਾ, ਤਾਂ ਕਰਕੇ ਆਪਣੇ ਵਿੱਚ ਕੀ ਆ ਜਾਂਦਾ, ਬੌਣਾਵਾਦ ਆ ਜਾਂਦਾ। ਠੀਕ ਹੈ, ਇਹਦੇ ਵਿੱਚ ਇੱਕ ਗੱਲ ਹੋਰ ਯਾਦ ਰੱਖਣੀ, ਦੇਖੋ ਫੋਟੋ ਦੇ ਵਿੱਚ ਦੇਖੋ ਹਸਬੈਂਡ ਵਾਈਫ ਹੋਣਗੇ। ਠੀਕ ਹੈ, ਦੇਖੋ ਦੋਨਾਂ ਦੀ ਹਾਈਟ ਕੀ ਹੈ, ਬਹੁਤ ਛੋਟੀ ਹੈ। ਤਾਂ ਇਹਦੇ ਵਿੱਚ ਬੇਸਿਕਲੀ ਕਹਿੰਦਾ ਜਿਹੜਾ ਅਡਲਟ ਹੈਗਾ ਜਿਹਦੀ ਹਾਈਟ 4 ਫੀਟ 10 ਇੰਚ ਤੱਕ ਹੈ ਜਾਂ ਇਸ ਤੋਂ ਘੱਟ ਹੈ ਉਹ ਇਸ ਬਿਮਾਰੀ ਦੇ ਅੰਡਰ ਆ ਜਾਊਗਾ। ਠੀਕ ਹੈ, ਇਹ ਯਾਦ ਰੱਖਣਾ,
4 ਫੁੱਟ 10 ਇੰਚ। ਇਹ ਪੁੱਛਿਆ ਗਿਆ ਕਿ ਪੇਪਰ ਦੇ ਵਿੱਚ ਵੀ ਕਿੰਨਾ ਸਟੈਂਡਰਡ ਦੀ ਗੱਲ ਕਰਦੇ ਆਪਾਂ, 4 ਫੁੱਟ 10 ਇੰਚ ਤੋਂ ਘੱਟ ਜਾਂ ਇੰਨਾ, ਇਹ ਇਸ ਬਿਮਾਰੀ ਦੇ ਅੰਡਰ ਆ ਜਾਊਗਾ। ਤਾਂ ਕਹਿੰਦਾ ਜੀ ਐਵਰੇਜ ਅਡਲਟ ਹਾਈਟ ਇਨ ਦਾ ਡਵਰਫਿਜ਼ਮ ਇਜ਼ 4 ਫੀਟ, ਠੀਕ ਹੈ 4 ਫੀਟ ਮੰਨੀ ਜਾਂਦੀ ਹੈ, ਯਾਦ ਰੱਖ ਲਿਓ। ਤਾਂ ਦੇਖੋ ਜੀ ਆ ਬੰਦਾ ਨਾਰਮਲ ਹੈ, ਬਟ ਜਿਹੜਾ ਆ ਹੈਗਾ ਇਹ ਠੀਕ ਹੈ ਜੀ ਚਾਈਲਡ ਹੋ ਗਿਆ, ਇਹ ਅਡਲਟ ਹੋ ਗਿਆ। ਹੁਣ ਦੋਨੇ ਕੀ ਨੇ ਇਸ ਬਿਮਾਰੀ ਦੇ ਨਾਲ ਕੀ ਨੇ ਪ੍ਰਭਾਵਿਤ ਨੇ। ਜਦੋਂ ਦੇਖੋ ਇਹਨਾਂ ਦੀ ਲੱਤਾਂ ਵੀ ਵਿਚਾਰਿਆਂ ਥੋੜੀਆਂ ਕੀ ਹੁੰਦੀਆਂ ਟੇਡੀਆਂ ਹੁੰਦੀਆਂ, ਠੀਕ ਹੈ। ਆ ਦੇਖੋ ਸ਼ਾਰਟ ਲਿੰਬ ਹੋ ਗਿਆ, ਵਾਈਡ ਹੈਂਡ ਵੱਡੇ ਹੋਣਗੇ, ਬਾਊਡ ਲੈਗ, ਬਾਊਡ ਦਾ ਮਤਲਬ ਟੇਡੀਆਂ, ਵਾਈਡਰ ਫਿਟ ਜਿਹੜੇ ਪੈਰ ਹੋਣਗੇ ਉਹ ਵੀ ਵੱਡੇ ਹੋਣਗੇ ਰਾਜੇ। ਸਿਰ ਵੱਡਾ ਹੁੰਦਾ ਜਾਂ ਇੱਕ ਹੋਰ ਚੀਜ਼ ਦੇਖਿਓ, ਸਿਰ ਵੱਡਾ ਹੁੰਦਾ, ਨੱਕ ਵੱਡਾ ਹੁੰਦਾ ਇਹਨਾਂ ਦਾ। ਆ ਤੁਹਾਨੂੰ ਦਿਖਾ ਵੀ ਦਿੰਦਾ, ਦੇਖੋ ਨੱਕ ਵੱਡਾ ਨੇ ਇਹਨਾਂ ਦਾ, ਦੇਖੋ ਨੱਕ ਵੱਡਾ ਹੈ, ਸਿਰ ਵੱਡਾ ਹੈ, ਲੱਤਾਂ ਟੇਡੀਆਂ ਨੇ ਇਹਨਾਂ ਦੀਆਂ ਵਿਚਾਰਿਆਂ ਦੀਆਂ, ਠੀਕ ਹੈ। ਤਾਂ ਇਹ ਜਿਹੜੀ ਬਿਮਾਰੀ ਹੈਗੀ ਰਾਜੇ ਯਾਦ ਰੱਖ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ, ਅਗਲੀ ਜਿਹੜੀ ਆਪਣੇ ਕੋਲ ਬਿਮਾਰੀ ਹੈਗੀ ਉਹ ਹੈਗੀ ਆ ਜੀ ਮਸਕੂਲਰ, ਠੀਕ ਹੈ ਜੀ। ਆਪਣੇ ਕੋਲ ਜਿਹੜੀ ਅਗਲੀ ਬਿਮਾਰੀ ਆ ਗਈ ਉਹ ਹੈਗੀ ਹੈ ਮਸਕੂਲਰ ਡਾਇਸਟ੍ਰੋਫੀ, ਠੀਕ ਹੈ। ਡਾਇਸਟ੍ਰੋਫੀ ਦਾ ਮਤਲਬ ਕੀ ਹੈ, ਇਹਦੇ ਵਿੱਚ ਮਾਸਪੇਸ਼ੀਆਂ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ। ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਜਿਹੜਾ ਚਾਈਲਡਹੁੱਡ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਹੈ, ਵੀਕਨੈਸ ਆ ਜਾਂਦੀ ਹੈ, ਆਪਣੇ ਜਿਹੜੇ ਮਸਲ ਹੁੰਦੇ ਆ, ਮਸਕੂਲਰ ਜਿਹੜੇ ਹੁੰਦੇ ਆਪਣੇ ਮਾਸਪੇਸ਼ੀਆਂ ਜਿਹੜੀ ਕਿ ਆਪਣੇ ਸਰੀਰ ਨੂੰ ਕੀ ਬਣਾਉਂਦੀਆਂ ਨੇ, ਸਟਰੋਂਗ ਬਣਾਉਂਦੀਆਂ ਨੇ, ਜਿਹਦੇ ਨਾਲ ਆਪਣਾ ਪੂਰੀ ਬੋਡੀ ਖੜੀ ਹੋਈ ਹੈ। ਉਹਦੇ ਵਿੱਚ ਜਦੋਂ ਪ੍ਰੋਬਲਮ ਆ ਜਾਂਦੀ ਹੈ ਚਾਈਲਡਹੁੱਡ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਹੌਲੀ ਹੌਲੀ ਬੱਚਾ ਅਡਲਟ ਹੁੰਦਾ ਹੈ, ਅਡਲਟ ਤੋਂ ਵੱਡਾ ਹੁੰਦਾ, ਹੋਰ ਵੱਡਾ ਹੁੰਦਾ, ਜਿਵੇਂ ਜਿਵੇਂ ਵੱਡਾ ਹੋ ਜਾਂਦਾ ਇਹ ਬਿਮਾਰੀ ਵਧੀ ਜਾਂਦੀ ਹੈ। ਆ ਦੇਖੋ ਇੱਕ ਬੱਚਾ ਹੈ, ਦੇਖੋ ਛੋਟੀ ਬਿਮਾਰੀ ਹੈ, ਵੱਡਾ ਹੋ ਗਿਆ ਹੋਰ ਬਿਮਾਰੀ ਹੋ ਗਈ, ਉਸ ਤੋਂ ਵੱਡਾ ਹੋ ਗਿਆ ਹੋਰ ਬਿਮਾਰੀ ਹੋ ਗਈ। ਤਾਂ ਕਹਿੰਦਾ ਜੀ ਮਾਸਪੇਸ਼ੀ ਜਿਹੜੀ ਆਪਾਂ ਮਸਕੂਲਰ ਨੂੰ ਮਾਸਪੇਸ਼ੀ ਕਹਿੰਦੇ ਆ, ਡਾਇਸਟ੍ਰੋਫੀ ਬਿਮਾਰੀ ਆ। ਕਹਿੰਦਾ ਬਿਮਾਰੀਆਂ ਦਾ ਇੱਕ ਸਮੂਹ ਹੈ ਜੋ ਕਿ ਪ੍ਰਗਤੀਸ਼ੀਲ ਕਮਜ਼ੋਰੀ ਅਤੇ ਮਾਸਪੇਸ਼ੀ ਪੁੰਜ ਦੇ ਨੁਕਸਾਨ ਦਾ ਕਾਰਨ ਬਣਦੀ ਹੈ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਆ ਜੂਗੀ, ਆਪਣੇ ਮਸਕੂਲਰ ਪ੍ਰੋਬਲਮ ਆ ਜੂਗੀ। ਨੈਕਸਟ ਆ ਗਿਆ ਜੀ ਆਪਣੇ ਐਸਿਡ ਅਟੈਕ ਵਿਕਟਮ। ਇਹ ਤਾਂ ਚਲੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਰਾਜੇ, ਤੁਸੀਂ ਸ਼ਪਾਕ ਮੂਵੀ ਦੇਖੀ ਹੋਗੀ ਦੀਪਿਕਾ ਪਾਡੂਕੋਨ ਦੀ, ਹਨਾ। ਸ਼ਪਾਕ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਕੁੜੀ ਹੈ ਜਿਹਦੇ ਤੇ ਐਸਿਡ ਅਟੈਕ ਹੋਇਆ ਸੀਗਾ, ਉਹਦੇ ਉੱਪਰ ਰੋਲ ਪਲੇ ਕੀਤਾ ਸੀਗਾ। ਹੁਣ ਐਸਿਡ ਅਟੈਕ ਜਿਹੜੇ ਵਿਕਟਮ ਹੈਗੇ ਰਾਜੇ ਉਹ ਦੇਖੋ ਬਾਈ ਬਰਥ ਤਾਂ ਨਹੀਂ ਹੈਗੇ ਵਿਚਾਰੇ, ਜ਼ਿਆਦਾਤਰ ਇਹ 'ਚ ਜਿਹੜੀਆਂ ਸਫਰਿੰਗ ਹੁੰਦੀਆਂ ਨੇ ਉਹ ਗਰਲਸ ਹੁੰਦੀਆਂ ਨੇ। ਜਿਹੜੇ ਬੇਵਕੂਫ ਲੋਕ ਹੁੰਦੇ ਆ ਜਾਂ ਜਿਹੜੇ ਦਿਮਾਗੋਂ ਪੈਦਲ ਲੋਕ ਹੁੰਦੇ ਆ, ਉਹ ਇਸ ਕੁੜੀਆਂ ਦੇ ਉੱਪਰ ਤੇਜ਼ਾਬ ਪਾ ਦਿੰਦੇ ਆ। ਉਹਨਾਂ ਦਾ ਵੱਧ ਤੋਂ ਵੱਧ ਕੀ ਹੁੰਦਾ ਕੀ ਹੈ, ਜਿਵੇਂ ਕਿਸੇ ਕੁੜੀ ਨੇ ਕਿਸੇ ਮੁੰਡੇ ਨੂੰ ਵਿਆਹ ਤੋਂ ਇਨਕਾਰ ਕਰਤਾ, ਠੀਕ ਹੈ, ਜਾਂ ਕਿਸੇ ਨੂੰ ਮਤਲਬ ਕਿ ਜਿਵੇਂ ਮੰਨ ਲਓ ਜੋ ਮਰਜ਼ੀ ਕਹਿ ਲਓ ਸਕਦੇ ਤੁਸੀਂ, ਮੰਨ ਲਓ ਕਿ ਜਿਵੇਂ ਧੱਕੇ ਨਾਲ ਕੋਈ ਵਿਆਹ ਕਰਾਉਣਾ ਚਾਹੁੰਦਾ ਹੈ, ਧੱਕੇ ਨਾਲ ਕਿਸੇ ਨੂੰ ਪ੍ਰਪੋਜ਼ ਕਰਨ ਲੱਗ ਜਾਂਦਾ ਹੈ, ਠੀਕ ਹੈ। ਮਤਲਬ ਕਿ ਇਹ ਚੀਜ਼ਾਂ ਲੋਕ ਕਰਦੇ ਆ। ਤਾਂ ਇਹ ਰਿਜੈਕਸ਼ਨ ਦੇ ਵਾਸਤੇ ਉਹਨਾਂ ਤੋਂ ਬਦਲਾ ਲੈਣ ਵਾਸਤੇ ਉਹਨਾਂ ਤੇ ਐਸਿਡ ਅਟੈਕ ਹੁੰਦਾ। ਇਹਦੇ ਵਿੱਚ ਜ਼ਿਆਦਾਤਰ ਕੀ ਹੁੰਦੀਆਂ ਨੇ, ਵੂਮਨ ਐਂਡ ਗਰਲਸ ਹੁੰਦੀਆਂ ਨੇ। ਹੁਣ ਜਿਹੜਾ ਇਸ ਤਰ੍ਹਾਂ ਦਾ ਬੱਚਾ ਹੁੰਦਾ ਰਾਜੇ, ਉਹਨੂੰ ਵੀ ਕੀ ਹੁੰਦੀ ਜ਼ਰੂਰਤ ਕੀ ਹੁੰਦੀ ਹੈ, ਆਪਣੀ ਸਪੈਸ਼ਲ ਨੀਡ ਦੀ ਜ਼ਰੂਰਤ ਹੁੰਦੀ ਹੈ। ਆ ਦੇਖੋ ਅਸਲੀ ਜਿਹੜੀ ਕੁੜੀ ਸੀ ਉਹ ਰਾਜੇ ਆਹ ਕੁੜੀ ਹੈ, ਇਹ ਦੀਪਿਕਾ ਪਾਡੂਕੋਨ ਹੈ, ਮੇਕਅਪ ਕੀਤਾ ਹੋਇਆ, ਇਹਦਾ ਰੋਲ ਕੀਤਾ ਸੀਗਾ ਸ਼ਪਾਕ ਮੂਵੀ ਦੇ ਵਿੱਚ। ਤਾਂ ਯਾਦ ਰੱਖ ਲਿਓ, ਇੱਕ ਵਾਰੀ ਕੁਐਸਚਨ ਆਇਆ ਸੀਗਾ ਕਿ ਵਿਚ ਆਫ ਦਾ ਫੋਲੋਇੰਗ ਕੈਟਾਗਰੀਜ਼ ਅੰਡਰ ਦਾ ਆਪਣਾ ਸਪੈਸ਼ਲ ਨੀਡ ਜਾਂ ਸਪੈਸ਼ਲ ਨੀਡ ਚਾਈਲਡ ਕੇਅਰ ਨੀਡ। ਤਾਂ ਉਹਦੇ ਵਿੱਚ ਐਸਿਡ ਅਟੈਕ ਵਿਕਟਮ ਪਏ ਸੀਗੇ। ਤਾਂ ਉਹ ਬੱਚੇ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਵੀ ਕੈਟਾਗਰੀ ਜਿਹੜੀ ਹੈਗੀ ਇਹ ਵੀ ਸਪੈਸ਼ਲ ਨੀਡ ਦੇ ਅੰਡਰ ਆਉਂਦੀ ਹੈ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਹੁਣ ਆਪਾਂ ਫਿਜ਼ੀਕਲ ਵਾਲੀਆਂ ਸਾਰੀਆਂ ਪੜ੍ਹਨੀਆਂ ਰਾਜੇ। ਅੱਗੇ ਆਪਾਂ ਪੜ੍ਹਦੇ ਹਾਂ ਵਿਜ਼ੂਅਲ ਦਾ ਮਤਲਬ ਕੀ ਹੁੰਦਾ ਹੈ, ਦੇਖਣ ਦੇ ਵਿੱਚ ਪ੍ਰੋਬਲਮ। ਬਲਾਈਂਡਨੈਸ, ਇੱਕ ਤਾਂ ਬੰਦਾ ਜਮਾਂਦਰੂ ਅੰਨਾ ਹੋ ਸਕਦਾ ਰਾਜੇ, ਠੀਕ ਹੈ। ਬਲਾਈਂਡਨੈਸ ਦਾ ਮਤਲਬ ਕੀ ਹੈ, ਪ੍ਰੋਪਰ ਅੰਨਾ, ਉਹਨੂੰ ਕੁਝ ਨਹੀਂ ਦਿਖਦਾ ਵਿਚਾਰੇ ਨੂੰ, ਠੀਕ ਹੈ। ਉਹਨੂੰ ਸਹਾਰੇ ਦੀ ਜ਼ਰੂਰਤ ਹੈ, ਉਹਨੂੰ ਤੋਰਨਾ ਫਿਰਨਾ ਕਰਨਾ ਇੱਕ ਬੰਦੇ ਦੀ ਜ਼ਰੂਰਤ ਹੈ। ਇੱਕ ਹੁੰਦਾ ਲੋ ਵਿਜ਼ਨ ਦੇ ਵਿੱਚ ਕੀ ਹੈ, ਉਹਨੂੰ ਦਿਖਦਾ ਬਹੁਤ, ਮਤਲਬ ਧੁੰਦਲਾ ਦਿਖਦਾ ਹੈ, ਥੋੜਾ ਬਹੁਤਾ ਉਹ ਆਪਣੇ ਆਪ ਕੰਮ ਕਰ ਸਕਦਾ ਹੈ, ਥੋੜਾ ਬਹੁਤਾ ਮੂਵਮੈਂਟ ਕਰ ਸਕਦਾ ਹੈ। ਤੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਵਿਜ਼ੂਅਲ ਇੰਪੀਅਰਮੈਂਟ ਦੇ ਵਿੱਚ ਆ ਜਾਂਦੀਆਂ। ਅੱਗੇ ਆਪਾਂ ਗੱਲ ਕਰੀਏ ਰਾਜੇ ਹੀਅਰਿੰਗ ਦੇ ਵਿੱਚ ਕੀ ਆ ਜਾਊਗਾ, ਜਾਂ ਤਾਂ ਬੰਦਾ ਕੀ ਹੋਊਗਾ, ਡੈਫ ਹੋਊਗਾ। ਡੈਫ ਦਾ ਮਤਲਬ ਕੀ ਹੈ, ਬੋਲਾ, ਠੀਕ ਹੈ, ਬਿਲਕੁਲ ਹੀ ਬੋਲਾ ਹੋਊਗਾ, ਜਾਂ ਉਹਨੂੰ ਉੱਚਾ ਸੁਣਦਾ ਹੋਊਗਾ। ਤੇ ਸਾਰੀਆਂ ਜਿਹੜੀਆਂ ਬਿਮਾਰੀਆਂ ਹੈ ਰਾਜੇ ਤੁਹਾਡੀਆਂ ਫਿਜ਼ੀਕਲ ਦੇ ਅੰਡਰ ਆ ਰਹੀਆਂ ਨੇ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਅਗਲੀ ਜਿਹੜੀ ਕਮਜ਼ੋਰੀ ਹੈਗੀ ਆ, ਇੰਪੀਅਰਮੈਂਟ ਹੈਗੀ ਹੈ, ਉਹ ਕਹਿੰਦਾ ਜੀ ਮਿਸਿੰਗ ਔਰ ਡਿਫੈਕਟਿਵ ਬੋਡੀ ਪਾਰਟ, ਠੀਕ ਹੈ। ਹੁਣ ਦੇਖੋ ਕਈ ਵਾਰੀ ਤਾਂ ਕੀ ਹੁੰਦਾ, ਜਮਾਂਦਰੂ ਆਪਣਾ ਕੋਈ ਅੰਗ ਘੱਟ ਹੈਗਾ, ਠੀਕ ਹੈ, ਜਾਂ ਕੱਟਿਆ ਹੋਇਆ, ਜਾਂ ਕੁਝ ਵੀ ਪੋਲੀਓ ਹੋ ਗਿਆ, ਮੰਨ ਲਓ ਉਹਦਾ ਅੰਗ ਹੋ ਗਿਆ, ਫੇਫੜਿਆਂ ਦੀ ਪ੍ਰੋਬਲਮ, ਸ਼ੂਗਰ ਦੀ ਪ੍ਰੋਬਲਮ, ਅੱਖਾਂ ਦੀ ਪ੍ਰੋਬਲਮ, ਜਿਹੜੀ ਵੀ ਕੋਈ ਪ੍ਰੋਬਲਮ ਹੋਗੀ ਰਾਜੇ ਉਹ ਇੰਪੀਅਰਮੈਂਟ ਦੇ ਅੰਡਰ ਆ ਜਾਊਗੀ, ਠੀਕ ਹੈ। ਇੰਪੀਅਰਮੈਂਟ ਕੁਝ ਵੀ ਹੋ ਸਕਦੀ ਹੈ, ਮਤਲਬ ਚਿਹਰੇ ਦੇ ਰਿਲੇਟਡ, ਕਿਸੇ ਅੰਗ ਦੇ ਰਿਲੇਟਡ, ਨਿਗਾਹ ਦੇ ਰਿਲੇਟਡ, ਮਾਨਸਿਕ ਡਿਸਆਰਡਰ ਦੇ ਰਿਲੇਟਡ। ਮਤਲਬ ਇੰਪੀਅਰਮੈਂਟ ਦਾ ਮਤਲਬ ਹੁੰਦਾ ਕਮਜ਼ੋਰੀ, ਠੀਕ ਹੈ। ਪਿੱਛੇ ਵਰਡ ਮੈਂ ਵਾਰ-ਵਾਰ ਯੂਜ਼ ਕਰ ਰਿਹਾ ਇੰਪੀਅਰਮੈਂਟ, ਤਾਂ ਮੈਂ ਇੱਥੇ ਡਿਸਕ੍ਰਾਈਬ ਕਰਤਾ। ਹੁਣ ਦੇਖੋ ਪਿੱਛੇ ਤੁਹਾਨੂੰ ਮੈਂ ਪੂਰਾ ਪੜਾਤਾ ਚਿਲਡਰਨ ਵਿਦ ਸਪੈਸ਼ਲ ਨੀਡ, ਪਰ ਮੈਨੂੰ ਐਂ ਲੱਗਦਾ ਵੀ ਕਈ ਵਾਰੀ ਬੱਚੇ ਕਹਿੰਦੇ ਸਰ ਨੇ ਜ਼ਿਆਦਾ ਟੈਕਨੀਕਲ ਪੜਾਤਾ। ਆ ਕੁਛ ਚੀਜ਼ਾਂ ਮੈਂ ਆਪਣੇ ਆਪ ਲਿਖੀਆਂ ਨੇ ਤੁਹਾਡੇ ਹੈਲਪ ਵਾਸਤੇ, ਮਤਲਬ ਥੋੜਾ ਜਿਹਾ ਤੁਹਾਨੂੰ ਕੋਸ਼ਿਸ਼ ਕੀਤੀ ਹੈ ਵੀ ਇੱਕ ਹੋਰ ਡੈਫੀਨੇਸ਼ਨ ਦਿੱਤੀ ਜਾਵੇ, ਪਰ ਜੇ ਤੁਹਾਨੂੰ ਪਿਛਲੀ ਸਮਝ ਆ ਗਈ ਹੈ ਸਭ ਤੋਂ ਵੈਲ ਐਂਡ ਗੁੱਡ ਹੈ। ਕਹਿੰਦਾ ਜੀ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਹੜੇ ਹੁੰਦੇ ਆ, ਜਿਨ੍ਹਾਂ ਨੂੰ ਕਿਸੇ ਕਿਸਮ ਦੀ ਅਪੰਗਤਾ ਹੁੰਦੀ ਹੈ, ਉਹਨਾਂ ਨੂੰ ਬੇਮਿਸਾਲ ਦੇਖਭਾਲ ਤੇ ਵਾਧੂ ਮਦਦ ਦੀ ਲੋੜ ਹੁੰਦੀ ਹੈ ਰਾਜੇ। ਉਹ ਸਾਰੇ ਜਿਹੜੇ ਬੱਚੇ ਹੈਗੇ ਆ ਉਹ ਸਪੈਸ਼ਲ ਨੀਡ ਦੇ ਅੰਡਰ ਆ ਜਾਂਦੇ ਆ।
ਇਹਨਾਂ ਬੱਚਿਆਂ ਦੇ ਵਿੱਚ ਕਹਿੰਦਾ ਜੀ ਉਹਨਾਂ ਨੂੰ ਵਿਸ਼ੇਸ਼ ਲੋੜਾਂ ਉਹਨਾਂ ਦੀ ਅਪੰਗਤਾ ਦੀ ਪ੍ਰਕਿਰਤੀ ਤੇ ਨਿਰਭਰ ਕਰਦੀਆਂ ਨੇ ਵੀ ਕਿੰਨਾ ਕੋ ਬੱਚਾ ਮਤਲਬ ਕਿ ਕਿੰਨਾ ਕੁ ਬੱਚਾ ਉਹ ਤੋਂ ਪ੍ਰਭਾਵਿਤ ਹੈ, ਉਹ ਆਪਣੇ ਆਪ ਕੁਝ ਕਰ ਸਕਦਾ ਹੈ, ਜਿਹੜਾ ਬਿਲਕੁਲ ਬੈੱਡ ਤੇ ਬੈਠਾ ਹੈ, ਇੱਕ ਛੜੀ ਨਾਲ ਤੁਰ ਰਿਹਾ ਹੈ, ਇੱਕ ਵਿਸਾਖੀਆਂ ਤੇ ਤੁਰ ਰਿਹਾ ਹੈ, ਇੱਕ ਚੇਅਰ ਦੇ ਉੱਪਰ ਬੈਠਾ ਹੋਇਆ ਹੈ। ਠੀਕ ਹੈ ਜੀ। ਹੁਣ ਇਹ ਡਿਸਾਈਡ ਕੌਣ ਕਰੂਗਾ ਵੀ ਕਿਹੜੇ ਬੱਚੇ ਇਸ ਕੈਟਾਗਰੀ ਦੇ ਅੰਡਰ ਆਉਂਦੇ ਆ ਰਾਜੇ? ਤਾਂ ਇਹਦੇ ਵਿੱਚ ਡਾਕਟਰੀ ਜਾਂਚ ਹੁੰਦੀ ਹੈ ਰਾਜੇ। ਠੀਕ ਹੈ ਜੀ। ਕਹਿੰਦਾ ਜੀ ਹਸਪਤਾਲ ਦੇ ਵਿੱਚ ਠਹਿਰਨ ਦਾ ਸਾਜੋ ਸਮਾਨ ਅਸਮਰਥਾਵਾਂ ਤੇ ਲਈ ਰਿਹਾਇਸ਼ ਸ਼ਾਮਲ ਹੋ ਸਕਦੀ ਹੈ ਕਿਹਦੇ ਅੰਡਰ? CWSN ਦੇ ਅੰਡਰ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ। ਕਹਿੰਦਾ ਜੀ CWSN ਦੀਆਂ ਵੱਖ-ਵੱਖ ਸਥਿਤੀਆਂ ਅਤੇ ਅਸਮਰਥਾਵਾਂ ਦੇ ਵਿੱਚ 4 ਪ੍ਰਮੁੱਖ ਸ਼੍ਰੇਣੀਆਂ ਨੇ। ਤੁਹਾਨੂੰ ਮੈਂ ਦੱਸ ਦਿੰਦਾ CWSN ਦੇ ਅੰਡਰ 4 ਕਿਹੜੀਆਂ ਕੈਟਾਗਰੀਜ਼ ਆਉਂਦੀਆਂ ਨੇ, ਪਿੱਛੇ ਵੈਸੇ ਮੈਂ ਪੜ੍ਹਾਤੀਆਂ। ਜਿਹੜੀਆਂ 4 ਕੈਟਾਗਰੀਆਂ ਦੇ ਵਿੱਚ ਵੰਡੀਆਂ ਗਈਆਂ ਰਾਜੇ ਉਹ ਕਿਹੜੀਆਂ ਨੇ? ਆ ਦੇਖੋ ਮੈਂ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ, ਤੁਸੀਂ ਪੜ੍ਹ ਲਿਓ ਪਲੀਜ਼। ਜਿਹੜਾ ਮੈਂ ਪਿੱਛੇ ਪੰਜਾਬੀ ਚ ਬੋਲ ਕੇ ਆਇਆ ਉਹੀ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ। ਤਾਂ 4 ਕੈਟਾਗਰੀ ਜ਼ਿਆਦਾ ਇੰਪੋਰਟੈਂਟ ਆਪਣੇ ਵਾਸਤੇ। ਦੇਖੋ ਹੁਣ ਮੈਂ ਫਿਜ਼ੀਕਲ ਪੜ੍ਹਾਤੀ, ਤਾਂ ਫਿਜ਼ੀਕਲੀ ਚੈਲੰਜ ਬੱਚੇ ਹੋ ਸਕਦੇ ਆ ਜਿਹਦੇ ਵਿੱਚ ਫਿਜ਼ੀਕਲ ਪ੍ਰੋਬਲਮ ਹੋ ਸਕਦੀ ਹੈ, ਲੋਕੋਮੋਟਰ ਹੋ ਗਈ ਆਪਣੀ, ਠੀਕ ਹੈ, ਲੈਪਰੋਸੀ ਹੋ ਗਈ ਤੁਹਾਡੀ, ਠੀਕ ਹੈ, ਬੌਣਾਵਾਦ ਹੋ ਗਿਆ, ਸਾਰਾ ਪੜ੍ਹਾਤਾ ਤੁਹਾਨੂੰ ਮੈਂ। ਠੀਕ ਹੈ। ਸੈਂਸਰੀ ਹੁੰਦੀ ਹੈ ਸੰਵੇਦਨਸ਼ੀਲਤਾ ਪ੍ਰੋਬਲਮ। ਹੁਣ ਕਈ ਬੱਚਿਆਂ ਨੂੰ ਕੀ ਹੈ ਜੀ, ਹੁਣ ਦਿਮਾਗੀ ਸੰਵੇਦਨਾ ਨਹੀਂ ਹੁੰਦੀ ਉਹਨਾਂ ਦੇ ਵਿੱਚ, ਮੂਵਮੈਂਟ ਨਹੀਂ ਹੁੰਦੀਗੀ। ਠੀਕ ਹੈ ਜੀ। ਇਸ ਤੋਂ ਇਲਾਵਾ ਕਹਿੰਦਾ ਜੀ ਡਿਵੈਲਪਮੈਂਟ ਉਹਨਾਂ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਬੌਣਾਵਾਦ। ਇਸ ਤੋਂ ਇਲਾਵਾ ਕੀ ਹੈ ਜੀ ਬਿਹੇਵੀਅਰਲ ਜਾਂ ਇਮੋਸ਼ਨਲ, ਉਹ ਲੋਕਾਂ ਨਾਲ ਕੀ ਉਹਨਾਂ ਨੂੰ ਕੋਈ ਮਤਲਬ ਜ਼ਿਆਦਾ ਉਹ ਮਿਲ ਜੁਲ ਕੇ ਨਹੀਂ ਰਹਿੰਦੇ, ਘੁਲ ਮਿਲ ਕੇ ਨਹੀਂ ਰਹਿੰਦੇ। ਤੇ ਸਾਰੀ ਜਿਹੜੀ ਕੈਟਾਗਰੀਜ਼ ਹੈਗੀਆਂ ਰਾਜੇ ਤੁਹਾਡੀ ਸਪੈਸ਼ਲ ਨੀਡ ਦੇ ਅੰਡਰ ਆ ਜਾਣਗੀਆਂ। ਇਹ ਵੀ ਪੜ੍ਹ ਲਿਓ ਇੱਕ ਵਾਰੀ, ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ। ਫਿਜ਼ੀਕਲ ਵਿੱਚ ਤੁਹਾਨੂੰ ਮੈਂ ਦੱਸ ਹੀ ਦਿੱਤਾ ਰਾਜੇ। ਫਿਜ਼ੀਕਲ ਦੇ ਵਿੱਚ ਕੀ ਆ ਜਾਊਗਾ ਤੁਹਾਡਾ? ਮਸਕੂਲਰ ਆ ਜਾਊਗਾ। ਠੀਕ ਹੈ, ਲੈਪਰੋਸੀ ਆ ਜਾਊਗੀ। ਠੀਕ ਹੈ ਜੀ। ਤੁਹਾਡਾ ਸੈਰੀਬਰਲ ਪਾਲਸੀ ਕਰਾਤਾ, ਲੋਕੋਮੋਟਰ ਡਿਸੇਬਿਲਿਟੀਜ਼ ਕਰਾਤੀਆਂ, ਇਹ ਸਾਰਾ ਤੁਹਾਨੂੰ ਮੈਂ ਕਰਵਾਤਾ। ਠੀਕ ਹੈ, ਇਹ ਸਾਰਾ ਕੁਝ ਕਰਵਾਇਆ ਹੋਇਆ। ਇਸ ਤੋਂ ਇਲਾਵਾ ਕਹਿੰਦਾ ਜੀ ਇਹਨਾਂ ਵਿੱਚ ਮੁੱਖ ਤੌਰ ਤੇ ਤੁਰਨ ਫਿਰਨ ਦੇ ਵਿੱਚ ਸੰਤੁਲਨ ਦੇ ਨਾਲ, ਤੁਹਾਨੂੰ ਮੈਂ ਦੱਸਿਆ ਪਿੱਛੇ, ਪੋਸਚਰ ਨਹੀਂ ਬਣਾ ਸਕਦਾ ਬੱਚਾ, ਚੰਗੀ ਤਰ੍ਹਾਂ ਬੈਠ ਨਹੀਂ ਸਕਦਾ, ਇਹ ਸਾਰੀਆਂ ਫਿਜ਼ੀਕਲ ਦੇ ਅੰਡਰ ਆਉਂਦੀਆਂ ਨੇ। ਠੀਕ ਹੈ। ਜਾਂ ਕਿਸੇ ਨੂੰ ਕੋਈ ਹੈ ਮਤਲਬ ਦਿਮਾਗ ਦੇ ਵਿੱਚ ਕੋਈ ਨੁਕਸਾਨ ਹੈ, ਮਾਸਪੇਸ਼ੀਆਂ ਦਾ ਤਾਲਮੇਲ ਦਾ ਵਿਗਾੜ ਹੈਗਾ, ਇਹ ਸਾਰਾ ਇਹਦੇ ਅੰਡਰ ਆ ਜਾਊਗਾ। ਹੁਣ ਇਹ ਮਤਲਬ ਬਿਫੋਰ ਬਰਥ ਵੀ ਹੋ ਸਕਦਾ ਹੈ, ਮਤਲਬ ਕਿ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਉਦੋਂ ਵੀ ਇਹਨੂੰ ਬਿਮਾਰੀ ਹੋ ਸਕਦੀ ਹੈ, ਜਮਾਂਦਰੂ ਬਿਮਾਰੀ ਹੋ ਸਕਦੀ ਹੈ, ਜਾਂ ਬਰਥ ਤੋਂ ਬਾਅਦ ਵੀ ਹੋ ਸਕਦੀ ਹੈ, ਪਹਿਲਾਂ ਵੀ ਹੋ ਸਕਦੀ ਹੈ। ਠੀਕ ਹੈ, ਡਿਪੈਂਡ ਕਰਦਾ ਇਹ। ਇਸ ਤੋਂ ਇਲਾਵਾ ਕਹਿੰਦਾ ਜੀ ਜਿਹੜਾ ਆਪਣਾ ਮਾਸਪੇਸ਼ੀ ਡਾਇਸਟ੍ਰੋਫੀ ਕਰਾਈ ਹੈ ਤੁਹਾਨੂੰ ਮੈਂ, MD ਕਰਾਇਆ। ਇਹ ਬੇਸਿਕਲੀ ਕੀ ਹੈ? ਇੱਕ ਨਿਊਰੋ ਮਸਕੂਲਰ ਜੈਨੇਟਿਕ ਮਤਲਬ ਕਿ ਵਿਗਾੜ ਹੈਗਾ ਜਾਂ ਪ੍ਰੋਬਲਮ ਹੈਗੀ ਹੈ ਜਿਹੜੀ ਆਪਣੀ ਜਿਹੜੀ ਮਾਸਪੇਸ਼ੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰ ਦਿੰਦੀ ਹੈ। ਮਾਸਪੇਸ਼ੀ ਕਮਜ਼ੋਰ ਕਰਕੇ ਆਪਾਂ ਪ੍ਰੋਪਰ ਬੈਠ ਨਹੀਂ ਸਕਦੇਗੇ, ਆਪਾਂ ਪ੍ਰੋਪਰ ਪੋਸਚਰ ਨਹੀਂ ਬਣਾ ਸਕਦੇਗੇ। ਸੈਂਸਰੀ ਦੇ ਵਿੱਚ ਕੀ ਆ ਜਾਊਗਾ ਰਾਜੇ ਤੁਹਾਡਾ? ਸੈਂਸਰੀ ਦੇ ਵਿੱਚ ਜਿਵੇਂ ਮੰਨ ਲਓ, ਸੈਂਸਰੀ ਦਾ ਮਤਲਬ ਹੁੰਦਾ ਸੰਵੇਦਨਸ਼ੀਲਤਾ। ਹੁਣ ਜਿਵੇਂ ਸੈਂਸਰੀ ਦਾ ਮਤਲਬ ਹੁੰਦਾ ਸੈਂਸ ਕਰਨਾ। ਹੁਣ ਆਪਾਂ ਜਦੋਂ ਕੋਈ ਮੰਨ ਲਓ ਹੁਣ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਤੁਸੀਂ ਸੈਂਸ ਕਰ ਰਹੇ ਹੋ। ਤਾਂ ਜਦੋਂ ਕਿਸੇ ਨੂੰ ਸੁਣਨ ਦੇ ਵਿੱਚ ਪ੍ਰੋਬਲਮ ਹੈ, ਕੋਈ ਬਹਿਰਾ ਹੈ, ਕੋਈ ਬੋਲਾ ਹੈ, ਕੋਈ ਗੂੰਗਾ ਹੈ, ਕਿਸੇ ਕੋਲ ਲੋ ਵਿਜ਼ਨ ਹੈ, ਬਲਾਈਂਡਨੈਸ ਹੈ, ਇਹ ਸਾਰੀ ਕੀ ਹੈ? ਸੈਂਸਰੀ ਹੈ। ਠੀਕ ਹੈ। ਜਾਂ ਕੋਈ ਸੈਂਸ ਕਰਦਾ, ਜਿਵੇਂ ਸਮੈਲ ਕਰਦਾ, ਟੱਚ ਕਰਦਾ, ਟੇਸਟ ਹੈ, ਉਹਨਾਂ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਇਹ ਸਾਰੇ ਸੈਂਸਰੀ ਦੇ ਅੰਡਰ ਆ ਜਾਣਗੇ। ਓਕੇ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ, ਆ ਲਿਖਿਆ ਗਿਆ ਦੇਖੋ ਇਹਦੇ ਵਿੱਚ ਬੇਸਿਕਲੀ ਕੀ ਹੈ? ਇੱਕ ਜੈਨੇਟਿਕ ਕਾਰਨ ਹੋ ਸਕਦਾ ਰਾਜੇ ਦੇ ਵਿੱਚ, ਇਨਫੈਕਸ਼ਨ ਕਾਰਨ ਹੋ ਸਕਦਾ, ਲਾਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਨਫੈਕਸ਼ਨ ਕਾਰਨ ਹੋ ਸਕਦੀ ਹੈ। ਇਹ ਕਾਮਨ ਕਾਜ਼ ਨੇ ਕਾਦੇ? ਸੈਂਸਰੀ ਦੇ। ਨੈਕਸਟ ਹੈਗਾ ਡਿਵੈਲਪਮੈਂਟਲ ਪ੍ਰੋਬਲਮ। ਡਿਵੈਲਪਮੈਂਟਲ ਦਾ ਮਤਲਬ ਹੁੰਦਾ ਵਿਕਾਸ ਦੀ ਪ੍ਰੋਬਲਮ। ਹੁਣ ਜਿਹੜੀ ਵਿਕਾਸ ਦੀ ਪ੍ਰੋਬਲਮ ਹੁੰਦੀ ਹੈ ਰਾਜੇ, ਜਿਹੜਾ ਡਿਸਆਰਡਰ ਹੁੰਦਾ ਆਪਾਂ ਨੂੰ ਜਮਾਂਦਰੂ ਵੀ ਹੋ ਸਕਦਾ ਹੈ, ਮਾਂ ਦੇ ਗਰਭ ਦੇ ਵਿੱਚ ਵੀ ਹੋ ਸਕਦਾ ਹੈ, ਤੇ ਆਫਟਰ ਬਰਥ ਵੀ ਹੋ ਸਕਦਾ ਪ੍ਰੋਬਲਮ। ਠੀਕ ਹੈ, ਜੇ ਕੇਅਰ ਸਹੀ ਨਹੀਂ ਹੋ ਰਹੀ ਆਪਣੀ। ਤਾਂ ਹੁਣ ਇਹਦੇ ਵਿੱਚ ਹੁੰਦਾ ਕੀ ਹੈ ਤੁਹਾਨੂੰ ਬੇਸਿਕਲੀ ਦੱਸ ਦਿੰਦਾ। ਕਹਿੰਦਾ ਜੀ ਆਮ ਵਿਕਾਸ ਦੇ ਸੰਬੰਧੀ ਜਿਹੜੀਆਂ ਅਸਮਰਥਾਵਾਂ ਹੁੰਦੀਆਂ ਨੇ ਜਾਂ ਵਿਗਾੜ ਹੁੰਦੇ ਆ ਰਾਜੇ, ਬੇਸਿਕਲੀ ਕਹਿੰਦਾ ਜੀ ਇਹਨੂੰ ਕਹਿ ਦਿੰਦੇ ਆ ਔਟਿਜ਼ਮ ਸਪੈਕਟਰਮ ਡਿਸਆਰਡਰ। ਠੀਕ ਹੈ, ਜਾਂ ਡਾਊਨ ਸਿੰਡਰੋਮ ਕਹਿ ਦਿੰਦੇ ਆ, ਜਾਂ ਫਿਰ ਕਹਿ ਦਿੰਦੇ ਆ ਫ੍ਰੀਜ਼ਾਈਲ ਐਕਸ ਸਿੰਡਰੋਮ ਸ਼ਾਮਲ ਨੇ। ਮਤਲਬ ਇਹਨਾਂ ਦੇ ਨਾਮ ਨੇ ਬਿਮਾਰੀਆਂ ਦੇ ਜਿਹੜੇ ਇਹਨਾਂ ਵਿੱਚ ਆਉਂਦੀਆਂ ਨੇ ਡਿਵੈਲਪਮੈਂਟ ਦੇ ਵਿੱਚ। ਹੁਣ ਕਹਿੰਦਾ ਜੀ ਜਿਹੜਾ ਆਪਣਾ ਔਟਿਜ਼ਮ ਸਪੈਕਟਰਮ ਡਿਸਆਰਡਰ ਹੈਗਾ, ਬੇਸਿਕਲੀ ਇਹ ਕੀ ਹੈ? ਇੱਕ ਨਿਊਰੋਲੋਜੀਕਲ ਜਿਹੜੀ ਸਾਇੰਸ ਹੈਗੀ ਆ ਉਹਦੇ ਅੰਡਰ ਆਉਂਦਾ ਹੈ। ਇੱਕ ਡਿਵੈਲਪਮੈਂਟਲ ਡਿਸਆਰਡਰ ਹੈ ਜਿਹੜਾ ਇਫੈਕਟ ਕਿਹਨੂੰ ਕਰਦਾ? ਕਮਿਊਨੀਕੇਸ਼ਨ ਤੇ ਬਿਹੇਵੀਅਰ ਨੂੰ। ਕਿ ਪ੍ਰੋਪਰ ਆਪਾਂ ਕਮਿਊਨੀਕੇਟ ਨਹੀਂ ਕਰ ਸਕਦੇ, ਲੋਕਾਂ ਸਾਹਮਣੇ ਆਪਣੀ ਗੱਲ ਨਹੀਂ ਐਕਸਪ੍ਰੈਸ ਕਰ ਸਕਦੇ, ਆਪਾਂ ਘੁਲ ਮਿਲ ਨਹੀਂ ਸਕਦੇ, ਬਿਹੇਵੀਅਰ ਆਪਣਾ ਲੋਕਾਂ ਨਾਲ ਕੀ ਹੈ ਜ਼ਿਆਦਾ ਫਰੈਂਡਲੀ ਨਹੀਂ ਹੁੰਦਾਗਾ। ਤਾਂ ਇਹਦੇ ਅੰਡਰ ਆ ਜਾਂਦੇ ਆਪਾਂ। ਤਾਂ ਤੁਸੀਂ ਨਾਮ ਪੜ੍ਹ ਸਕਦੇ ਹੋ ਰਾਜੇ, ਔਟਿਜ਼ਮ ਸਪੈਕਟਰਮ ਡਿਸਆਰਡਰ। ਠੀਕ ਹੈ ਜੀ, ASD। ਇਸ ਤੋਂ ਇਲਾਵਾ ਕਹਿੰਦਾ ਜੀ ਜਿਹੜਾ ਇਹ ਹੁੰਦਾ ਹੈ ਰਾਜੇ, ਇਹ ਕਿਸੇ ਵੀ ਉਮਰ ਦੇ ਵਿੱਚ ਹੋ ਸਕਦਾ, ਜ਼ਰੂਰੀ ਨਹੀਂ ਹੈ ਕਿ ਬੱਚਿਆਂ 'ਚ ਹੋਊਗਾ, ਅਡਲਟ ਦੇ ਵਿੱਚ ਵੀ ਹੋ ਸਕਦਾ ਹੈ। ਕਹਿੰਦਾ ਬਟ ਸਟਿਲ ਇਟ ਇਜ਼ ਕਾਲਡ ਏ ਡਿਵੈਲਪਮੈਂਟਲ ਡਿਸਆਰਡਰ। ਡਿਵੈਲਪਮੈਂਟਲ ਡਿਸਆਰਡਰ ਤਾਂ ਕਹਿੰਦੇ ਆ ਕਿਉਂਕਿ ਇਹ ਵਿਕਾਸ ਦਰ ਵਿਕਾਸ, ਜਿਵੇਂ ਬੱਚੇ ਤੋਂ ਅਡਲਟ ਤੋਂ ਵੱਡਾ, ਵੱਡੇ ਤੋਂ ਬੁੱਢਾ, ਇਹ ਕਿਸੇ ਵੀ ਉਮਰ 'ਚ ਹੋ ਸਕਦਾ ਹੈ। ਠੀਕ ਹੈ ਜੀ। ਤਾਂ ਇਹ ਕਹਿੰਦਾ ਜੀ ਬਿਕਾਜ਼ ਜਿਹੜੇ ਸਿੰਪਟਮ ਹੁੰਦੇ ਜਨਰਲੀ ਕਹਿੰਦਾ ਪਹਿਲੇ 2 ਈਅਰ ਜਿਹੜੀ ਲਾਈਫ ਦੇ ਹੁੰਦੇ ਰਾਜੇ ਉਹਦੇ ਵਿੱਚ ਇਹ ਪਾਏ ਜਾਂਦੇ ਆ, ਲੇਕਿਨ ਉਦੋਂ ਆਇਡੈਂਟੀਫਾਈ ਨਹੀਂ ਹੁੰਦੇ। ਜਾਂ ਆਪਾਂ ਕਹਿ ਦਿੰਦੇ ਆ ਆਪਾਂ ਜ਼ਿਆਦਾ ਕੇਅਰ ਨਹੀਂ ਕਰਦੇ, ਜਾਂ ਉਹਦੇ ਜ਼ਿਆਦਾ ਉਹਦੇ ਬਾਰੇ ਵਰੀ ਨਹੀਂ ਕਰਦੇਗੇ, ਤਾਂ ਹੌਲੀ ਹੌਲੀ ਚੀਜ਼ ਵੱਧਦੀ ਰਹਿੰਦੀ ਹੈ ਤੇ ਵੱਡੇ ਹੋ ਕੇ ਚੀਜ਼ ਕੀ ਕਰਦੀ ਆਪਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ, ਜਾਂ ਉਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਅਫੈਕਟਡ ਹੋ ਜਾਂਦੇ ਆ। ਨੈਕਸਟ ਅਗਰ ਆਪਾਂ ਗੱਲ ਕਰੀਏ ਜਿਹੜਾ ਡਾਊਨ ਸਿੰਡਰਮ ਹੈਗਾ, ਡਾਊਨ ਸਿੰਡਰਮ ਪਿੱਛੇ ਪੜਾਇਆ,
ਇਹ ਵੀ ਇੱਕ ਤਰ੍ਹਾਂ ਦੀ ਕੀ ਹੈ, ਇੱਕ ਜੈਨੇਟਿਕ ਪ੍ਰੋਬਲਮ ਹੈ ਤੁਹਾਡੀ। ਹੁਣ ਆਪਣੇ ਬੋਡੀ ਵਿੱਚ ਕੀ ਹੁੰਦੇ ਰਾਜੇ, ਕ੍ਰੋਮੋਜ਼ੋਮ ਹੁੰਦੇ ਆ। ਤੁਹਾਨੂੰ ਜੇ ਪਤਾ ਹੋਵੇ ਰਾਜੇ, ਆਪਣੇ ਜਿਹੜੀ ਬੋਡੀ ਦੇ ਵਿੱਚ 46 ਕ੍ਰੋਮੋਜ਼ੋਮ ਹੁੰਦੇ ਆ, 23 ਦਾ ਪੇਅਰ ਹੁੰਦਾ ਹੈ, ਮਤਲਬ ਦੋ ਹੁੰਦੇ ਆ। 23 ਦੂਣਾ ਕਿੰਨਾ ਹੋ ਗਿਆ, 46 ਹੋ ਗਿਆ ਨਾ, 3 ਦੂਣੀ 6, 2 ਦੂਣੀ 4। ਤਾਂ ਆਪਣੇ ਕੋਲੇ 46 ਕ੍ਰੋਮੋਜ਼ੋਮ ਹੁੰਦੇ ਆ, ਤੇ ਇਹ ਨੰਬਰ ਹੁੰਦੇ ਆ ਜਿਵੇਂ 1 2 3 ਜਾਂ 21 ਨੰਬਰ ਕ੍ਰੋਮੋਜ਼ੋਮ ਹੁੰਦਾ। ਜਿਨ੍ਹਾਂ ਨੂੰ ਡਾਊਨ ਸਿੰਡਰੋਮ ਹੁੰਦਾ ਉਹਦੇ ਵਿੱਚ ਕੀ ਹੁੰਦਾ, 21 ਜਿਹੜਾ ਕ੍ਰੋਮੋਜ਼ੋਮ ਹੁੰਦਾ ਉਹ ਡਬਲ ਹੁੰਦਾ ਜਾਂ ਫਿਰ ਅੱਧਾ ਹੁੰਦਾ। ਆ ਦੇਖੋ ਲਿਖਿਆ ਗਿਆ, ਇੱਕ ਬੱਚਾ ਕ੍ਰੋਮੋਜ਼ੋਮ 21 ਦੀ ਇੱਕ ਵਾਧੂ ਜਾਂ ਫਿਰ ਅੰਸ਼ਕ ਕਾਪੀ ਨਾਲ ਪੈਦਾ ਹੁੰਦਾ, ਜਾਂ ਤਾਂ ਉਹਦੇ ਵਿੱਚ ਇੱਕ ਐਕਸਟਰਾ ਕਾਪੀ ਹੋਊਗੀ ਜਾਂ ਫਿਰ ਕੀ ਹੋਊਗਾ, ਉਹ ਘੱਟ ਹੋਊਗਾ ਇੱਕ ਅੰਸ਼, ਤਾਂ ਉਹਨੂੰ ਕੀ ਹੋ ਜਾਊਗਾ, ਡਾਊਨ ਸਿੰਡਰੋਮ ਹੋ ਜਾਊਗਾ। ਤਾਂ ਹੁਣ ਕ੍ਰੋਮੋਜ਼ੋਮ ਤੁਹਾਨੂੰ ਮੈਂ ਦੱਸ ਦਿੱਤੇ ਰਾਜੇ, ਆਪਣੇ ਬੋਡੀ ਦੇ ਵਿੱਚ ਕਿੰਨੇ ਹੁੰਦੇ ਆ, 23 ਜੋੜੇ ਹੁੰਦੇ ਆ, ਲੇਕਿਨ ਟੋਟਲ ਕ੍ਰੋਮੋਜ਼ੋਮ ਜੇ ਪੁੱਛੂਗਾ ਟੋਟਲ ਹੁੰਦੇ 46, ਜੋੜੇ ਕਿੰਨੇ ਹੁੰਦੇ ਆ, 23 ਹੁੰਦੇ ਆ। ਇਹ ਆਇਆ ਸੀ ਆਪਣੇ ਵਾਰ ਟੈਂਡਰ ਦੇ ਵਿੱਚ, ਪੇਪਰ ਦੇ ਵਿੱਚ ਆਇਆ ਸੀ, ਉਦੋਂ ਮੈਂ ਪੜਾਇਆ ਸੀਗਾ। ਬੇਸਿਕਲੀ ਇਹ ਕੀ ਹੁੰਦੇ ਆ, ਸਰੀਰ ਦੇ ਆਪਣੇ ਜੀਨਸ ਹੁੰਦੇ, ਜੀਨ ਜਿਹੜੇ ਆਪਣੀ ਬੋਡੀ 'ਚ ਪਾਏ ਜਾਂਦੇ ਆ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਹੁੰਦੇ ਕ੍ਰੋਮੋਜ਼ੋਮ। ਦੇਖੋ ਜੋੜਿਆਂ ਦੇ ਵਿੱਚ ਨਾ ਫਸਟ, ਸੈਕਿੰਡ, ਥਰਡ, ਫੋਰਥ, ਫਿਫਥ ਅਪ ਟੂ 23rd, ਠੀਕ ਹੈ। ਜਿਹੜਾ 23rd ਹੁੰਦਾ ਰਾਜੇ, ਉਹਨੂੰ XX ਲਿਖਿਆ ਗਿਆ, ਠੀਕ ਹੈ। ਤੁਹਾਨੂੰ ਪਤਾ ਹੀ ਹੈ XY ਕੀ ਹੁੰਦਾ, ਓਕੇ ਜੀ। ਅੱਗੇ ਹੈਗਾ ਜੀ ਡਿਵੈਲਪਮੈਂਟਲ ਪ੍ਰੋਬਲਮ। ਡਿਵੈਲਪਮੈਂਟਲ ਤੁਹਾਨੂੰ ਮੈਂ ਦੱਸ ਹੀ ਦਿੱਤਾ ਬੇਸਿਕਲੀ, ਠੀਕ ਹੈ ਜੀ। ਦਾ ਕੰਡੀਸ਼ਨ ਕਹਿੰਦਾ ਹੈਂਸ ਇਟ ਇਜ਼ ਕਾਲਡ ਦਾ ਟ੍ਰਾਈਜ਼ੋਮੀ 21, ਜਿਹੜੀ ਆਪਾਂ ਪਿੱਛੇ ਪੜ੍ਹ ਕੇ ਗਏ ਆ, ਜਿਹਦੇ ਵਿੱਚ ਕ੍ਰੋਮੋਜ਼ੋਮ ਵੱਡਾ ਹੁੰਦਾ, ਇੱਕ ਐਕਸਟਰਾ ਕਾਪੀ ਹੁੰਦੀ ਹੈ ਰਾਜੇ, ਉਹਨੂੰ ਕਹਿ ਦਿੰਦੇ ਟ੍ਰਾਈਜ਼ੋਮੀ 21, ਜਾਂ ਫਿਰ ਕਹਿ ਦਿੰਦੇ ਕ੍ਰੋਮੋਜ਼ੋਮ 21 ਕ੍ਰੀਏਟ ਵੇਰੀਅਸ ਪ੍ਰੋਬਲਮ ਐਂਡ ਮੇ ਅਫੈਕਟ ਦਾ ਪਰਸਨਸ ਫਿਜ਼ੀਕਲ ਐਜ਼ ਵੈਲ ਐਜ਼ ਮੈਂਟਲ ਕੰਡੀਸ਼ਨ। ਤੇ ਇਹਦੇ ਨਾਲ ਕੀ ਹੋ ਜਾਂਦਾ, ਆਪਣੀ ਮੈਂਟਲ ਹੈਲਥ ਤੇ ਵੀ ਇਫੈਕਟ ਪੈਂਦਾ, ਤੇ ਫਿਜ਼ੀਕਲ ਤੇ ਤਾਂ ਪੈਂਦਾ ਹੀ ਪੈਂਦਾ, ਠੀਕ ਹੈ ਜੀ। ਇਹ ਤੁਹਾਡੀ ਡਿਵੈਲਪਮੈਂਟ ਪ੍ਰੋਬਲਮ ਹੈ। ਅਗਲੇ ਆ ਗਿਆ ਜੀ ਆਪਣਾ ਬਿਹੇਵੀਅਰ ਪ੍ਰੋਬਲਮ ਆ ਗਈ, ਜਾਂ ਫਿਰ ਇਮੋਸ਼ਨਲ ਪ੍ਰੋਬਲਮ ਆ ਗਈ, ਜਿਹਦੇ ਵਿੱਚ ਕੀ ਹੋਊਗਾ ਰਾਜੇ, ਆਪਾਂ ਜਿਹੜੀ ਆਪਣੀ ਜਿਵੇਂ ਆਪਾਂ ਕਿਸੇ ਨਾਲ ਜ਼ਿਆਦਾ ਰਿਸ਼ਤਾ ਨਹੀਂ ਬਣਾ ਸਕਦੇਗੇ, ਮਤਲਬ ਬਿਲਡ ਨਹੀਂ ਕਰ ਸਕਦੇ, ਆਪਾਂ ਰਿਸ਼ਤੇ ਨਿਭਾ ਨਹੀਂ ਸਕਦੇ, ਰਿਲੇਸ਼ਨਸ਼ਿਪ ਦੇ ਵਿੱਚ ਰਹਿ ਨਹੀਂ ਸਕਦੇ। ਹੁਣ ਆਪਾਂ ਰਿਸ਼ਤੇ ਨਿਭਾਉਣੇ ਰਾਜੇ, ਰਿਸ਼ਤੇ ਕਾਹਦੇ ਹੁੰਦੇ, ਦੁੱਖ ਸੁੱਖ ਦੇ ਰਿਸ਼ਤੇ ਹੁੰਦੇ ਆ। ਹੁਣ ਇੱਕ ਬੰਦੇ ਨੂੰ ਸਮਝ ਹੀ ਨਹੀਂ ਹੈਗੀ ਰਿਸ਼ਤਿਆਂ ਦੀ, ਉਹ ਰਿਸ਼ਤੇ ਨਿਭਾ ਸਕਦਾ ਨਹੀਂ ਨਿਭਾ ਸਕਦਾ, ਕਿਉਂਕਿ ਉਹਦੇ ਵਿੱਚ ਇੰਨੀ ਕੈਪੇਬਿਲਿਟੀ ਨਹੀਂ ਹੈਗੀ ਉਸ ਰਿਸ਼ਤੇ ਨੂੰ ਨਿਭਾਉਣ ਦੀ। ਤਾਂ ਬੇਸਿਕਲੀ ਉਹਦੇ ਵਿੱਚ ਕੀ ਹੋਊਗੀ, ਬਿਹੇਵੀਅਰ ਪ੍ਰੋਬਲਮ ਹੋਊਗੀ, ਇਮੋਸ਼ਨਲ ਪ੍ਰੋਬਲਮ ਹੋਊਗੀ। ਕਹਿੰਦਾ ਚਿਲਡਰਨ ਵਿਦ ਦ ਬਿਹੇਵੀਅਰ ਔਰ ਇਮੋਸ਼ਨਲ ਡਿਸੇਬਿਲਿਟੀਜ਼ ਮੇ ਫਾਈਂਡ ਇਟ ਡਿਫਿਕਲਟ ਟੂ ਬਿਲਡ ਔਰ ਮੇਨਟੇਨ ਏ ਇੰਟਰਪਰਸਨਲ ਰਿਲੇਸ਼ਨਸ਼ਿਪ ਟੂ ਲਰਨ ਦਾ ਨਿਊ ਥਿੰਗਸ। ਉਹਦੇ ਵਿੱਚ ਨਵੀਆਂ ਚੀਜ਼ਾਂ ਸਿੱਖਣ ਦੀ ਸਮਰੱਥਾ ਨਹੀਂ ਹੈਗੀ, ਰਿਸ਼ਤੇ ਸੰਭਾਲਣ ਦੀ ਸਮਰੱਥਾ ਨਹੀਂ ਹੈਗੀ, ਉਹਨਾਂ ਨੂੰ ਸਮਝਣ ਦੀ ਸਮਰੱਥਾ ਨਹੀਂ ਹੈਗੀ, ਤਾਂ ਉਹ ਬੱਚਾ ਕਿਹਦੇ ਅੰਡਰ ਆ ਜਾਊਗਾ, ਬਿਹੇਵੀਅਰ ਔਰ ਇਮੋਸ਼ਨਲ ਡਿਸਆਰਡਰ ਦੇ ਅੰਡਰ ਆ ਜਾਊਗਾ। ਇਸ ਤੋਂ ਇਲਾਵਾ ਕਹਿੰਦਾ ਜੀ, ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਆ ਗਈ ਆਪਣੀ ADHD। ਇਹਦੀ ਫੁੱਲ ਫਾਰਮ ਇੰਨੀ ਵਾਰੀ ਆਈ ਹੈ ਐਗਜ਼ਾਮ ਦੇ ਵਿੱਚ, ਇੰਨੀ ਵਾਰੀ ਆਈ ਹੈ, ਮੈਂ ਕਹਿੰਦਾ, ਮੈਂ ਗਾਰੰਟੀ ਦਿੰਦਾ 101% ਤੁਹਾਨੂੰ ਕੁਐਸਚਨ ਆਊਗਾ। ਇਹਦੀ ਮੈਂ ਫੁੱਲ ਫਾਰਮ ਤੁਹਾਨੂੰ ਕਰਾਊਂਗਾ ਵੀ, ਪਰ ਅੱਗੇ ਜਾ ਕੇ ਤੁਹਾਡੇ ਤੋਂ ਕੁਐਸਚਨ ਵੀ ਪੁੱਛੂੰਗਾ, ਤੁਸੀਂ ਮੈਨੂੰ ਕਮੈਂਟ ਵੀ ਕਰਨਾ, ਤਾਂ ਧਿਆਨ ਦੇ ਨਾਲ ਹੁਣ, ਠੀਕ ਹੈ, ਤੁਸੀਂ ਯਾਦ ਕਰਨੀ ਹੈ ਇਹ ਜਿਹੜੀ ਮੈਂ ਹੁਣ ਬੋਲੂੰਗਾ। ਕਹਿੰਦਾ ਜੀ ਦੇ ਮੇ ਆਲਸੋ ਫੀਲ ਡਿਪਰੈਸਡ ਔਰ ਇਨਐਕਚੁਅਸ, ਠੀਕ ਹੈ, ਮਤਲਬ ਕਿ ਉਹ ਚਿੰਤਿਤ ਮਹਿਸੂਸ ਕਰਦੇ ਜਾਂ ਉਦਾਸ ਰਹਿੰਦੇ ਆ ਬੱਚੇ ਜਿਹੜੇ ਬਿਹੇਵੀਅਰਲ ਔਰ ਇਮੋਸ਼ਨਲ ਡਿਸਆਰਡਰ ਦੇ ਅੰਡਰ ਹੁੰਦੇ ਆ। ਤਾਂ ਬੇਸਿਕਲੀ ਇਹਨਾਂ 'ਚ ਦੋ ਪ੍ਰੋਬਲਮ ਪਾਈਆਂ ਜਾਂਦੀਆਂ, ADHD ਤੇ ADD। ਬੇਸਿਕਲੀ ਇਹ ਜਿਹੜੀ ADHD ਹੈ, ਇਹਦੇ ਅੰਡਰ ਹੀ ADD ਆ ਜਾਂਦੀ ਹੈ, ਤੇ ਆਪਾਂ ਆਹ ਪੜ੍ਹਨੀ ਆ ADHD ਹੁੰਦੀ ਕੀ ਹੈ। ਹੁਣ ADHD ਦੀ ਅਗਰ ਆਪਾਂ ਗੱਲ ਕਰੀਏ ਰਾਜੇ, ਇਹ ਹੁੰਦੀ ਹੈ ਅਟੈਂਸ਼ਨ, ਠੀਕ ਹੈ ਜੀ, ਤੁਹਾਡੀ ਅਟੈਂਸ਼ਨ ਡੈਫੀਸਿਟੀ ਹਾਈਪਰ, ਠੀਕ ਹੈ ਜੀ, ਹਾਈਪਰ ਪਰ ਐਕਟੀਵਿਟੀ ਡਿਸਆਰਡਰ, ਠੀਕ ਹੈ ਜੀ, ਅਟੈਂਸ਼ਨ ਡੈਫੀਸਿਟੀ ਹਾਈਪਰ ਐਕਟੀਵਿਟੀ ਡਿਸਆਰਡਰ, ਠੀਕ ਹੈ ਜੀ। ਫੁੱਲ ਫਾਰਮ ਯਾਦ ਰੱਖਣੀ ਹੈ ਰਾਜੇ, 101% ਪੁੱਛੀ ਜਾਊਗੀ। ਕਹਿੰਦਾ ਇਟ ਇਜ਼ ਏ ਨਿਊਰੋ ਡਿਵੈਲਪਮੈਂਟਲ ਡਿਸਆਰਡਰ। ਨਿਊਰੋ ਮਤਲਬ ਕੀ ਹੈ, ਤੰਤੂ ਵਿਗਿਆਨ ਆਪਣਾ, that affect the ਕਹਿੰਦਾ memory and the concentration of an individual and create trouble in the staying organized। ਕਹਿੰਦਾ ਮਤਲਬ ਕੀ ਹੈ, ਦਿਮਾਗੀ ਬਿਮਾਰੀ ਹੈ ਇਹ ਆਪਣੀ, ਇੱਕ ਦਿਮਾਗ ਦੇ ਸੰਬੰਧੀ ਵਿਗਾੜ ਹੈ, ਠੀਕ ਹੈ। ਇਹਦੇ ਵਿੱਚ ਵਿਅਕਤੀ ਦੀ ਜਿਹੜੀ ਯਾਦਦਾਸ਼ਤ ਹੁੰਦੀ ਹੈ ਜਾਂ ਤਾਂ ਜਮਾ ਹੀ ਨਹੀਂ ਹੁੰਦੀਗੀ, ਜੇ ਹੁੰਦੀ ਹੈ ਤਾਂ ਬਹੁਤ ਕਮਜ਼ੋਰ ਹੁੰਦੀ ਹੈ, ਉਹ ਆਰਗੇਨਾਈਜ਼ ਨਹੀਂ ਕਰ ਸਕਦਾ ਚੀਜ਼ਾਂ ਨੂੰ, ਉਹ ਟਰਬਲਿੰਗ ਹੁੰਦੀ ਹੈ, ਮਤਲਬ ਉਹਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਉਹ ਸੰਗਠਿਤ ਨਹੀਂ ਰਹਿ ਸਕਦਾਗਾ, ਠੀਕ ਹੈ। ਕਹਿੰਦਾ ਮਤਲਬ ਉਹ ਚੀਜ਼ਾਂ ਯਾਦ ਨਹੀਂ ਰੱਖ ਸਕਦਾਗਾ, ਉਹਨੇ ਕਰਨਾ ਕੀ ਆ, ਉਹਨੂੰ ਭੁੱਖ ਲੱਗੀ ਹੈ, ਉਹਨੇ ਰੋਟੀ ਖਾਣੀ ਹੈ ਨਹੀਂ ਖਾਣੀ, ਇਹ ਵੀ ਦੱਸ ਨਹੀਂ ਸਕਦਾਗਾ। ਤਾਂ ਇਹ ਹੁੰਦੀ ਹੈ ਜੀ ਤੁਹਾਡੀ ADHD ਪ੍ਰੋਬਲਮ। ਬਾਕੀ ਇਸ ਪ੍ਰੋਬਲਮ ਦੇ ਵਿੱਚ ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਹਾਨੂੰ ਸਿਰਫ ਫੁੱਲ ਫਾਰਮ ਹੀ ਪੁੱਛੀ ਜਾਊਗੀ, ਠੀਕ ਹੈ। ਹੁਣ ਇਹਦੇ ਵਿੱਚ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਮੈਂ, ਇਹ ਸਭ ਤੋਂ ਵੱਧ ਕਿੱਥੇ ਪਾਈ ਜਾਂਦੀ ਹੈ ਰਾਜੇ, ਅਮਰੀਕਨ ਚਿਲਡਰਨ ਦੇ ਵਿੱਚ ਪਾਈ ਜਾਂਦੀ ਹੈ, ਠੀਕ ਹੈ ਜੀ। ਉੱਥੇ ਜਿਹੜੇ ਬੱਚੇ ਹੈਗੇ ਆ ਰਾਜੇ ਬਹੁਤ ਜ਼ਿਆਦਾ ਪ੍ਰਭਾਵਿਤ ਨੇ। ਜੇ ਮੈਂ ਗੱਲ ਕਰਾਂ 6.1% ਤੇ 4% ਜਿਹੜੇ ਅਡਲਟ ਹੈਗੇ ਆ, ਜਿਹੜੇ 18 ਸਾਲ ਤੋਂ ਉੱਪਰ ਨੇ, ਉਹ ਵੀ ਇਸ ਡਿਸਆਰਡਰ ਨਾਲ ਕੀ ਕਰਦੇ ਆ, ਡੀਲ ਕਰਦੇ ਆ। ਤਾਂ ਉੱਥੇ ਇੱਕ ਲਾ ਬਣਾਇਆ ਗਿਆ ਜਾਂ ਇੱਕ ਐਕਟ ਹੈਗਾ ਰਾਜੇ, ਨੂੰ ਕਹਿ ਦਿੰਦੇ ਆ ਅਮਰੀਕਨ ਵਿਦ ਦਾ ਡਿਸੇਬਿਲਿਟੀ ਐਕਟ, ADA ਬੋਲਦੇ ਆ। ADA ਵੀ ਯਾਦ ਰੱਖ ਲਿਓ, ਇਹ ਅਮਰੀਕਾ ਦਾ ਐਕਟ ਹੈ ਜਿਹੜਾ ਇਸ ਪ੍ਰੋਬਲਮ ਨਾਲ ਡੀਲ ਕਰਦਾ। ਹੁਣ ਕੋਈ ਪ੍ਰੋਬਲਮ ਜਿਹੜੀ ਹੈਗੀ ਕਿਸੇ ਦੇਸ਼ ਦੇ ਵਿੱਚ ਵੱਧ ਹੁੰਦੀ ਹੈ, ਕਿਸੇ 'ਚ ਘੱਟ ਹੁੰਦੀ ਹੈ। ਹੁਣ ਅਮਰੀਕਾ ਦੇ ਵਿੱਚ ਵੱਧ ਹੈ, ਤਾਂ ਅਮਰੀਕਾ ਵਿੱਚ ਵੱਧ ਹੋਣ ਕਾਰਨ ਕੀ ਹੈ, ਉੱਥੇ ਇੱਕ ਐਕਟ ਬਣਾਇਆ ਗਿਆ, ਅਮਰੀਕਨ ਵਿਦ ਡਿਸੇਬਿਲਿਟੀ ਐਕਟ,
ADA ਦੇ ਅੰਡਰ ਆਉਂਦੀ ਹੈ ਇਹ ਪ੍ਰੋਬਲਮ, ਤੇ ADHD ਤੁਸੀਂ ਯਾਦ ਰੱਖਣੀ ਆ ਹੁੰਦੀ ਕੀ ਹੈ ਤੁਹਾਨੂੰ ਮੈਂ ਦੱਸਦਾ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ। ਹੁਣ ਆਪਣਾ ਮੋਸਟਲੀ ਜਿਹੜਾ ਇੰਪੋਰਟੈਂਟ ਪਾਰਟ ਉਹ ਖਤਮ ਹੋ ਗਿਆ। ਹੁਣ ਅੱਗੇ ਇੱਕ ਟਰਮ ਆ ਗਈ ਆਪਣੇ ਕੋਲੇ IEDC। ਹੁਣ IEDC ਕੀ ਹੁੰਦੀ ਹੈ ਰਾਜੇ, ਇਹ ਵੀ ਯਾਦ ਰੱਖਣਾ ਆਪਾਂ। ਬੇਸਿਕਲੀ ਕੀ ਹੈ, ਇਹ ਹੈਗੀ ਹੈ ਜੀ ਇੱਕ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, ਜਾਂ ਫਿਰ ਆਪਾਂ ਡਿਪਾਰਟਮੈਂਟ ਆਫ ਦਾ ਸੈਕੰਡਰੀ ਐਂਡ ਹਾਇਰ ਐਜੂਕੇਸ਼ਨ ਕਹਿ ਸਕਦੇ ਹਾਂ। ਇਹ ਆਪਣਾ ਇੱਕ ਮੰਤਰਾਲੇ ਹੈ ਇੰਡੀਆ ਦਾ। ਕਹਿੰਦਾ ਜੀ ਡੈਟ ਹੈਜ਼ ਬੀਨ ਇੰਪਲੀਮੈਂਟਿੰਗ ਦਾ ਸਕੀਮ ਆਫ ਦਾ ਇੰਟੀਗ੍ਰੇਟਿਡ, I ਫॉर ਇੰਟੀਗ੍ਰੇਟਿਡ, E ਫॉर ਐਜੂਕੇਸ਼ਨ ਫॉर ਦਾ ਡਿਸੇਬਲਡ ਚਿਲਡਰਨ। ਤਾਂ ਇੱਥੇ ਫੁੱਲ ਫਾਰਮ ਬਹੁਤ ਵਾਰੀ ਪੁੱਛੀ ਜਾਊਗੀ ਬੇਟੇ। ਜਿਹੜਾ ਆਪਣਾ ਭਾਰਤ ਸਰਕਾਰ ਦਾ ਮੰਤਰਾਲਾ ਹੈ, ਮੰਤਰਾਲਾ ਕਿਹੜਾ ਹੈਗਾ ਰਾਜੀ, ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ, ਜਾਂ ਫਿਰ ਡਿਪਾਰਟਮੈਂਟ ਆਫ ਦਾ ਸੈਕੰਡਰੀ ਐਂਡ ਹਾਇਰ ਐਜੂਕੇਸ਼ਨ। ਉਹਨਾਂ ਨੇ ਇੱਕ ਸਕੀਮ ਚਲਾਈ ਹੈ ਇੰਟੀਗ੍ਰੇਟਿਡ ਐਜੂਕੇਸ਼ਨ ਫॉर ਦਾ ਡਿਸੇਬਲਡ ਚਿਲਡਰਨ। ਇਹ ਚਲਾਈ ਗਈ ਸੀ 1982 ਦੇ ਵਿੱਚ। ਇਹਦੀ ਫੁੱਲ ਫਾਰਮ ਯਾਦ ਰੱਖ ਲੈਣੀ ਹੈ ਬੇਟੇ। ਤਾਂ ਦੇਖੋ ਸਰਕਾਰਾਂ ਜਿਹੜੀਆਂ ਹੁੰਦੀਆਂ ਕੋਈ ਨਾ ਕੋਈ ਪਾਲਿਸੀਜ਼, ਕੋਈ ਨਾ ਕੋਈ ਯੋਜਨਾਵਾਂ ਲਾਗੂ ਕਰਦੀਆਂ ਰਹਿੰਦੀਆਂ ਬੱਚਿਆਂ ਵਾਸਤੇ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ, ਕਹਿੰਦਾ ਜੀ ਦਾ ਮੇਨ ਆਬਜੈਕਟਿਵ ਆਫ ਦਾ ਸਕੀਮ ਇਜ਼ ਟੂ ਪ੍ਰੋਵਾਈਡ ਦਾ ਐਜੂਕੇਸ਼ਨਲ ਓਪਰਚੁਨਿਟੀਜ਼। ਅੱਛਾ ਜੀ ਇੱਕ ਮਿੰਟ ਜਸਟ ਸੈਕਿੰਡ, ਥੋੜੀ ਜਿਹੀ ਲਾਈਟ ਚਲੀ ਗਈ ਸੀ, ਮੈਨੂੰ ਦੇਖ ਲੈਣ ਦਿਓ ਵੀ ਆਪਣੀ ਰਿਕਾਰਡਿੰਗ ਚੱਲ ਰਹੀ ਹੈ, ਕਿਤੇ ਨਾ ਹੋਵੇ ਆਪਾਂ ਬੋਲੀ ਜਾਈਏ ਤੇ ਰਿਕਾਰਡਿੰਗ ਬੰਦ ਹੋ ਜਾਏ। ਪਲੀਜ਼ ਥੋੜਾ ਜਿਹਾ ਮੈਨੂੰ ਵਾਚ ਕਰ ਲੈਣ ਦਿਓ। ਨਹੀਂ ਚੱਲ ਰਹੀ ਹੈ, ਠੀਕ ਹੈ। ਹੁਣ ਦੇਖੋ ਇਹ ਸਕੀਮ ਦੇ ਵਿੱਚ ਕਹਿੰਦਾ ਕੀ ਹੈ, ਕਹਿੰਦਾ ਸਕੀਮ ਦੇ ਵਿੱਚ ਉਹਨਾਂ ਨੇ ਕੀਤਾ ਕੀ ਹੈ ਰਾਜੇ, ਇਹਦਾ ਮੇਨ ਆਬਜੈਕਟਿਵ ਕੀ ਹੈ, ਉਦੇਸ਼ ਕੀ ਹੈ ਕਿ ਉਹ ਬੱਚਿਆਂ ਨੂੰ ਮੌਕੇ ਪ੍ਰਦਾਨ ਕਰਨਾ, ਜਿਹੜੇ ਬੱਚੇ ਅਪਾਹਿਜ ਨੇ ਉਹਨਾਂ ਨੂੰ ਬਰਾਬਰ, ਮਤਲਬ ਕਿ ਜਿਹੜੇ ਨਾਰਮਲ ਸਕੂਲ ਆ ਉਹਨਾਂ ਵਿੱਚ ਉਹਨਾਂ ਨੂੰ ਦਾਖਲਾ ਦਿਵਾਉਣਾ। ਤੁਸੀਂ ਦੇਖਿਆ ਹੋਊਗਾ ਜਿਹੜੇ ਅਪਾਹਿਜ ਬੱਚੇ ਹੁੰਦੇ ਆ ਜਾਂ ਗੂੰਗੇ ਬੋਲੇ ਜਾਂ ਅੱਖਾਂ ਤੋਂ ਅੰਨੇ ਬੱਚੇ ਹੁੰਦੇ, ਉਹਨਾਂ ਦੇ ਸਪੈਸ਼ਲ ਸਕੂਲ ਵੀ ਹੁੰਦੇ ਆ, ਉਹ ਮੈਂ ਅੱਗੇ ਪੜਾਉਂਗਾ। ਪਰ ਇਹ ਮੰਤਰਾਲਾ ਕਹਿੰਦਾ ਵੀ ਇਹਨਾਂ ਨੂੰ ਆਪਾਂ ਉਹ ਸੇਮ ਓਪਰਚੁਨਿਟੀਜ਼ ਜਿਹੜੇ ਡਿਸੇਬਲਡ ਚਿਲਡਰਨ ਹੈਗੇ ਉਹਨਾਂ ਨੂੰ ਨਾਰਮਲ ਸਕੂਲ ਜਿੰਨੀਆਂ ਦੇਣੀਆਂ, ਜਾਂ ਫਿਰ ਉਹਨਾਂ ਨੂੰ ਨਾਰਮਲ ਸਕੂਲ ਦੇ ਵਿੱਚ ਹੀ ਰੱਖ ਕੇ ਦੂਜੇ ਬੱਚਿਆਂ ਦੇ ਨਾਲ ਪੜਾਇਆ ਜਾਵੇ, ਠੀਕ ਹੈ। ਤਾਂ ਕਹਿੰਦਾ ਲਿਖਿਆ ਹੋਇਆ the main objective of the scheme is to provide educational opportunities for the disabled children in the normal school so as to facilitate the their orientation in the school system। ਤਾਂ ਬੇਸਿਕਲੀ ਸਕੂਲ ਜਿਹੜੀ ਪ੍ਰਣਾਲੀ ਦੇ ਵਿੱਚ ਰੱਖਣ ਦੀ ਸਹੂਲਤ ਪ੍ਰਦਾਨ ਕਰਦਾ ਕੌਣ, IEDC, ਠੀਕ ਹੈ। ਇਸ ਤੋਂ ਇਲਾਵਾ ਲਿਖਿਆ ਗਿਆ ਰਾਜੇ ਜਿਹੜੇ ਵਿਕਲਾਂਗ ਬੱਚੇ ਹੁੰਦੇ ਆ, ਡਿਸੇਬਲਡ ਚਿਲਡਰਨ ਹੁੰਦੇ ਆ, ਉਹਨਾਂ ਨੂੰ ਵਿਸ਼ੇਸ਼ ਸਕੂਲਾਂ ਦੇ ਵਿੱਚ ਵੀ ਰੱਖਿਆ ਜਾਂਦਾ ਹੈ, ਉਹਨਾਂ ਨੂੰ ਨਾਰਮਲ ਸਕੂਲਾਂ ਦੇ ਵਿੱਚ ਵੀ ਰੱਖਿਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੇ ਇੰਟੀਗ੍ਰੇਸ਼ਨ, ਠੀਕ ਹੈ ਜੀ। ਕਾਮਨ ਸਕੂਲ ਜਿੱਥੇ ਕਿ ਨਾਰਮਲ ਬੱਚੇ ਵੀ ਹੋਣਗੇ, ਡਿਸੇਬਲਡ ਬੱਚੇ ਵੀ ਹੋਣਗੇ, ਠੀਕ ਹੈ। ਉਹ ਡੇਲੀ ਲਿਵਿੰਗ ਸਕਿੱਲ ਹੋ ਗਿਆ, ਫੰਕਸ਼ਨਲ ਲੈਵਲ ਦੇ ਹੁਨਰ ਹਾਸਲ ਕਰਦੇ ਆ ਉਹਨਾਂ ਵਿੱਚ ਰਹਿ ਕੇ, ਤਾਂ ਸਰਕਾਰ ਪ੍ਰੋਵਾਈਡ ਕਰਦੀ ਹੈ ਫੈਸਿਲਿਟੀ, ਠੀਕ ਹੈ, IEDC ਦੇ ਅੰਡਰ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੈ ਰਾਜੇ, ਆਪਣੇ ਕੋਲੇ ਜਿਹੜਾ ਸਿਸਟਮ ਹੈਗਾ ਰਾਜੇ, ਕਹਿੰਦਾ the following type of the children with the disabilities must be ਇੰਟੀਗ੍ਰੇਟਿਡ ਇਨ ਦਾ ਨਾਰਮਲ ਸਕੂਲ ਸਿਸਟਮ। ਤਾਂ ਬੇਸਿਕਲੀ ਕਿਹੜੀ ਕੈਟਾਗਰੀ ਵਾਲੇ ਬੱਚੇ ਨਾਰਮਲ ਸਕੂਲ ਵਿੱਚ ਪੜ੍ਹ ਸਕਦੇ ਆ। ਹੁਣ ਦੇਖੋ ਕਈ ਬੱਚੇ ਤਾਂ ਸਪੈਸ਼ਲ ਸਕੂਲਾਂ 'ਚ ਪੜ੍ਹਦੇ ਆ, ਪਰ ਕਿਹੜੇ ਬੱਚੇ ਪੜ੍ਹ ਸਕਦੇ ਆ ਨਾਰਮਲ ਸਕੂਲਾਂ ਦੇ ਵਿੱਚ, ਜਿਹੜੇ ਫਾਰਮਲ ਐਜ਼ ਵੈਲ ਐਜ਼ ਨਾਨ ਫਾਰਮਲ ਸਕੂਲ। ਤਾਂ ਫਸਟ ਜਿਹੜੇ ਬੱਚੇ ਜਿਹੜਾ ਕਹਿੰਦਾ ਜੀ ਚਿਲਡਰਨ ਵਿਦ ਦਾ ਲੋਕੋਮੋਟਰ ਹੈਂਡੀਕੈਪਟ। ਹੁਣ ਦੇਖੋ ਜਿਹੜੇ ਹੈਂਡੀਕੈਪਟ ਬੱਚੇ ਹੁੰਦੇ ਆ ਉਹ ਮੈਂਟਲੀ ਤਾਂ ਨਹੀਂ ਪ੍ਰੋਬਲਮ ਹੈਗੀ ਉਹਨਾਂ ਨੂੰ, ਪਰ ਉਹਨਾਂ ਨੂੰ ਫਿਜ਼ੀਕਲ ਪ੍ਰੋਬਲਮ ਹੈਗੀ ਹੈ, ਤਾਂ ਉਹ ਨਾਰਮਲ ਸਕੂਲ ਦੇ ਵਿੱਚ ਪੜ੍ਹ ਸਕਦੇ ਆ। ਤਾਂ ਯਾਦ ਰੱਖਣਾ ਕਿਹੜੇ ਬੱਚੇ ਨਾਰਮਲ ਸਕੂਲ 'ਚ ਪੜ੍ਹ ਸਕਦੇ ਆ, ਕਿਹੜੇ ਨਹੀਂ ਪੜ੍ਹ ਸਕਦੇ, ਯਾਦ ਰੱਖਣਾ OH ਦੇ ਅੰਡਰ ਆਉਂਦੇ ਆ, children with the locomotor handicaps, ਠੀਕ ਹੈ ਜੀ। mildly and moderately hearing problem, ਜਿਨ੍ਹਾਂ ਨੂੰ ਮਤਲਬ ਥੋੜੀ ਬਹੁਤੀ ਜਿਵੇਂ ਮੋਡਰੇਟ ਲੈਵਲ ਦੀ ਸੁਣ ਦੀ ਪ੍ਰੋਬਲਮ ਹੈਗੀ ਹੈ, ਜਿਵੇਂ ਕੋਈ ਕੰਨਾਂ ਵਿੱਚ ਮਸ਼ੀਨ ਲਾ ਕੇ ਵੀ ਸੁਣ ਸਕਦੇ ਆ, ਉਹ ਬੱਚੇ ਵੀ ਨਾਰਮਲ ਸਕੂਲਾਂ 'ਚ ਪੜ੍ਹ ਸਕਦੇ ਆ। partially sighted children, ਠੀਕ ਹੈ ਜੀ। ਇਹ ਸਾਰੇ ਜਿਹੜੇ ਬੱਚੇ ਹੈਗੇ ਰਾਜੇ ਨਾਰਮਲ ਸਕੂਲਾਂ ਦੇ ਵਿੱਚ ਪੜ੍ਹ ਸਕਦੇ ਆ ਤੁਹਾਡੇ, ਠੀਕ ਹੈ। ਇਹਨਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਸਪੈਸ਼ਲ ਸਕੂਲਾਂ ਦੇ ਵਿੱਚ ਜਾਣ ਵਾਸਤੇ। ਤਾਂ ਪੰਜਾਬੀ 'ਚ ਵੀ ਲਿਖਿਆ ਗਿਆ ਰਾਜੇ ਲੋਕੋਮੋਟਰ ਜਿਹੜੇ ਹੈਂਡੀਕੈਪਟ ਬੱਚੇ ਹੋ ਗਏ, ਜਿਹੜੇ ਹਲਕੀ ਤੇ ਦਰਮਿਆਨੀ ਜਿਹੜੀ ਉਹਨਾਂ ਦੀ ਸੁਣਨ ਦੀ ਕਮਜ਼ੋਰੀ ਹੁੰਦੀ ਹੈ, ਜਾਂ ਜਿਹੜੇ ਜਿਨ੍ਹਾਂ ਨੂੰ ਨਜ਼ਰ ਕਮਜ਼ੋਰ ਹੁੰਦੀ ਥੋੜੀ ਬਹੁਤੀ, ਉਹ ਪੜ੍ਹ ਸਕਦੇ ਆ ਨਾਰਮਲ ਸਕੂਲਾਂ ਦੇ ਵਿੱਚ। ਇਹ ਮੈਂ ਨਹੀਂ ਕਹਿ ਰਿਹਾ, ਇਹ IEDC ਕਹਿ ਰਹੀ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਕਹਿੰਦਾ ਜੀ ਇਹਦੇ ਵਿੱਚ ਕਹਿੰਦਾ ਜੀ ਮੈਂਟਲੀ ਹੈਂਡੀਕੈਪਟ ਐਜੂਕੇਸ਼ਨਲ ਗਰੁੱਪ, ਠੀਕ ਹੈ, ਜਿਨ੍ਹਾਂ ਦਾ IQ ਲੈਵਲ ਹੁੰਦਾ 50 ਤੋਂ ਲੈ ਕੇ 70 ਤੱਕ, ਜਾਂ ਚਿਲਡਰਨ ਵਿਦ ਦਾ ਮਲਟੀਪਲ ਹੈਂਡੀਕੈਪਸ, ਬਲਾਈਂਡ ਜਾਂ ਔਰਥੋ ਜਿਹੜੇ ਪੀੜੀਆ ਹੁੰਦੇ ਆ, ਹੀਰਿੰਗ ਪ੍ਰੋਬਲਮ ਹੁੰਦੀ ਹੈ, ਉਹ ਪੜ੍ਹ ਸਕਦੇ ਆ ਰਾਜੇ। ਤਾਂ ਸਾਰੇ ਬੱਚੇ ਕੀ ਆ ਜਿਹੜੇ ਇਹ ਨਾਰਮਲ ਸਕੂਲਾਂ ਵਿੱਚ ਪੜ੍ਹ ਸਕਦੇ ਆ, ਜਿਨ੍ਹਾਂ ਨੂੰ ਥੋੜੀ ਬਹੁਤੀ ਮੋਡਰੇਟ ਲੈਵਲ ਦੀ ਪ੍ਰੋਬਲਮ ਹੁੰਦੀ, ਚਾਹੇ ਉਹ ਫਿਜ਼ੀਕਲੀ ਹੋਵੇ ਚਾਹੇ ਉਹ ਵਿਜ਼ੂਅਲੀ ਹੋਵੇ, ਠੀਕ ਹੈ ਜੀ। ਇਹ ਪੜ੍ਹ ਸਕਦੇ ਆ। ਤਾਂ ਲਿਖਿਆ ਹੋਇਆ ਰਾਜੇ ਮਾਨਸਿਕ ਤੌਰ ਤੇ ਜਿਹੜੇ ਅਪਾਹਿਜ ਬੱਚੇ ਹੋ ਗਏ, ਮਲਟੀਪਲ ਅਪੰਗਤਾ ਵਾਲੇ ਬੱਚੇ ਜਿਹੜੇ ਅੰਨੇ ਹੋ ਸਕਦੇ ਥੋੜੇ ਬਹੁਤੇ, ਠੀਕ ਹੈ, ਸੁਣਨ ਦੀ ਕਮਜ਼ੋਰੀ ਹੋ ਸਕਦੀ ਹੈ, ਠੀਕ ਹੈ ਜੀ। ਇਹ ਸਾਰੇ ਬੱਚੇ ਆ ਸਕਦੇ ਇਹਦੇ ਵਿੱਚ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਇਹਦੇ ਵਿੱਚ, ਠੀਕ ਹੈ ਜੀ। ਇਹਦੇ ਵਿੱਚ ਨਾ 3 ਤਰ੍ਹਾਂ ਦਾ ਮਤਲਬ ਕੀ, ਹੁਣ ਦੇਖੋ ਹੁਣ ਇਹ ਕੌਣ ਡਿਸਾਈਡ ਕਰੂਗਾ, ਜਿਹੜਾ ਇਹ ਮਤਲਬ ਜਿਹੜੀ ਇਹ ਸਕੀਮ ਹੈ ਇਹਦੇ ਅੰਡਰ ਕੌਣ ਡਿਸਾਈਡ ਕਰੂਗਾ ਵੀ ਕਿਹੜੇ ਬੱਚੇ ਨਾਰਮਲ ਸਕੂਲ 'ਚ ਜਾਣਗੇ, ਕਿਹੜੇ ਸਪੈਸ਼ਲ ਸਕੂਲ 'ਚ ਜਾਣਗੇ। ਤਾਂ ਰਾਜੇ ਇੱਥੇ 3 ਮੈਂਬਰ ਦੀ ਇੱਕ ਟੀਮ ਹੁੰਦੀ ਹੈ ਰਾਜੇ। ਇਹਦੀ ਟੀਮ ਦੇ ਵਿੱਚ ਕੌਣ ਹੁੰਦਾ, ਇੱਕ ਡਾਕਟਰ ਹੁੰਦਾ, ਇੱਕ ਥੋੜਾ ਸਾਈਕੋਲੋਜਿਸਟ ਹੁੰਦਾ, ਠੀਕ ਹੈ ਜੀ, ਡਾਕਟਰ ਹੁੰਦਾ, ਸਪੈਸ਼ਲ ਐਜੂਕੇਟਰ ਹੁੰਦਾ, ਟੀਚਰ ਹੁੰਦਾ ਜਿਹੜਾ ਸਪੈਸ਼ਲ ਜਿਹੜਾ ਉਹਨੂੰ ਸੰਭਾਲਦਾ। ਤਾਂ 3 ਤਰ੍ਹਾਂ ਦੀ ਟੀਮ ਹੁੰਦੀ ਹੈ,
ਤੇ ਇਹ ਤਿੰਨੇ ਟੀਮ ਜਿਹੜੇ ਮੈਂਬਰ ਹੁੰਦੇ ਆ ਇਹ ਡਿਸਾਈਡ ਕਰਦੇ ਆ ਬੱਚਾ ਨਾਰਮਲ ਸਕੂਲ 'ਚ ਪੜੂਗਾ ਜਾਂ ਫਿਰ ਸਪੈਸ਼ਲ ਸਕੂਲ ਦੇ ਵਿੱਚ ਪੜੂਗਾ। ਲਿਖਿਆ ਗਿਆ ਕਿ ਵੈਦਰ ਉਹ ਨਾਰਮਲ ਸਕੂਲ 'ਚ ਜਾਊਗਾ ਜਾਂ ਫਿਰ ਸਪੈਸ਼ਲ ਸਕੂਲ 'ਚ ਜਾਊਗਾ। ਇਹ ਕੌਣ ਕਹਿੰਦਾ ਰਾਜੇ? ਜਿਹੜੀ ਆਪਣੀ ਇੱਕ ਸਕੀਮ ਪਿੱਛੇ ਪੜ੍ਹ ਕੇ ਗਏ ਆਪਾਂ, अर्ਲੀ ਚਾਈਲਡਹੁੱਡ ਐਜੂਕੇਸ਼ਨ ਸੈਂਟਰ ਜਾਂ ਸਕੀਮ ਪੜ੍ਹ ਕੇ ਗਏ ਆਪਾਂ, ਠੀਕ ਹੈ ਜੀ। ਤਾਂ ਇਹ ਸਕੀਮ ਦੇ ਅੰਡਰ ਇਹ ਟੀਮ ਡਿਸਾਈਡ ਕਰੂਗੀ। ਪੁੱਛਿਆ ਜਾ ਸਕਦਾ ਵੀ ਕੌਣ ਕੌਣ ਹੁੰਦਾ, ਕਿ ਡਾਕਟਰ ਹੋਊਗਾ ਤੁਹਾਡਾ, ਸਾਈਕੋਲੋਜੀਕਲ ਡਾਕਟਰ ਹੋਊਗਾ, ਸਪੈਸ਼ਲ ਐਜੂਕੇਟਰ ਹੋਊਗਾ। ਐਜੂਕੇਟਰ ਦਾ ਮਤਲਬ ਕੀ ਹੁੰਦਾ? ਟੀਚਰ ਹੁੰਦਾ। ਤਾਂ ਲਿਖਿਆ ਗਿਆ ਰਾਜੇ ਤੁਹਾਡਾ ਇੱਕ ਡਾਕਟਰ, ਇੱਕ ਮਨੋਵਿਗਿਆਨੀ, ਠੀਕ ਹੈ, ਮਨੋਵਿਗਿਆਨੀ ਹੋ ਗਿਆ ਤੁਹਾਡਾ, ਇੱਕ ਵਿਸ਼ੇਸ਼ ਸਿੱਖਿਅਕ ਹੋ ਗਿਆ। ਇਹ ਤਿੰਨਾਂ ਜਿਹੜੇ ਮੈਂਬਰ ਹੁੰਦੇ ਆ ਇਹ ਟੀਮ ਕੀ ਕਰਦੀ ਹੈ? ਮੁਲਾਂਕਣ ਕਰਦੀ ਹੈ, ਠੀਕ ਹੈ, ਐਨਾਲਿਸਿਸ ਕਰਦੀ ਹੈ ਕਿ ਬੱਚੇ ਨੂੰ ਸਿੱਧਾ ਇੱਕ ਆਮ ਸਕੂਲ 'ਚ ਭੇਜਣਾ ਜਾਂ ਫਿਰ ਸਪੈਸ਼ਲ ਸਕੂਲ ਦੇ ਵਿੱਚ ਭੇਜਣਾ, ਠੀਕ ਹੈ ਜੀ। ਤਾਂ ਅੱਗੇ ਇਸ ਸਕੀਮ ਦੇ ਵਿੱਚ ਲਿਖਿਆ ਗਿਆ, ਕਹਿੰਦਾ ਜੀ ਜਿਹੜੀ IEDC ਸਕੀਮ ਹੈ ਕਹਿੰਦੇ ਤਹਿਤ ਤੇ ਅਧਿਆਪਕ ਪ੍ਰਦਾਨ ਕੀਤੇ ਜਾਂਦੇ ਆ ਬੱਚਿਆਂ ਨੂੰ ਇਹਦੇ ਵਿੱਚ ਖਾਣ ਪੀਣ ਦਾ ਸਮਾਨ, ਕਿਤਾਬ ਭੱਤਾ, ਟਰਾਂਸਪੋਰਟੇਸ਼ਨ ਦਾ ਭੱਤਾ ਜਿਹੜਾ ਫ੍ਰੀ ਦਿੱਤਾ ਜਾਂਦਾ ਜਿਹੜੇ ਬੱਚਿਆਂ ਨੂੰ ਇਹਨੂੰ ਸਪੈਸ਼ਲ ਸਕੂਲ ਦੇ ਵਿੱਚ ਭੇਜਿਆ ਜਾਂਦਾ ਹੈ, ਠੀਕ ਹੈ, ਸਰਕਾਰ ਦਿੰਦੀ ਹੈ ਇਹ। ਹੁਣ ਆਪਾਂ ਗੱਲ ਕਰਦੇ ਵੀ ਸਪੈਸ਼ਲ ਸਕੂਲ ਕੀ ਹੁੰਦੇ ਆ। ਸਪੈਸ਼ਲ ਸਕੂਲ ਤੁਹਾਨੂੰ ਪਤਾ ਹੀ ਹੈ ਬੇਟੇ, ਜਿਹੜੇ ਗਵਰਨਮੈਂਟ ਹੈਗੀ ਆ ਕੁਝ ਸਪੈਸ਼ਲ ਸਕੂਲ ਚਲਾਉਂਦੀ ਹੈ ਜਿਹਦੇ ਵਿੱਚ ਸਪੈਸ਼ਲ ਜਿਹੜੇ ਵਿਚਾਰੇ ਬੱਚੇ ਆ ਜਿਹੜੇ ਬਹੁਤ ਜ਼ਿਆਦਾ ਅਫੈਕਟਡ ਨੇ ਜਾਂ ਫਿਜ਼ੀਕਲੀ ਚੈਲੰਜ ਨੇ ਜਾਂ ਕੁਝ ਵੀ ਮਤਲਬ ਕਹਿ ਲਓ ਮੈਂਟਲੀ, ਸੈਂਸਰੀ, ਜੋ ਮਰਜੀ, ਠੀਕ ਹੈ, ਉਹ ਸਾਰੇ ਇਹਦੇ ਵਿੱਚ ਆ ਜਾਣਗੇ। ਕਹਿੰਦਾ ਦਿਸ ਇਜ਼ ਦਾ ਪ੍ਰੋਗਰਾਮ ਆਫ ਦਾ ਮਿਨਿਸਟਰੀ ਆਫ ਦਾ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ, ਠੀਕ ਹੈ ਜੀ। ਇੰਪਾਵਰਮੈਂਟ ਦੇ ਵਿੱਚ ਜਿਹੜੇ ਜਾਂ ਸੋਸ਼ਲ ਜਸਟਿਸ ਦੇ ਅੰਡਰ ਜਿਹੜਾ ਸਮਾਜਿਕ ਨਿਆਂ ਹੋ ਗਿਆ, ਆਪਣਾ ਸ਼ਕਤੀਕਰਨ ਮੰਤਰਾਲਿਆ ਹੋ ਗਿਆ, ਉਹਦਾ ਇੱਕ ਪ੍ਰੋਗਰਾਮ ਹੈ ਸਪੈਸ਼ਲ ਸਕੂਲ। ਇਹਦੇ ਵਿੱਚ ਜਿਹੜੇ ਮਲਟੀਪਲ ਡਿਸੇਬਿਲਿਟੀਜ਼ ਵਾਲੇ ਬੱਚੇ ਹੁੰਦੇ ਆ, ਜਿਨ੍ਹਾਂ ਨੂੰ ਡਿਫਿਕਲਟੀਜ਼ ਹੁੰਦੀਆਂ ਨੇ ਰਾਜੇ, ਵਿਸ਼ੇਸ਼ ਤੌਰ ਤੇ ਮੁਸ਼ਕਲਾਂ ਆਉਂਦੀਆਂ ਨੇ, ਠੀਕ ਹੈ ਜੀ, ਰੈਗੂਲਰ ਸਕੂਲ ਦੇ ਵਿੱਚ ਨਹੀਂ ਪੜ੍ਹ ਸਕਦੇ ਉਹ, ਉਹਨਾਂ ਨੂੰ ਸਪੈਸ਼ਲ ਸਕੂਲ 'ਚ ਪੜ੍ਹਾਇਆ ਜਾਂਦਾ। ਉਹ ਰੈਗੂਲਰ ਸਕੂਲ 'ਚ ਕਿਉਂ ਨਹੀਂ ਪੜ੍ਹਾਉਂਦੇ? ਕਿਉਂਕਿ ਉਹ ਬੱਚਾ ਕੰਪੀਟ ਨਹੀਂ ਕਰ ਪਾਉਂਦਾ। ਜੇ ਕੰਪੀਟ ਨਹੀਂ ਕਰ ਪਾਊਗਾ ਉਹਦਾ ਮੋਰਲ ਕੀ ਹੋ ਜਾਊਗਾ? ਡਾਊਨ ਹੋ ਜਾਊਗਾ। ਉਹਨੂੰ ਐ ਲੱਗੂਗਾ ਯਾਰ ਮੈਂ ਤਾਂ ਬਹੁਤ ਵੀਕ ਹਾਂ, ਇਸ ਕਰਕੇ ਉਹਨਾਂ ਨੂੰ ਸਪੈਸ਼ਲ ਸਕੂਲ ਦੇ ਵਿੱਚ ਭੇਜਿਆ ਜਾਂਦਾ ਹੈ। ਤਾਂ ਠੀਕ ਹੈ ਜੀ, ਇਹਦੇ ਵਿੱਚ ਲਿਖਿਆ ਗਿਆ ਕਹਿੰਦਾ ਜੀ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਵਿਸ਼ੇਸ਼ ਸਕੂਲ ਹੁੰਦੇ ਆ ਸ਼ਹਿਰੀ ਖੇਤਰਾਂ ਦੇ ਵਿੱਚ ਹੁੰਦੇ ਨੇ ਰਾਜੇ। ਇਹ ਜਿਹੜੀਆਂ ਆਪਣੇ NGO ਹੁੰਦੇ ਆ, ਠੀਕ ਹੈ, ਉਹ ਉਹਨਾਂ ਦੁਆਰਾ ਜ਼ਿਆਦਾ ਚਲਾਏ ਜਾਂਦੇ ਆ, ਜਿਹੜੇ ਰਹਿਣ ਸਹਿਣ, ਖਾਣ ਪੀਣ ਜਾਂ ਮੁਫਤ ਸਹੂਲਤਾਂ ਜਿਹੜੀਆਂ ਪ੍ਰਦਾਨ ਕਰਦੇ ਇਹਨਾਂ ਬੱਚਿਆਂ ਨੂੰ, ਠੀਕ ਹੈ ਜੀ। ਤਾਂ ਇਹ ਸੀਗਾ ਜੀ ਤੁਹਾਡਾ ਗੱਲਬਾਤ। ਹੁਣ ਲਾਸਟ ਦੇ ਵਿੱਚ ਆਪਾਂ ਪੜ੍ਹਦੇ ਹਾਂ ਨੈਸ਼ਨਲ ਇੰਸਟੀਚਿਊਟ ਆਫ ਦਾ ਓਪਨ ਸਕੂਲਿੰਗ। ਇਹ ਵੀ ਯਾਦ ਰੱਖਣਾ ਨਾ, NIOS ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਇੰਸਟੀਚਿਊਟ ਆਫ ਦਾ ਓਪਨ ਸਕੂਲਿੰਗ। ਹੁਣ ਨੈਸ਼ਨਲ ਇੰਸਟੀਚਿਊਟ ਆਫ ਦਾ ਓਪਨ ਸਕੂਲਿੰਗ ਕੀ ਹੈ? ਕਹਿੰਦਾ ਜੀ ਸਭ ਤੋਂ ਪਹਿਲਾ ਓਪਨ ਸਕੂਲ ਸੀਗਾ NSO, ਕਹਿੰਦੇ ਇਹਨੂੰ ਨੈਸ਼ਨਲ ਓਪਨ ਸਕੂਲ ਵਜੋਂ ਜਾਣਿਆ ਜਾਂਦਾ। ਤੁਹਾਨੂੰ ਪੁੱਛਿਆ ਜਾ ਸਕਦਾ ਵੀ ਸਭ ਤੋਂ ਪਹਿਲਾ ਓਪਨ ਸਕੂਲ ਕਿਹੜਾ ਸੀਗਾ, ਤਾਂ ਇਹ ਹੈਗਾ ਜੀ ਤੁਹਾਡਾ N, ਠੀਕ ਹੈ ਜੀ, O ਤੇ S, ਨੈਸ਼ਨਲ ਓਪਨ ਸਕੂਲ। ਇਹਦੀ ਸਥਾਪਨਾ ਹੋਈ ਸੀ 1989 ਦੇ ਵਿੱਚ। ਇੱਕ ਆਟੋਨੋਮਸ ਰਜਿਸਟਰਡ ਸੁਸਾਇਟੀ ਨੇ ਇਹ ਸ਼ੁਰੂ ਕੀਤਾ ਸੀਗਾ, ਠੀਕ ਹੈ ਜੀ। ਤੇ ਇਹ ਤੋਂ ਬਾਅਦ ਮਤਲਬ ਕਿ ਹੁਣ ਬਹੁਤ ਸਾਰੇ ਜਿਹੜੇ ਸਕੂਲ ਆ ਖੋਲੇ ਗਏ ਆ, ਸਪੈਸ਼ਲ ਸਕੂਲ ਵੀ ਖੋਲੇ ਗਏ ਆ ਉਹਨਾਂ ਬੱਚਿਆਂ ਵਾਸਤੇ ਜਿਹੜੇ ਕੀ ਪ੍ਰੋਬਲਮ ਦੇ ਵਿੱਚ ਆ, ਜਿਹੜੇ ਡਿਸੇਬਿਲਿਟੀਜ਼ ਦੇ ਅੰਡਰ ਆਉਂਦੇ ਆ, ਠੀਕ ਹੈ। ਤਾਂ ਅੰਗਰੇਜ਼ੀ ਦੇ ਵਿੱਚ ਵੀ ਲਿਖਿਆ ਗਿਆ ਰਾਜੇ ਤੁਹਾਡੀ ਹੈਲਪ ਵਾਸਤੇ। ਤਾਂ ਕਹਿੰਦਾ ਜੀ ਇੱਕ ਤਰ੍ਹਾਂ ਦਾ ਇਹ ਫਾਊਂਡੇਸ਼ਨ ਕੋਰਸ ਹੋ ਗਿਆ, 8ਵੀਂ ਜਮਾਤ ਦੇ ਪੱਧਰ ਦਾ ਕੋਰਸ ਹੋ ਗਿਆ, ਸੈਕੰਡਰੀ ਸਿੱਖਿਆ ਹੋ ਗਈ, ਉੱਚ ਸਿੱਖਿਆ ਹੋ ਗਈ, ਵੋਕੇਸ਼ਨਲ ਕੋਰਸ ਹੋ ਗਏ, ਸਾਰਾ ਇਹ ਪ੍ਰਦਾਨ ਕਰਦੀ ਹੈ ਸਿੱਖਿਆ। ਕੌਣ? ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ, ਠੀਕ ਹੈ ਜੀ। ਇਹਦੇ ਅੰਡਰ ਆਉਂਦਾ ਕੀ ਹੈ? ਯੂਨੀਵਰਸਲ ਐਲੀਮੈਂਟਰੀ ਐਜੂਕੇਸ਼ਨ ਆ ਜਾਂਦੀ ਹੈ ਤੁਹਾਡੀ, UEE ਕਿਹਨੂੰ ਕਹਿ ਦਿੰਦੇ ਆ। ਬੇਸਿਕਲੀ ਕੀ ਹੈ ਕਿ ਓਪਨ ਬੇਸਿਕ ਐਜੂਕੇਸ਼ਨ ਦਾ ਪ੍ਰੋਗਰਾਮ ਪ੍ਰਦਾਨ ਕਰਦੀ ਹੈ ਇਹ ਸੰਸਥਾ, ਠੀਕ ਹੈ, ਜਿਹਦੇ ਵਿੱਚ ਅਪਾਹਜ ਬੱਚਿਆਂ ਲਈ ਪ੍ਰੋਗਰਾਮ ਸ਼ਾਮਲ ਹੁੰਦਾ ਹੈ। ਇਹ 'ਚ ਕਿਹੜੇ ਪ੍ਰੋਗਰਾਮ ਸ਼ਾਮਲ ਹੁੰਦੇ ਆ ਰਾਜੇ? ਤਾਂ ਇਹਦੇ ਵਿੱਚ ਆਪਣੇ ਕੋਲੇ ਹੁੰਦੇ 4 ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ। ਓਪਨ ਬੇਸਿਕ ਐਜੂਕੇਸ਼ਨ ਹੋ ਗਈ ਆਪਣੀ, ਠੀਕ ਹੈ ਜੀ। ਦਿਸ ਇਜ਼ ਦਾ ਕਹਿੰਦਾ ਪ੍ਰੋਜੈਕਟ ਫॉर ਆਊਟ ਆਫ ਦਾ ਸਕੂਲ ਚਿਲਡਰਨ ਦਾ ਏਜ ਗਰੁੱਪ ਕਿੰਨੀ ਹੈ? 6 ਤੋਂ 14 ਸਾਲ। ਜਿਹੜੇ ਇਹ ਓਪਨ ਬੇਸਿਕ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ, ਇਹ ਉਮਰ ਦਾ ਜਿਹੜਾ ਗਰੁੱਪ ਹੈਗਾ ਰਾਜੇ 6 ਤੋਂ ਲੈ ਕੇ 14 ਸਾਲ ਹੁੰਦਾ ਹੈ। ਇਹਦੇ ਵਿੱਚ ਆਪਣੇ, ਠੀਕ ਹੈ ਜੀ, 3 ਤਰ੍ਹਾਂ ਦੇ ਲੈਵਲ ਹੁੰਦੇ ਆ। ਪਹਿਲਾ ਹੁੰਦਾ ਜੀ ਲੈਵਲ A, ਜਿਹਦੇ ਵਿੱਚ 1 ਤੋਂ ਲੈ ਕੇ 3rd ਕਲਾਸ ਤੱਕ, B ਲੈਵਲ ਦੇ ਵਿੱਚ 4 ਤੋਂ ਲੈ ਕੇ 5ਵੀਂ ਕਲਾਸ, ਤੇ C ਦੇ ਵਿੱਚ ਲੈ ਕੇ 6ਵੀਂ ਤੋਂ 8ਵੀਂ। ਤਾਂ ਯਾਦ ਰੱਖਣਾ ਓਪਨ ਸਕੂਲ ਦੇ ਵਿੱਚ ਕੀ ਆ ਜਾਂਦਾ? 1st ਤੋਂ ਲੈ ਕੇ 8th ਸਟੈਂਡਰਡ ਤੱਕ ਆ ਜਾਂਦਾ ਹੈ। 3 ਗਰੁੱਪ ਦੇ ਵਿੱਚ ਇਹ ਵੰਡਿਆ ਗਿਆ ਰਾਜੇ, ਠੀਕ ਹੈ। ਪਹਿਲਾ ਓਪਨ ਸਕੂਲ ਕਦੋਂ ਖੋਲਿਆ ਗਿਆ, ਕਿਹੜੀ ਸੰਸਥਾ ਕੰਮ ਕਰਦੀ ਹੈ ਰਾਜੇ, ਇਹ ਸਾਰਾ ਕੁਝ ਯਾਦ ਰੱਖਣਾ ਤੁਸੀਂ, ਠੀਕ ਹੈ, ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ। ਨੈਕਸਟ ਹੁਣ ਦੇਖੋ ਜੀ, ਇਹ ਸੀਗਾ ਸਾਰੀ ਗੱਲਬਾਤ, ਤੁਹਾਨੂੰ ਮੈਂ ਬਹੁਤ ਵਧੀਆ ਕਰਵਾਇਆ, ਇਸ ਤੋਂ ਵਧੀਆ ਨਹੀਂ ਕਰਵਾ ਸਕਦਾ, ਠੀਕ ਹੈ। ਮੈਨੂੰ ਲੱਗਦਾ ਅੱਜ ਤੱਕ ਤੁਸੀਂ ਪੜ੍ਹਿਆ ਵੀ ਨਹੀਂ ਹੋਊਗਾ ਵਧੀਆ, ਤੇ ਬਹੁਤ ਮਿਹਨਤ ਨਾਲ ਦੇਖੋ ਮੈਂ ਰਾਤ ਲੱਗਦਾ ਘੱਟੋ ਘੱਟ 4 ਤੋਂ 5 ਘੰਟੇ ਦੇ ਵਿੱਚ ਇਹ ਤਿਆਰ ਕੀਤੀ ਹੈ ਤੁਹਾਡੀ PPT, ਠੀਕ ਹੈ। ਵੈਸੇ 2 ਦਿਨ ਦੇ ਵਿੱਚ ਕੀਤੀ ਹੈ, ਪਰ ਰਾਤ ਮੈਂ 4-5 ਘੰਟੇ ਬਹੁਤ ਲਾਏ ਆ। ਤੇ ਆ ਤੁਸੀਂ ਮੈਨੂੰ ਹੁਣ ਕੁਐਸਚਨ ਦੇ ਆਨਸਰ ਕਰਨੇ ਆ ਰਾਜੇ, ਤੇ ਇਸ ਕੁਐਸਚਨ ਦਾ ਆਨਸਰ ਮੈਂ ਨਹੀਂ ਕਰੂੰਗਾ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰਨਾ ਹੈ। ਦੇਖਣਾ ਹੈ ADHD ਦੀ ਫੁੱਲ ਫਾਰਮ ਕੀ ਹੈ, A ਹੈ, B ਹੈ, C ਹੈ, D ਹੈ। ਤਾਂ ਕੋਸ਼ਿਸ਼ ਕਰਿਓ ਉੱਥੇ ABCD ਨਾ ਲਿਖਿਓ, ਪੂਰਾ ਲਿਖ ਦਿਓ, ਤਾਂ ਜੋ ਮੈਨੂੰ ਪਤਾ ਲੱਗ ਜੇ ਤੁਸੀਂ ਠੀਕ ਲਿਖੀ ਹੈ ਜਾਂ ਫਿਰ ਗਲਤ ਲਿਖੀ ਹੈ। ਇਹਨਾਂ ਵਿੱਚ ਜਿਹੜੀ ਵੀ ਹੈਗੀ ਹੈ ਤੁਸੀਂ ਮੈਨੂੰ ਲਿਖ ਦੇਣੀ ਹੈ। ਨੈਕਸਟ ਕੁਐਸਚਨ ਵੱਲ ਵਧਦੇ ਆ। ਜਿਹੜੀ ਕੋਈ ਚੀਜ਼ ਰਹਿ ਜੂਗੀ ਮੈਂ ਉਹ ਜਦੋਂ ਮੈਂ MCQ ਕੋਰਸ ਲਾਂਚ ਕਰੂੰਗਾ ਉਹਦੇ ਵਿੱਚ ਕਵਰ ਕਰ ਦੂੰਗਾ, ਵੈਸੇ 101% ਕਵਰ ਕਰਤਾ। ਹੁਣ ਅਗਲੇ ਕੁਐਸਚਨ ਵੱਲ ਮੂਵ ਕਰਦੇ ਆ। ਕਹਿੰਦਾ ਜੀ ਇਨ ਵਿਚ ਈਅਰ ਦਾ UN, ਠੀਕ ਹੈ ਜੀ, ਕਨਵੈਨਸ਼ਨ ਔਨ ਦਾ ਰਾਈਟਸ ਆਫ ਦਾ ਪਰਸਨ ਵਿਦ ਡਿਸਏਬਿਲਿਟੀਜ਼ ਵਾਜ਼ ਹੈਲਡ। ਬੇਸਿਕਲੀ ਕਹਿੰਦਾ ਜੀ UN ਨੇ ਜਿਹੜੇ ਕਨਵੈਨਸ਼ਨ ਹੈਗੀ ਹੈ, ਜਿਹੜੇ ਬੱਚੇ ਜਾਂ ਜਿਹੜੇ ਪਰਸਨ
ਠੀਕ ਹੈ ਜੀ ਅਪਾਇਜ ਹੁੰਦੇ ਆ ਉਹਨਾਂ ਦੇ ਰਾਈਟਸ ਵਾਸਤੇ ਕਦੋਂ ਹੋਈ ਸੀਗੀ ਉਹ, ਠੀਕ ਹੈ, ਯੂਐਨ ਦੀ ਕਨਵੈਨਸ਼ਨ ਕਦੋਂ ਹੋਈ ਸੀਗੀ, 13 ਦਸੰਬਰ 2004 ਨੂੰ ਹੋਈ ਸੀਗੀ, 13 ਦਸੰਬਰ 2005 ਨੂੰ ਜਾਂ 6 ਨੂੰ ਜਾਂ 7 ਨੂੰ, ਕਦੋਂ ਹੋਈ ਸੀਗੀ? ਇੱਕ ਸਟੈਟਿਕ ਫੈਕਟ ਹੈ ਬੇਟਾ, ਯਾਦ ਰੱਖ ਲਿਓ, ਇਹ ਹੋਈ ਸੀਗੀ 13 ਦਸੰਬਰ 2006 ਨੂੰ ਹੋਈ ਸੀਗੀ, ਬਸ ਇਹ ਯਾਦ ਹੀ ਰੱਖਣਾ, ਇੱਕ ਸਟੈਟਿਕ ਫੈਕਟ ਹੈ, ਚਾਹੇ ਰੱਟਾ ਮਾਰ ਲਓ ਇਹਨੂੰ। ਅੱਗੇ ਕਹਿੰਦਾ ਜਿਹਦਾ ਟਰਮ ਇਨਕਲੂਸਿਵ ਐਜੂਕੇਸ਼ਨ, ਜਿਵੇਂ ਤੁਹਾਨੂੰ ਮੈਂ ਅੱਜ ਪੜਾਇਆ ਨਾ ਜਿਹਨਾਂ ਜਿਸ ਮੈਂ ਬੋਲਿਆ ਸਪੈਸ਼ਲ ਸਕੂਲ ਹੁੰਦੇ ਆ, ਓਪਨ ਸਕੂਲ ਹੁੰਦੇ ਆ, ਉਹਨੂੰ ਕਹਿ ਦਿੰਦੇ ਆ ਟੈਕਨੀਕਲ ਟਰਮ ਦੇ ਵਿੱਚ ਇਨਕਲੂਸਿਵ ਐਜੂਕੇਸ਼ਨ ਕਹਿ ਦਿੰਦੇ ਆ। ਹੁਣ ਤੁਸੀਂ ਮੈਨੂੰ ਦੱਸਣਾ ਵੀ ਇਨਕਲੂਸਿਵ ਐਜੂਕੇਸ਼ਨ ਦਾ ਮਤਲਬ ਕੀ ਹੈ। ਕਹਿੰਦਾ ਜੀ ਐਜੂਕੇਸ਼ਨ ਆਫ ਦਾ ਚਿਲਡਰਨ ਬਿਲੋਂਗ ਟੂ ਦਾ ਸ਼ਡਿਊਲਡ ਕਾਸਟ ਐਂਡ ਸ਼ਡਿਊਲਡ ਟ੍ਰਾਈਬ, ਠੀਕ ਹੈ ਜੀ, ਗਲਤ ਹੈ, ਠੀਕ ਹੈ, ਸ਼ਡਿਊਲਡ ਕਾਸਟ ਸ਼ਡਿਊਲਡ ਟ੍ਰਾਈਬ ਵਾਲੇ ਤਾਂ ਵੈਸੇ ਹੀ ਪੜ ਸਕਦੇ ਆ। ਕਹਿੰਦਾ ਜੀ ਐਜੂਕੇਸ਼ਨ ਆਫ ਦਾ ਚਿਲਡਰਨ ਵਿਦ ਦਾ ਡਿਸੇਬਿਲਿਟੀਜ਼ ਅਲੋਂਗ ਵਿਦ ਦਾ ਨਾਰਮਲ ਵਨ, ਠੀਕ ਹੈ, ਤਾਂ ਇਹ ਕੀ ਹੈ ਜੀ, ਠੀਕ ਹੈ ਜੀ, ਕਹਿੰਦਾ ਐਜੂਕੇਸ਼ਨ ਆਫ ਦਾ ਚਿਲਡਰਨ ਵਿਦ ਦਾ ਡਿਸੇਬਿਲਿਟੀ ਅਲੋਂਗ ਵਿਦ ਦਾ ਨਾਰਮਲ ਵਨ। ਤੁਹਾਨੂੰ ਮੈਂ ਦੱਸਿਆ ਵੀ ਕੁਝ ਬੱਚੇ ਜਿਹੜੇ ਨਾਰਮਲ ਸਕੂਲਾਂ ਵਿੱਚ ਪੜ ਸਕਦੇ ਆ ਤੇ ਜਿਹੜੇ ਥੋੜੇ ਬਹੁਤੇ ਅਪਾਇਜ ਹੁੰਦੇ ਆ, ਕੁਝ ਲੈਵਲ ਤੱਕ ਅਪਾਇਜ ਹੁੰਦੇ ਆ, ਤਾਂ ਬਿਲਕੁਲ ਠੀਕ ਆਨਸਰ ਕੀ ਬਣੂਗਾ? ਸੈਕੰਡ ਬਣੂਗਾ। ਆ ਮਲਟੀਗ੍ਰੇਡ ਵੀ ਨਹੀਂ ਹੈਗਾਗਾ, ਚਿਲਡਰਨ ਫਰੋਮ ਦਾ ਮਾਈਨੋਰਿਟੀ ਗਰੁੱਪ ਵੀ ਨਹੀਂ ਹੈਗਾ, ਤਾਂ ਕਿੰਨਾ ਵਧੀਆ ਕੁਐਸਚਨ ਸੀਗਾ। ਇਦਾਂ ਦੇ ਕੁਐਸਚਨ ਤੁਹਾਨੂੰ ਆਉਣਗੇ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਅਗਲਾ ਜੀ ਤੁਸੀਂ ਮੈਨੂੰ ਦੱਸਣਾ ਜੀ SEN ਦਾ ਮਤਲਬ ਕੀ ਹੈ? ਬਹੁਤ ਸੌਖਾ ਕੁਐਸਚਨ ਹੈ। SEN ਦਾ ਮਤਲਬ ਕੀ ਹੈ ਤੁਹਾਡਾ? ਠੀਕ ਹੈ, ਇਹਨੂੰ ਕਹਿ ਦਿੰਦੇ ਆ ਜੀ ਸਪੈਸ਼ਲ ਐਜੂਕੇਸ਼ਨਸ ਨੀਡ। ਕੀ ਕਹਿ ਦਿੰਦੇ ਆ? ਸਪੈਸ਼ਲ ਐਜੂਕੇਸ਼ਨ ਨੀਡਸ, ਠੀਕ ਹੈ ਜੀ, ਕਲੀਅਰ ਹੈ, ਇਹ ਯਾਦ ਰੱਖ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜਿਹੜਾ UN ਕਨਵੈਨਸ਼ਨ ਸੀਗਾ, ਠੀਕ ਹੈ, ਜਿਹੜਾ ਰਾਈਟ ਆਫ ਦਾ ਚਿਲਡਰਨ ਜਾਂ ਡਿਸੇਬਿਲਿਟੀਜ਼ ਦੇ ਅੰਡਰ ਆਉਂਦੇ ਆ, ਤਾਂ ਇਹਦੇ ਵਿੱਚੋਂ ਕਿਹੜੀ ਸਟੇਟਮੈਂਟ ਟਰੂ ਹੈ? ਕਹਿੰਦਾ ਜੀ ਦਾ ਰਾਈਟ ਟੂ ਡਿਵੈਲਪਮੈਂਟ, ਉਹਨੂੰ ਕਹਿੰਦਾ ਜੀ ਵਿਕਾਸ ਦਾ ਪੂਰਾ ਹੱਕ ਹੈ। ਰਾਈਟ ਟੂ ਐਕਸਪ੍ਰੈਸ਼ਨ, ਆਪਣੀ ਗੱਲ ਰੱਖਣ ਦਾ ਹੱਕ ਹੈ। ਰਾਈਟ ਟੂ ਰੀਕ੍ਰੀਏਸ਼ਨ, ਮਤਲਬ ਕਿ ਆਪਣਾ ਰੀਕ੍ਰੀਏਸ਼ਨ ਦਾ ਮਤਲਬ ਹੁੰਦਾ ਕਿ ਆਪਣੇ ਆਪ ਨੂੰ ਸੁਧਾਰਨਾ, ਆਪਣੇ ਆਪ ਦੇ ਵਿੱਚ ਵਿਕਸਿਤ ਹੋਣਾ। ਤੇ ਇਹਦੇ ਵਿੱਚੋਂ ਕਿਹੜੇ ਆ ਗਏ ਰਾਜੇ? ਆਪਣੇ ਕੋਲ ਸਾਰੇ ਆ ਗਏ, 1 2 3 ਸਾਰੇ ਉਹਦੇ ਰਾਈਟ ਨੇ ਬੱਚੇ ਦੇ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਇਨ ਵਿਚ ਈਅਰ ਦਾ ਰਾਈਟ ਆਫ ਦਾ ਪਰਸਨ ਵਿਦ ਦਾ ਡਿਸੇਬਿਲਿਟੀਜ਼ ਬਿੱਲ ਵਾਸ ਪਾਸਡ। ਇਹ ਆਪਣੀ ਲੋਕ ਸਭਾ ਦੇ ਵਿੱਚ ਪਾਸ ਹੋਇਆ ਰਾਜੇ ਬਿੱਲ। ਕਦੋਂ ਹੋਇਆ ਬਿੱਲ ਪਾਸ? ਇਹ ਬਿੱਲ ਦੇ ਉੱਪਰ ਵੀ ਪੜਾ ਦਾਂਗੇ ਕਿਸ ਦਿਨ ਜੇ ਟਾਈਮ ਲੱਗਿਆ ਮੇਰਾ। ਤਾਂ ਕਦੋਂ ਪਾਸ ਹੋਇਆ ਰਾਜੇ ਇਹ ਜਿਹੜਾ ਬਿੱਲ ਜਿਹੜਾ ਪਾਸ ਹੋਇਆ? ਤਾਂ ਇਹ ਜਿਹੜਾ ਪਾਸ ਹੋਇਆ ਰਾਜੇ ਤੁਹਾਡਾ ਬਿੱਲ, ਇਹ ਹੋਇਆ ਜੀ 2016 ਦੇ ਵਿੱਚ ਪਾਸ, ਠੀਕ ਹੈ, ਇਹਦਾ ਯਾਦ ਰੱਖ ਲਿਓ। ਅਗਲਾ ਹੈਗਾ ਜਿਹਦਾ ਰੈਲੇਹੇਬੇਸ਼ਨ ਕਾਉਂਸਲ ਆਫ ਦਾ ਇੰਡੀਆ RCI ਐਕਟ 1992 ਆਇਆ ਸੀਗਾ, ਇਹ ਪਾਰਲੀਮੈਂਟ 'ਚ ਪਾਸ ਕੀਤਾ ਗਿਆ। ਕਹਿੰਦਾ ਕ੍ਰੀਏਟਡ ਟੂ ਰੈਗੂਲੇਟ ਮੈਨ ਪਾਵਰ ਡਿਵੈਲਪਮੈਂਟ ਪ੍ਰੋਗਰਾਮ ਇਨ ਦਾ ਫੀਲਡ ਆਫ, ਕਿਹੜੀ ਫੀਲਡ ਦੇ ਵਿੱਚ ਹੁੰਦਾ ਰਾਜੇ ਇਹ ਜਿਹੜਾ ਐਕਟ ਹੈ? ਇਹ ਕਿਹੜੀ ਫੀਲਡ ਦੇ ਵਿੱਚ ਹੈ ਰਾਜੇ? ਤਾਂ ਤੁਹਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਇਹ ਜਿਹੜਾ ਐਕਟ ਹੈਗਾ ਰੀਹੈਬਿਲਿਟੇਸ਼ਨਸ ਕਾਉਂਸਲ ਆਫ ਇੰਡੀਆ ਐਕਟ। ਇਹ ਕਿਹਦੇ ਨਾਲ ਡੀਲ ਕਰਦਾ ਰਾਜੇ? ਇਹ ਡੀਲ ਕਰਦਾ ਐਜੂਕੇਸ਼ਨ ਫॉर ਇੰਡੀਵਿਜੂਅਲ ਵਿਦ ਦਾ ਸਪੈਸ਼ਲ ਨੀਡ। ਤਾਂ ਤੁਹਾਡਾ ਅੱਜ ਦਾ ਬਹੁਤ ਬਹੁਤ ਖਾਸ ਇਹ ਜਿਹੜੇ ਸੀਗੇ MCQ ਸੀਗੇ। ਆਈ ਹੋਪ ਤੁਹਾਨੂੰ ਇਹ ਕਲਾਸ ਬਹੁਤ ਵਧੀਆ ਲੱਗੀ ਹੋਊਗੀ। 101% ਲੈਵਲ ਦੀ ਕਲਾਸ ਸੀਗੀ। ਦੇਖੋ ਚੰਗੀ ਚੀਜ਼ ਆਉਣ ਵਾਸਤੇ ਥੋੜਾ ਟਾਈਮ ਲੱਗਦਾ ਹੈ, ਮੈਂ ਮੰਨਦਾ ਤੁਸੀਂ ਵਰੀ ਕਰਦੇ ਹੋ, ਪੇਪਰ ਬਹੁਤ ਨਜ਼ਦੀਕ ਹੈ, ਬਟ ਮੈਂ ਵੀ ਥੋੜਾ ਜਿਹਾ ਬਿਜ਼ੀ ਹੁੰਦਾ ਬੇਟੇ। ਕੋਸ਼ਿਸ਼ ਮੇਰੀ ਪੂਰੀ ਹੁੰਦੀ ਹੈ ਡੇਲੀ ਤੁਹਾਨੂੰ ਕੋਈ ਨਾ ਕੋਈ ਵੀਡੀਓ ਦਿੱਤੀ ਜਾਵੇ, ਪਰ ਪਲੀਜ਼ ਥੋੜਾ ਜਿਹਾ ਤੁਸੀਂ ਉਹ ਕਰ ਲਿਆ ਕਰੋ, ਇੰਤਜ਼ਾਰ ਕਰ ਲਿਆ ਕਰੋ। ਸਿਲੇਬਸ ਮੈਂ ਪੂਰਾ ਕਰਵਾ ਦੂੰਗਾ। ਤੇ ਬਾਕੀ ਜੇ ਕੰਪਿਊਟਰ ਦੇ ਕਿਸੇ ਨੇ ਨੋਟਸ ਲੈਣੇ ਬੇਟੇ, ਪੰਜਾਬੀ ਮੀਡੀਅਮ ਦੇ ਵਿੱਚ, ਅੰਗਰੇਜ਼ੀ ਦੇ ਵਿੱਚ, ਪੰਜਾਬ GK ਦੇ ਵੀ, ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ, ਪੰਜਾਬੀ ਵਿਆਕਰਨ ਦੇ, ਤੁਸੀਂ ਮੈਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਰਾਜੇ। ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਪ੍ਰੋਵਾਈਡ ਕੀਤੇ ਜਾ ਰਹੇ ਆ, ਹੋਰ ਕਿਤੋਂ ਨਹੀਂ ਮਿਲਣਗੇ। ਤੁਸੀਂ ਕੁਆਲਿਟੀ ਦੇਖ ਲਓ, ਪਿਛਲੀ ਵਾਰੀ ਸਾਰਾ ਕੰਪਿਊਟਰ ਜਿਹੜੇ ਮੈਂ ਨੋਟਸ ਤਿਆਰ ਕੀਤੇ ਉਹਦੇ ਵਿੱਚੋਂ ਹੀ ਆਇਆ, ਵਿਦ ਪ੍ਰੂਫ ਤੁਸੀਂ YouTube ਤੇ ਦੇਖ ਸਕਦੇ ਹੋ। ਬਾਕੀ ਜੇ ਤੁਸੀਂ ਲੈ ਲਿਆ ਤਾਂ ਹੋਰ ਨਾ ਮੇਰੀ ਹੈਲਪ ਵਾਸਤੇ, ਜੇ ਤੁਹਾਨੂੰ ਲੱਗਦਾ ਕਿ ਮੈਂ ਤੁਹਾਨੂੰ ਵਧੀਆ ਪੜ੍ਹਾ ਰਿਹਾ, ਤੁਹਾਡੇ ਵਾਸਤੇ ਮਿਹਨਤ ਕਰ ਰਿਹਾ, ਤਾਂ ਤੁਸੀਂ ਮੇਰੀ ਹੈਲਪ ਵਾਸਤੇ ਅੱਗੇ ਸ਼ੇਅਰ ਕਰ ਸਕਦੇ ਹੋ, ਲੋਕਾਂ ਨੂੰ ਦੱਸ ਸਕਦੇ ਹੋ, ਤਾਂ ਜੋ ਕਿਸੇ ਹੋਰ ਭੈਣ ਭਰਾ ਦੀ ਕੀ ਹੋ ਸਕੇ, ਮਦਦ ਹੋ ਸਕੇ। ਤਾਂ ਸ਼ੁਕਰੀਆ ਬੇਟੇ। ਕਲਾਸ ਨੂੰ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ, ਕਮੈਂਟ ਕਰਿਓ ਜੋ ਤੁਹਾਨੂੰ ਮੈਂ ਪੁੱਛਿਆ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਹੋਰਨਾਂ ਦੋਸਤਾਂ ਤੋਂ ਵੀ ਕਰਵਾਓ, ਠੀਕ ਹੈ। ਸ਼ੁਕਰੀਆ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।